ਪਾਓਲੋ ਕੋਲੋ ਦੀ ਦਲਬੀਰ ਸਿੰਘ ਦੁਆਰਾ ਅਨੁਵਾਦਿਤ ਪੁਸਤਕ ਹੈ ਸੁਪਨ ਸਾਜ਼, ਸੁਪਨਿਆਂ ਦੀ ਭਾਲ ਦੀ ਜਾਦੂਈ ਕਥਾ। ਇਸ ਦਾ ਦੂਸਰੇ ਭਾਗ ਦਾ 6ਵਾਂ ਅੰਗ। ਉਹ ਅੰਗਰੇਜ਼ ਇੱਕ ਐਸੇ ਢਾਰੇ 'ਚ ਬੈਂਚ ਤੇ ਬੈਠਾ ਸੀ ਜਿਸ ਵਿੱਚ ਜਾਨਵਰਾਂ ਦੇ ਮੁੜਕੇ ਤੇ ਧੂੜ ਦੀ ਬੋ ਆ ਰਹੀ ਸੀ। ਇਹ ਅੱਧਾ ਗੁਦਾਮ ਸੀ ਤੇ ਅੱਧਾ ਡੰਗਰਾਂ ਦਾ ਵਾੜਾ। ਉਹਨੇ ਰਸਾਇਣ ਸ਼ਾਸਤਰ ਨਾਲ ਸੰਬੰਧਿਤ ਇੱਕ ਰਸਾਲੇ ਦੇ ਪੰਨੇ ਪਰਤਦੇ ਸੋਚਿਆ, ਮੈਂ ਕਦੇ ਵੀ ਨਹੀਂ ਸੀ ਸੋਚਿਆ ਕਿ ਮੈਂ ਕਦੇ ਐਸੀ ਥਾਂ ਤੇ ਵੀ ਆਵਾਂਗਾ। ਮੈਂ 10 ਸਾਲ ਯੂਨੀਵਰਸਿਟੀ 'ਚ ਲਾਏ ਸਨ ਤੇ ਹੁਣ ਮੈਂ ਇੱਥੇ ਡੰਗਰਾਂ ਦੇ ਵਾੜੇ 'ਚ ਬੈਠਾ ਹਾਂ। ਪਰ ਉਹਨੇ ਅੱਗੇ ਜਾਣਾ ਸੀ। ਉਹ ਵੀ ਨਿਸ਼ਾਨੀਆਂ ਜਾਂ ਸ਼ਗਨਾਂ ਵਿੱਚ ਯਕੀਨ ਰੱਖਦਾ ਸੀ। ਉਹਦੀ ਸਾਰੀ ਜ਼ਿੰਦਗੀ ਤੇ ਉਹਦੀ ਸਾਰੀ ਪੜ੍ਹਾਈ ਇਸ ਕਾਇਨਾਤ ਦੀ ਇੱਕੋ ਇੱਕ ਸਹੀ ਭਾਸ਼ਾ ਲੱਭਣ ਲਈ ਹੀ ਸੀ। ਪਹਿਲਾਂ ਤਾਂ ਉਹਨੇ ਐਸਪੀਰਾਂਟੋ ਸੰਸਾਰ ਦੀ ਸਰਵ ਵਿਆਪਕ ਭਾਸ਼ਾ ਦਾ ਅਧਿਐਨ ਕੀਤਾ, ਫਿਰ ਸੰਸਾਰ ਦੇ ਧਰਮਾਂ ਦਾ, ਤੇ ਹੁਣ ਧਾਤ ਸਾਜ਼ੀ ਸਧਾਰਨ ਪਦਾਰਥ ਤੋਂ ਸੋਨਾ ਬਣਾਉਣ ਦੀ ਕਲਾ ਦਾ। ਉਹਨੂੰ ਪਤਾ ਸੀ ਐਸਪੀਰਾਂਟੋ ਕਿਵੇਂ ਬੋਲਣੀ ਹੈ। ਉਹ ਸੰਸਾਰ ਦੇ ਸਾਰੇ ਵੱਡੇ ਧਰਮਾਂ ਨੂੰ ਸਮਝਦਾ ਸੀ, ਪਰ ਉਹ ਅਜੇ ਤੱਕ ਧਾਤ ਸਾਜ਼ ਨਹੀਂ ਸੀ ਬਣ ਸਕਿਆ। ਉਹਨੇ ਕਈ ਅਹਿਮ ਸਵਾਲਾਂ ਦੇ ਸੱਚ ਲੱਭ ਲਏ ਸਨ, ਪਰ ਉਹਦਾ ਅਧਿਐਨ ਉਹਨੂੰ ਇੱਕ ਐਸੇ ਨੁਕਤੇ ਤੇ ਲੈ ਆਇਆ ਸੀ ਜਿਸ ਤੋਂ ਅੱਗੇ ਵਧਣਾ ਮੁਸ਼ਕਿਲ ਹੋ ਰਿਹਾ ਸੀ। ਉਹਨੇ ਇੱਕ ਧਾਤ ਸਾਜ਼ ਨਾਲ ਸੰਬੰਧ ਬਣਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ, ਪਰ ਧਾਤ ਸਾਜ਼ ਵੀ ਬੜੇ ਅਜੀਬ ਲੋਕ ਹੁੰਦੇ ਹਨ ਜਿਹੜੇ ਹਮੇਸ਼ਾ ਸਿਰਫ ਆਪਣੇ ਬਾਰੇ ਹੀ ਸੋਚਦੇ ਹਨ ਤੇ ਜਿਨ੍ਹਾਂ ਸਭ ਨੇ ਉਹਦੀ ਮਦਦ ਕਰਨ ਤੋਂ ਨਾਂਹ ਕਰ ਦਿੱਤੀ ਸੀ। ਖਬਰੇ ਉਹ ਵੀ ਪਾਰਸ ਪੱਥਰ ਦਾ ਭੇਦ ਲੱਭਣ 'ਚ ਅਸਫਲ ਰਹੇ ਹੋਣ ਤੇ ਇਸੇ ਕਰਕੇ ਆਪਣੇ ਗਿਆਨ ਨੂੰ ਆਪਣੇ ਕੋਲ ਹੀ ਰੱਖ ਰਹੇ ਹੋਣ। ਉਹਦੇ ਪਿਤਾ ਨੇ ਉਸ ਲਈ ਜਿਹੜਾ ਪੈਸਾ ਛੱਡਿਆ ਸੀ ਉਸ ਵਿੱਚੋਂ ਬਹੁਤਾ ਤਾਂ ਉਹ ਪਾਰਸ ਪੱਥਰ ਦੀ ਖੋਜ ਕਰਦੇ ਹੋਏ ਅਜਾਈਂ ਖਰਚ ਚੁੱਕਾ ਸੀ। ਉਹਨੇ ਬਹੁਤ ਸਾਰਾ ਸਮਾਂ ਸੰਸਾਰ ਦੀਆਂ ਵੱਡੀਆਂ ਲਾਇਬ੍ਰੇਰੀਆਂ 'ਚ ਬਿਤਾਇਆ ਸੀ ਤੇ ਉਹਨੇ ਧਾਤ ਸਾਜ਼ੀ ਬਾਰੇ ਦੀਆਂ ਸਾਰੀਆਂ ਪੁਰਾਣੀਆਂ ਤੇ ਮਹੱਤਵਪੂਰਨ ਕਿਤਾਬਾਂ ਖਰੀਦ ਲਈਆਂ ਸਨ। ਇਹਨਾਂ ਵਿੱਚੋਂ ਇੱਕ ਕਿਤਾਬ ਵਿੱਚ ਉਹਨੇ ਪੜ੍ਹਿਆ ਸੀ ਕਿ ਬਹੁਤ ਸਾਲ ਪਹਿਲਾਂ ਅਰਬ ਦਾ ਇੱਕ ਮਸ਼ਹੂਰ ਧਾਤ ਸਾਜ਼ ਯੂਰਪ ਆਇਆ ਸੀ। ਕਿਹਾ ਗਿਆ ਕਿ ਉਹਦੀ ਉਮਰ 200 ਸਾਲ ਤੋਂ ਵੱਧ ਸੀ ਤੇ ਇਹ ਵੀ ਕਿ ਉਹਨੇ ਨਾ ਸਿਰਫ ਪਾਰਸ ਪੱਥਰ ਹੀ ਲੱਭ ਲਿਆ ਸੀ, ਸਗੋਂ ਜੀਵਨ ਦਾ ਅਮਰ ਅੰਮ੍ਰਿਤ ਵੀ। ਅੰਗਰੇਜ਼ ਇਸ ਕਹਾਣੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਉਹਨੇ ਕਦੇ ਵੀ ਇਸ ਕਹਾਣੀ ਨੂੰ ਹਕੀਕਤ ਨਹੀਂ ਸੀ ਸਮਝਣਾ ਜੇ ਉਹਦਾ ਇੱਕ ਦੋਸਤ ਜਿਹੜਾ ਕਿ ਮਾਰੂਥਲ 'ਚ ਪੁਰਾਤਨ ਇਮਾਰਤਾਂ ਦੀ ਖੋਜ ਦੀ ਮੁਹਿੰਮ ਤੋਂ ਵਾਪਸ ਪਰਤਿਆ ਸੀ, ਉਹਨੂੰ ਕਿਸੇ ਐਸੇ ਅਰਬ ਬਾਰੇ ਨਾ ਦੱਸਦਾ ਜਿਸ ਕੋਲ ਕਮਾਲ ਦੀਆਂ ਸ਼ਕਤੀਆਂ ਸਨ। ਉਹਦੇ ਦੋਸਤ ਨੇ ਕਿਹਾ ਸੀ ਉਹ ਅਲ ਫਾਯੂਮ ਨਖਲਿਸਤਾਨ ਵਿੱਚ ਰਹਿੰਦਾ ਹੈ। ਲੋਕ ਕਹਿੰਦੇ ਹਨ ਕਿ ਉਹਦੀ ਉਮਰ 200 ਸਾਲ ਦੀ ਹੈ ਤੇ ਉਹ ਕਿਸੇ ਵੀ ਧਾਤ ਨੂੰ ਸੋਨੇ 'ਚ ਬਦਲ ਸਕਦਾ ਹੈ। ਅੰਗਰੇਜ਼ ਆਪਣੀ ਉਤਸੁਕਤਾ ਨੂੰ ਰੋਕ ਨਾ ਸਕਿਆ। ਉਹਨੇ ਆਪਣੇ ਹੋਰ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਤੇ ਆਪਣੀਆਂ ਸਭ ਤੋਂ ਮਹੱਤਵਪੂਰਨ ਕਿਤਾਬਾਂ ਇਕੱਠੀਆਂ ਕਰ ਲਈਆਂ। ਹੁਣ ਉਹ ਇੱਥੇ ਧੂੜ ਭਰੇ ਤੇ ਗੰਦੀ ਬਦਬੂ ਵਾਲੇ ਗੋਦਾਮ ਦੇ ਅੰਦਰ ਬੈਠਾ ਸੀ। ਬਾਹਰ ਸਹਾਰਾ ਮਾਰੂਥਲ ਲੰਘਣ ਲਈ ਕਾਫਲਾ ਤਿਆਰ ਹੋ ਰਿਹਾ ਸੀ ਤੇ ਇਸ ਕਾਫਲੇ ਨੇ ਅਲ ਫਾਯੂਮ ਕੋਲੋਂ ਦੀ ਲੰਘਣਾ ਸੀ। ਅੰਗਰੇਜ਼ ਨੇ ਸੋਚਿਆ, ਮੈਂ ਉਸ ਧਾਤ ਸਾਜ਼ ਨੂੰ ਜ਼ਰੂਰ ਲੱਭ ਕੇ ਹਟਾਂਗਾ। ਅਜਿਹਾ ਸੋਚਦੇ ਹੋਏ ਜਾਨਵਰਾਂ ਦੀ ਬਦਬੂ ਕੁਝ ਹੋਰ ਸਹਿਣਯੋਗ ਹੋ ਗਈ ਸੀ। ਆਪਣੇ ਸਮਾਨ ਨਾਲ ਲੱਦਿਆ ਹੋਇਆ ਇੱਕ ਨੌਜਵਾਨ ਅਰਬ ਦਾਖਲ ਹੋਇਆ। ਫਿਰ ਉਹਨੇ ਅੰਗਰੇਜ਼ ਨੂੰ ਸੁਲਾ ਮਾਰੀ। ਨੌਜਵਾਨ ਅਰਬ ਪੁੱਛਣ ਲੱਗਾ, ਤੁਸੀਂ ਕਿੱਥੇ ਜਾ ਰਹੇ ਹੋ? ਮੈਂ ਮਾਰੂਥਲ 'ਚ ਜਾ ਰਿਹਾ, ਅੰਗਰੇਜ਼ ਨੇ ਕਿਹਾ ਤੇ ਮੁੜ ਪੜਨ ਲੱਗਾ। ਉਹ ਇਸ ਵੇਲੇ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਸੀ ਕਰਨਾ ਚਾਹੁੰਦਾ। ਉਹ ਚਾਹੁੰਦਾ ਸੀ ਪਿਛਲੇ ਸਾਲਾਂ ਦੌਰਾਨ ਉਹਨੇ ਜੋ ਕੁਝ ਵੀ ਸਿੱਖਿਆ ਸੀ ਉਹ ਸਭ ਕਾਸੇ ਨੂੰ ਮੁੜ ਚੇਤੇ ਕਰ ਸਕੇ, ਕਿਉਂਕਿ ਧਾਤ ਸਾਜ਼ ਜ਼ਰੂਰ ਹੀ ਉਹਦਾ ਇਮਤਿਹਾਨ ਲਏਗਾ। ਨੌਜਵਾਨ ਅਰਬ ਨੇ ਇੱਕ ਕਿਤਾਬ ਕੱਢੀ ਤੇ ਉਹਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਇਹ ਕਿਤਾਬ ਸਪੇਨੀ ਭਾਸ਼ਾ 'ਚ ਲਿਖੀ ਸੀ। ਅੰਗਰੇਜ਼ ਨੇ ਸੋਚਿਆ ਕਿ ਇਹ ਚੰਗੀ ਗੱਲ ਹੋਈ। ਉਹ ਅਰਬੀ ਨਾਲੋਂ ਸਪੇਨੀ ਭਾਸ਼ਾ ਚੰਗੀ ਬੋਲ ਸਕਦਾ ਸੀ ਤੇ ਜੇ ਮੁੰਡਾ ਵੀ ਅਲ ਫਾਯੂਮ ਤੱਕ ਜਾ ਰਿਹਾ ਹੋਵੇ ਤਾਂ ਉਹਨੂੰ ਇੱਕ ਐਸੇ ਬੰਦੇ ਦਾ ਸਾਥ ਮਿਲ ਜਾਏਗਾ ਜਿਸ ਨਾਲ ਉਹ ਉਦੋਂ ਗੱਲਬਾਤ ਕਰ ਸਕੇਗਾ ਜਦੋਂ ਉਸ ਕੋਲ ਕਰਨ ਲਈ ਹੋਰ ਬਿਹਤਰ ਕੰਮ ਨਹੀਂ ਹੋਏਗਾ। ਅੰਗ 7ਵਾਂ। ਮੁੰਡੇ ਨੇ ਇੱਕ ਵਾਰ ਫਿਰ ਕਿਤਾਬ ਦੇ ਸ਼ੁਰੂ 'ਚ ਲਿਖਿਆ ਹੋਇਆ ਮੁਰਦਾ ਦਫਨ ਕਰਨ ਦਾ ਦ੍ਰਿਸ਼ ਪੜ੍ਹਨ ਦੀ ਕੋਸ਼ਿਸ਼ ਕੀਤੀ ਤੇ ਆਪਣੇ ਆਪ ਨੂੰ ਹੀ ਕਿਹਾ, ਬੜੀ ਅਜੀਬ ਗੱਲ ਹੈ। ਮੈਂ 2 ਸਾਲ ਤੋਂ ਇਹ ਕਿਤਾਬ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ, ਪਰ ਮੈਂ ਪਹਿਲੇ ਕੁਝ ਪੰਨਿਆਂ ਤੋਂ ਅੱਗੇ ਵਧ ਹੀ ਨਹੀਂ ਸਕਿਆ। ਭਾਵੇਂ ਹੁਣ ਬਾਦਸ਼ਾਹ ਉਹਦੇ ਕਿਤਾਬ ਪੜ੍ਹਨ 'ਚ ਰੁਕਾਵਟ ਨਹੀਂ ਸੀ ਪਾਉਂਦਾ, ਫਿਰ ਵੀ ਉਹ ਇਸ ਵੱਲ ਧਿਆਨ ਲਗਾਉਣ ਦੇ ਸਮਰੱਥ ਨਹੀਂ ਸੀ ਹੋ ਰਿਹਾ। ਆਪਣੇ ਕੀਤੇ ਹੋਏ ਫੈਸਲੇ ਤੇ ਉਹਦੇ ਮਨ 'ਚ ਹਾਲੇ ਕੁਝ ਸ਼ੰਕੇ ਸਨ। ਹਰੇਕ ਗੱਲ ਉਹਨੂੰ ਸਮਝ ਆ ਗਈ ਸੀ ਕਿ ਫੈਸਲੇ ਕਰਨਾ ਸਿਰਫ ਅਗਲੀਆਂ ਘਟਨਾਵਾਂ ਦਾ ਮੁੱਢ ਮਾਤਰ ਹੀ ਹੁੰਦਾ ਹੈ। ਜਦੋਂ ਬੰਦਾ ਕੋਈ ਫੈਸਲਾ ਕਰਦਾ ਹੈ ਤਾਂ ਸੱਚਮੁੱਚ ਕਿਸੇ ਐਸੇ ਤੇਜ਼ ਵਹਾਅ 'ਚ ਛਾਲ ਮਾਰ ਰਿਹਾ ਹੁੰਦਾ ਹੈ ਜਿਹੜਾ ਉਹਨੂੰ ਐਸੀਆਂ ਥਾਵਾਂ ਤੇ ਲੈ ਜਾਏਗਾ
ਜਿਨ੍ਹਾਂ ਦਾ ਉਹਨੇ ਪਹਿਲਾਂ ਫੈਸਲਾ ਕਰਨ ਵੇਲੇ ਸੁਪਨਾ ਵੀ ਨਹੀਂ ਲਿਆ ਹੁੰਦਾ। ਉਹਨੇ ਸੋਚਿਆ ਜਦੋਂ ਮੈਂ ਆਪਣਾ ਖਜ਼ਾਨਾ ਲੱਭਣ ਦਾ ਫੈਸਲਾ ਕੀਤਾ ਤਾਂ ਮੈਂ ਕਦੇ ਵੀ ਕਲਪਨਾ ਨਹੀਂ ਸੀ ਕੀਤੀ ਕਿ ਕਦੇ ਮੈਂ ਸ਼ੀਸ਼ੇ ਦੇ ਸਮਾਨ ਦੀ ਦੁਕਾਨ ਤੇ ਵੀ ਕੰਮ ਕਰਾਂਗਾ। ਇਸ ਕਾਫਲੇ 'ਚ ਸ਼ਾਮਲ ਹੋਣਾ ਮੇਰਾ ਫੈਸਲਾ ਹੋ ਸਕਦਾ ਹੈ, ਪਰ ਅੱਗੋਂ ਕੀ ਹੋਣ ਵਾਲਾ ਹੈ ਮੇਰੇ ਲਈ ਭੇਦ ਹੈ। ਲਾਗੇ ਹੀ ਅੰਗਰੇਜ਼ ਬੈਠਾ ਕਿਤਾਬ ਪੜ੍ਹ ਰਿਹਾ ਸੀ। ਉਹਦਾ ਵਤੀਰਾ ਗੈਰ ਦੋਸਤਾਨਾ ਸੀ ਤੇ ਜਦੋਂ ਮੁੰਡਾ ਦਾਖਲ ਹੋਇਆ ਸੀ ਤਾਂ ਅੰਗਰੇਜ਼ ਨੇ ਪਰੇਸ਼ਾਨੀ ਮਹਿਸੂਸ ਕੀਤੀ ਸੀ। ਉਹ ਮਿੱਤਰਚਾਰਾ ਕਰ ਸਕਦੇ ਸਨ, ਪਰ ਅੰਗਰੇਜ਼ ਨੇ ਹੀ ਗੱਲਬਾਤ ਬੰਦ ਕਰ ਦਿੱਤੀ ਸੀ। ਮੁੰਡੇ ਨੇ ਕਿਤਾਬ ਬੰਦ ਕਰ ਦਿੱਤੀ। ਉਹਨੇ ਮਹਿਸੂਸ ਕੀਤਾ ਕਿ ਅੱਜ ਦੀ ਰਾਤ ਐਸਾ ਕੁਝ ਨਹੀਂ ਕਰਨਾ ਚਾਹੁੰਦਾ ਜਿਸ ਨਾਲ ਉਹਨੂੰ ਅੰਗਰੇਜ਼ ਵੱਲ ਦੇਖਣਾ ਪਵੇ। ਉਹਨੇ ਆਪਣੀ ਜੇਬ 'ਚੋਂ ਉਰਿਮ ਤੇ ਥੁਮਿਮ ਕੱਢੇ ਤੇ ਇਹਨਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਉਰਿਮ ਤੇ ਥੁਮਿਮ? ਅੰਗਰੇਜ਼ ਨੇ ਚੀਕ ਕੇ ਕਿਹਾ। ਤੁਰੰਤ ਹੀ ਮੁੰਡੇ ਨੇ ਇਹਨਾਂ ਨੂੰ ਆਪਣੀ ਜੇਬ 'ਚ ਪਾ ਲਿਆ। ਉਹ ਕਹਿਣ ਲੱਗਾ, ਇਹ ਮੈਂ ਵੇਚਣੇ ਨਹੀਂ। ਅੰਗਰੇਜ਼ ਨੇ ਜਵਾਬ ਦਿੱਤਾ, ਇਹ ਬਹੁਤੇ ਕੀਮਤੀ ਨਹੀਂ ਹੈ। ਇਹ ਸਿਰਫ ਪੱਥਰ ਦੇ ਕ੍ਰਿਸਟਲ ਦੇ ਬਣੇ ਹੋਏ ਹਨ। ਧਰਤੀ ਤੇ ਲੱਖਾਂ ਕਰੋੜਾਂ ਪੱਥਰ ਦੇ ਕ੍ਰਿਸਟਲ ਮਿਲਦੇ ਹਨ, ਪਰ ਜਿਹੜੇ ਲੋਕਾਂ ਨੂੰ ਇਹਨਾਂ ਬਾਰੇ ਪਤਾ ਹੈ ਉਹਨਾਂ ਨੂੰ ਉਰਿਮ ਤੇ ਥੁਮਿਮ ਬਾਰੇ ਵੀ ਪਤਾ ਹੋਏਗਾ। ਮੈਨੂੰ ਨਹੀਂ ਸੀ ਪਤਾ ਕਿ ਸੰਸਾਰ ਦੇ ਇਹਨਾਂ ਭਾਗਾਂ ਵਿੱਚ ਵੀ ਇਹ ਮਿਲ ਜਾਂਦੇ ਹਨ। ਮੁੰਡੇ ਨੇ ਜਵਾਬ ਦਿੱਤਾ, ਮੈਨੂੰ ਇੱਕ ਬਾਦਸ਼ਾਹ ਨੇ ਤੋਹਫੇ ਵਜੋਂ ਦਿੱਤੇ ਸੀ। ਅਜਨਬੀ ਨੇ ਕੋਈ ਜਵਾਬ ਨਾ ਦਿੱਤਾ। ਇਹਦੀ ਥਾਂ ਉਹਨੇ ਆਪਣੀ ਜੇਬ 'ਚ ਹੱਥ ਪਾਇਆ। ਐਨ ਉਸੇ ਤਰ੍ਹਾਂ ਦੇ 2 ਪੱਥਰ ਕੱਢੇ ਜਿਸ ਤਰ੍ਹਾਂ ਦੇ ਮੁੰਡੇ ਕੋਲ ਸਨ। ਉਸ ਪੁੱਛਿਆ, ਤੂੰ ਕੀ ਕਿਹਾ ਬਾਦਸ਼ਾਹ? ਮੈਨੂੰ ਲੱਗਦਾ ਤੈਨੂੰ ਇਸ ਗੱਲ ਦਾ ਯਕੀਨ ਨਹੀਂ ਕਿ ਕੋਈ ਬਾਦਸ਼ਾਹ ਮੇਰੇ ਵਰਗੇ ਆਜੜੀ ਬੰਦੇ ਨਾਲ ਕੋਈ ਗੱਲ ਕਰੇਗਾ। ਉਹਨੇ ਗੱਲਬਾਤ ਨੂੰ ਖਤਮ ਕਰਨ ਦੇ ਮਕਸਦ ਨਾਲ ਕਿਹਾ, ਬਿਲਕੁਲ ਨਹੀਂ। ਸਭ ਤੋਂ ਪਹਿਲਾਂ ਆਜੜੀਆਂ ਨਹੀਂ ਤਾਂ ਉਸ ਬਾਦਸ਼ਾਹ ਨੂੰ ਪਛਾਣਿਆ ਸੀ ਜਿਹਨੂੰ ਬਾਕੀ ਦੇ ਸੰਸਾਰ ਨੇ ਮੰਨਣ ਤੋਂ ਨਾ ਕਰ ਦਿੱਤੀ ਸੀ। ਇਸ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਸ਼ਹਿਨਸ਼ਾਹ ਆਜੜੀਆਂ ਨਾਲ ਗੱਲ ਕਰਨ। ਇਸ ਤਰ੍ਹਾਂ ਉਹ ਲਗਾਤਾਰ ਗੱਲਾਂ ਕਰਦਾ ਰਿਹਾ। ਉਹਨੂੰ ਡਰ ਸੀ ਕਿ ਖਬਰੇ ਮੁੰਡਾ ਉਹਦੀਆਂ ਗੱਲਾਂ ਨੂੰ ਸਮਝ ਨਾ ਸਕੇ। ਉਸ ਕਿਹਾ, ਇਹ ਬਾਈਬਲ ਵਿੱਚ ਲਿਖਿਆ ਹੋਇਆ ਹੈ। ਇਹ ਉਹੀ ਕਿਤਾਬ ਹੈ ਜਿਹਨੇ ਮੈਨੂੰ ਉਰਿਮ ਤੇ ਥੁਮਿਮ ਬਾਰੇ ਜਾਣਕਾਰੀ ਦਿੱਤੀ। ਇਹੀ ਪੱਥਰ ਹਨ ਜਿਹੜੇ ਈਸ਼ਵਰ ਵੱਲੋਂ ਪਵਿੱਤਰ ਮੰਨੇ ਗਏ ਸਨ। ਪਾਦਰੀ ਲੋਕ ਇਹਨਾਂ ਨੂੰ ਸੋਨੇ ਦੇ ਜ਼ਰਬਾਖਤਰਾਂ 'ਚ ਜੜ ਕੇ ਰੱਖਦੇ ਸਨ। ਮੁੰਡੇ ਨੂੰ ਅਚਨਚੇਤ ਹੀ ਇਸ ਗੱਲ ਦੀ ਖੁਸ਼ੀ ਹੋਈ ਕਿ ਉਹ ਇੱਥੇ ਗੋਦਾਮ 'ਚ ਪਹੁੰਚ ਗਿਆ ਸੀ। ਅਗਲੇ ਦਿਨ ਆਵਾਜ਼ ਨੂੰ ਰਤਕ ਉੱਚੀ ਕਰਦੇ ਹੋਏ ਕਿਹਾ, ਸ਼ਾਇਦ ਇਹ ਕੋਈ ਨਿਸ਼ਾਨੀ ਹੈ। ਤੈਨੂੰ ਇਹਨਾਂ ਗੱਲਾਂ ਬਾਰੇ ਕਿਹਨੇ ਦੱਸਿਆ? ਮੁੰਡੇ ਦੀ ਦਿਲਚਸਪੀ ਪਲ-ਪਲ ਵੱਧਦੀ ਜਾ ਰਹੀ ਸੀ। ਅੰਗਰੇਜ਼ ਨੇ ਉਹ ਰਸਾਲਾ ਬੰਦ ਕਰਦੇ ਹੋਏ ਕਿਹਾ, ਜਿਹੜਾ ਕਿ ਉਹ ਪੜ੍ਹ ਰਿਹਾ ਸੀ, ਜ਼ਿੰਦਗੀ 'ਚ ਹਰ ਚੀਜ਼ ਹੀ ਕਿਸੇ ਨਾ ਕਿਸੇ ਚੀਜ਼ ਦੀ ਨਿਸ਼ਾਨੀ ਹੈ। ਸੰਸਾਰ 'ਚ ਇੱਕ ਐਸੀ ਭਾਸ਼ਾ ਵੀ ਹੈ ਜਿਹਨੂੰ ਸਭ ਸਮਝਦੇ ਹੈ, ਪਰ ਜਿਹੜੀ ਭੁਲਾਈ ਜਾ ਚੁੱਕੀ ਹੈ। ਮੈਂ ਹੋਰਾਂ ਚੀਜ਼ਾਂ ਦੇ ਨਾਲ-ਨਾਲ ਇਸ ਸੰਸਾਰ ਵਿਆਪੀ ਭਾਸ਼ਾ ਲਈ ਵੀ ਭਾਲ ਕਰ ਰਿਹਾ। ਇਸੇ ਲਈ ਮੈਂ ਇੱਥੇ ਆਇਆ। ਮੈਂ ਕਿਸੇ ਐਸੇ ਬੰਦੇ ਦੀ ਭਾਲ ਕਰ ਰਿਹਾ ਜਿਹੜਾ ਇਸ ਭਾਸ਼ਾ ਨੂੰ ਜਾਣਦਾ ਹੈ, ਇੱਕ ਧਾਤ ਸਾਜ਼। ਉਹਨਾਂ ਦੀ ਗੱਲਬਾਤ 'ਚ ਗੋਦਾਮ ਦੇ ਮਾਲਕ ਦੇ ਆਉਣ ਕਾਰਨ ਰੁਕਾਵਟ ਪੈ ਗਈ। ਮੋਟੇ ਅਰਬ ਗੋਦਾਮ ਮਾਲਕ ਨੇ ਆ ਕੇ ਕਿਹਾ, ਤੁਹਾਡੇ ਦੋਵਾਂ ਦੀ ਕਿਸਮਤ ਚੰਗੀ ਹੈ। ਅੱਜ ਹੀ ਅਲ ਫਾਯੂਮ ਲਈ ਇੱਕ ਕਾਫਲਾ ਜਾ ਰਿਹਾ ਹੈ। ਪਰ ਮੈਂ ਤਾਂ ਮਿਸਰ ਜਾਣਾ ਹੈ, ਮੁੰਡੇ ਨੇ ਕਿਹਾ। ਅਰਬ ਨੇ ਜਵਾਬ ਦਿੱਤਾ, ਅਲ ਫਾਯੂਮ ਮਿਸਰ ਵਿੱਚ ਹੀ ਤਾਂ ਹੈ। ਤੂੰ ਕਿਸ ਤਰ੍ਹਾਂ ਦਾ ਅਰਬੀ ਹੈ? ਮੋਟੇ ਅਰਬੀ ਤੇ ਜਾਣ ਤੋਂ ਬਾਅਦ ਅੰਗਰੇਜ਼ ਨੇ ਕਿਹਾ, ਇਹ ਚੰਗੀ ਕਿਸਮਤ ਦੀ ਨਿਸ਼ਾਨੀ ਹੈ। ਜੇ ਮੈਨੂੰ ਸਮਾਂ ਮਿਲੇ ਤਾਂ ਮੈਂ ਸਿਰਫ ਕਿਸਮਤ ਤੇ ਮੌਕਾ ਮੇਲ ਦੋਵਾਂ ਹੀ ਸ਼ਬਦਾਂ ਬਾਰੇ ਇੱਕ ਵੱਡਾ ਕੋਸ਼ ਲਿਖ ਦੇਵਾਂ। ਇਹਨਾਂ ਹੀ ਸ਼ਬਦਾਂ ਨਾਲ ਸੰਸਾਰ ਦੀ ਭਾਸ਼ਾ ਲਿਖੀ ਗਈ ਹੈ। ਉਹਨੇ ਮੁੰਡੇ ਨੂੰ ਦੱਸਿਆ ਕਿ ਇਹ ਕੋਈ ਮੌਕਾ ਮੇਲ ਨਹੀਂ ਸੀ। ਜਦੋਂ ਮੁੰਡੇ ਨੂੰ ਮਿਲਿਆ ਸੀ ਉਹਦੇ ਹੱਥਾਂ 'ਚ ਉਰਿਮ ਤੇ ਥੁਮਿਮ ਸਨ। ਉਹਨੇ ਮੁੰਡੇ ਨੂੰ ਪੁੱਛਿਆ ਸੀ ਕਿ ਉਹ ਵੀ ਧਾਤਸਾਜ਼ ਦੀ ਖੋਜ ਕਰ ਰਿਹਾ ਸੀ। ਮੈਂ ਖਜ਼ਾਨਾ ਲੱਭ ਰਿਹਾ, ਮੁੰਡੇ ਨੇ ਕਹਿ ਤਾਂ ਦਿੱਤਾ, ਪਰ ਤੁਰੰਤ ਹੀ ਉਹਨੂੰ ਇਹ ਗੱਲ ਕਹਿਣ ਤੇ ਅਫਸੋਸ ਵੀ ਹੋਇਆ। ਪਰ ਇਉਂ ਲੱਗਾ ਜਿਵੇਂ ਅੰਗਰੇਜ਼ ਇਹਨੂੰ ਬਹੁਤੀ ਅਹਿਮੀਅਤ ਨਹੀਂ ਦੇ ਰਿਹਾ ਸੀ। ਉਹ ਕਹਿਣ ਲੱਗਾ, ਇੱਕ ਤਰੀਕੇ ਨਾਲ ਮੈਂ ਵੀ ਇਹੀ ਕੁਝ ਕਰ ਰਿਹਾ। ਮੈਨੂੰ ਨਹੀਂ ਪਤਾ ਕਿ ਧਾਤਸਾਜ਼ੀ ਕੀ ਹੁੰਦੀ ਹੈ। ਮੁੰਡਾ ਹਲੇ ਕਹਿ ਹੀ ਰਿਹਾ ਸੀ ਕਿ ਗੋਦਾਮ ਦੇ ਮਾਲਕ ਨੇ ਉਹਨਾਂ ਨੂੰ ਬਾਹਰ ਬੁਲਾ ਲਿਆ। ਧੰਨਵਾਦ। ਅੰਗ 8ਵਾਂ। ਕਾਲੀਆਂ ਅੱਖਾਂ ਵਾਲੇ ਤੇ ਦਾੜੀ ਵਾਲੇ ਇੱਕ ਆਦਮੀ ਨੇ ਕਿਹਾ, ਮੈਂ ਇਸ ਕਾਫਲੇ ਦਾ ਆਗੂ ਹਾਂ। ਜਿੰਨੇ ਵੀ ਲੋਕ ਮੇਰੇ ਨਾਲ ਜਾਣਗੇ ਉਹਨਾਂ ਦੀ ਜ਼ਿੰਦਗੀ ਤੇ ਮੌਤ ਮੇਰੇ ਹੱਥਾਂ 'ਚ ਹੈ। ਮਾਰੂਥਲ 'ਚ ਇੱਕ ਸਨਕੀ ਤੀਵੀਂ ਵਰਗਾ ਹੈ। ਮਾਰੂਥਲ ਇੱਕ ਸਨਕੀ ਤੀਵੀਂ ਵਰਗਾ ਹੈ ਤੇ ਕਈ ਵਾਰ ਲੋਕਾਂ ਨੂੰ ਪਾਗਲ ਵੀ ਕਰ ਦਿੰਦਾ ਹੈ। ਉੱਥੇ ਕਰੀਬ 200 ਲੋਕ ਇਕੱਠੇ ਹੋਏ ਸਨ ਤੇ 400 ਦੇ ਕਰੀਬ ਜਾਨਵਰ ਵੀ, ਜਿਨ੍ਹਾਂ 'ਚ ਊਠ, ਘੋੜੇ, ਖੱਚਰਾਂ, ਮੁਰਗੀਆਂ ਸ਼ਾਮਲ ਸਨ। ਭੀੜ ਵਿੱਚ ਔਰਤਾਂ, ਬੱਚੇ, ਬਹੁਤ ਸਾਰੇ ਆਦਮੀ ਵੀ ਸ਼ਾਮਲ ਸਨ, ਜਿਨ੍ਹਾਂ ਦੇ ਲੱਕ ਦੀਆਂ ਪੇਟੀਆਂ ਨਾਲ ਤਲਵਾਰਾਂ ਲਟਕਦੀਆਂ ਸਨ ਤੇ ਮੋਢਿਆਂ ਤੇ ਰਫਲਾਂ। ਅੰਗਰੇਜ਼ ਕੋਲ ਕਿਤਾਬਾਂ ਨਾਲ ਭਰੇ ਹੋਏ ਬਹੁਤ ਸਾਰੇ ਬਕਸੇ ਸਨ। ਬਹੁਤ ਸਾਰਾ ਰੌਲਾ ਪੈ ਰਿਹਾ ਸੀ ਤੇ ਆਗੂ ਨੂੰ ਆਪਣੀ ਗੱਲ ਬਾਰ-ਬਾਰ ਦੁਹਰਾਉਣੀ ਪਈ ਸੀ ਤਾਂ ਕਿ ਸਭ ਲੋਕ ਉਹਨੂੰ ਸਮਝ ਸਕਣ।
ਇੱਥੇ ਬਹੁਤ ਸਾਰੇ ਵੱਖ-ਵੱਖ ਤਰ੍ਹਾਂ ਦੇ ਲੋਕ ਇਕੱਠੇ ਹੋਏ ਹਨ ਤੇ ਹਰ ਇੱਕ ਦਾ ਆਪਣਾ ਵੱਖੋ ਵੱਖਰਾ ਈਸ਼ਵਰ ਹੈ। ਪਰ ਮੈਂ ਜਿਸ ਈਸ਼ਵਰ ਨੂੰ ਮੰਨਦਾ ਉਹ ਅੱਲਾ ਹੈ ਤੇ ਉਹਦੀ ਸਹੁੰ ਖਾ ਕੇ ਮੈਂ ਕਹਿੰਦਾ ਕਿ ਮੈਂ ਇੱਕ ਵਾਰ ਫੇਰ ਮਾਰੂਥਲ ਨੂੰ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ। ਪਰ ਮੈਂ ਚਾਹੁੰਦਾ ਕਿ ਤੁਹਾਡੇ ਵਿੱਚੋਂ ਸਾਰੇ ਜਣੇ ਆਪਣੇ ਆਪਣੇ ਈਸ਼ਵਰ ਦੀ ਸਹੁੰ ਖਾ ਕੇ ਕਹਿਣ ਕਿ ਮੈਂ ਜਿਹੜਾ ਵੀ ਹੁਕਮ ਦੇਵਾਂ ਉਹਨੂੰ ਮੰਨਣਗੇ। ਮਾਰੂਥਲ ਦੇ ਵਿੱਚ ਅਵਗਿਆ ਦਾ ਮਤਲਬ ਮੌਤ ਹੁੰਦਾ ਹੈ। ਭੀੜ 'ਚ ਫੁਸਫੁਸਾਹਟ ਦੀ ਆਵਾਜ਼ ਆਈ। ਹਰ ਕੋਈ ਚੁੱਪ-ਚੁਪੀਤੇ ਆਪੋ ਆਪਣੇ ਈਸ਼ਵਰ ਦਾ ਨਾਂ ਲੈ ਕੇ ਸਹੁੰ ਲੈ ਰਿਹਾ ਸੀ। ਮੁੰਡੇ ਨੇ ਈਸਾ ਮਸੀਹ ਦਾ ਨਾਮ ਲਿਆ। ਅੰਗਰੇਜ਼ ਨੇ ਕੁਝ ਨਹੀਂ ਕਿਹਾ। ਇਹ ਫੁਸਫੁਸਾਹਟ ਸਧਾਰਨ ਨਾਲੋਂ ਕਾਫੀ ਲੰਮੇ ਸਮੇਂ ਤੱਕ ਚੱਲਦੀ ਰਹੀ। ਲੋਕ ਨਾਲ ਦੀ ਨਾਲ ਹੀ ਆਪਣੀ ਵਿਆਪਕ ਵਹਿਣ 'ਚ ਅਚਨਚੇਤ ਸ਼ਾਮਲ ਹੋ ਗਏ, ਜਿੱਥੇ ਸਭ ਕੌਮਾਂ ਦੇ ਇਤਿਹਾਸ ਇੱਕ ਦੂਜੇ ਨਾਲ ਜੁੜੇ ਹੋਏ ਹਨ ਤੇ ਅਸੀਂ ਸਭ ਕੁਝ ਜਾਣਨ ਦੇ ਸਮਰੱਥ ਹੋ ਜਾਂਦੇ ਹਾਂ, ਕਿਉਂਕਿ ਸਭ ਕੁਝ ਹੀ ਉੱਥੇ ਲਿਖਿਆ ਗਿਆ ਹੁੰਦਾ ਹੈ। ਮਕਤੂਬ, ਮੁੰਡੇ ਨੇ ਕ੍ਰਿਸਟਲ ਦੇ ਵਪਾਰੀ ਨੂੰ ਚੇਤੇ ਕਰਦੇ ਹੋਏ ਕਿਹਾ। ਮਾਰੂਥਲ 'ਚ ਦੂਰ ਦੂਰ ਤੱਕ ਰੇਤਾ ਹੀ ਰੇਤਾ ਸੀ। ਕਦੇ ਕਦੇ ਪਥਰੀਲਾ ਇਲਾਕਾ ਵੀ ਆ ਜਾਂਦਾ ਸੀ। ਜਦੋਂ ਕਦੇ ਕਾਫਲੇ ਦੇ ਸਾਹਮਣੇ ਕੋਈ ਵੱਡਾ ਪੱਥਰ ਆ ਜਾਂਦਾ ਤਾਂ ਇਸ ਪੱਥਰ ਨੂੰ ਵਲ ਕੇ ਲੰਘਦਾ। ਕਦੇ ਕਦੇ ਵੱਡਾ ਸਾਰਾ ਪਥਰੀਲਾ ਇਲਾਕਾ ਆ ਜਾਂਦਾ ਤਾਂ ਉਹਨਾਂ ਨੂੰ ਵੱਡਾ ਵਲ ਪਾਉਣਾ ਪੈਂਦਾ। ਜੇ ਰੇਤ ਬਹੁਤ ਬਰੀਕ ਹੁੰਦੀ, ਜਾਨਵਰਾਂ ਦੇ ਖੁਰਾਂ 'ਚ ਫਸ ਜਾਂਦੀ ਤਾਂ ਐਸਾ ਰਸਤਾ ਲੱਭਣਾ ਪੈਂਦਾ ਜਿੱਥੇ ਮੋਟੀ ਰੇਤ ਹੋਵੇ। ਕਈ ਥਾਵਾਂ ਤੇ ਜ਼ਮੀਨ ਉੱਤੇ ਸੁੱਕ ਗਈਆਂ ਹੋਈਆਂ ਝੀਲਾਂ ਦਾ ਲੂਣ ਵੀ ਵਿਖਾਈ ਦਿੰਦਾ। ਜਾਨਵਰ ਅਜਿਹੇ ਥਾਵਾਂ ਤੇ ਰੀਂਗਦੇ, ਊਠ ਚਾਲਕ ਉਹਨਾਂ ਤੋਂ ਹੇਠਾਂ ਉਤਰ ਕੇ ਸਮਾਨ ਲਾਉਣ ਲਈ ਮਜਬੂਰ ਹੋ ਜਾਂਦੇ। ਅਜਿਹੇ ਖੇਤਰਾਂ 'ਚ ਊਠ ਚਾਲਕ ਸਮਾਨ ਖੁਦ ਚੁੱਕ ਕੇ ਲੈ ਜਾਂਦੇ ਤੇ ਲੰਘਣ ਤੋਂ ਬਾਅਦ ਫਿਰ ਊਠਾਂ ਤੇ ਲੱਦ ਦਿੰਦੇ। ਜੇ ਕੋਈ ਗਾਡੀ ਰਾਹ ਬਿਮਾਰ ਹੋ ਜਾਂਦਾ ਤਾਂ ਬਾਕੀ ਦੇ ਊਠ ਚਾਲਕ ਪਰਚੀਆਂ ਪਾ ਕੇ ਨਵਾਂ ਬੰਦਾ ਚੁਣ ਲੈਂਦੇ। ਪਰ ਇਹ ਸਭ ਕੁਝ ਸਿਰਫ ਇੱਕੋ ਇੱਕ ਮਕਸਦ ਲਈ ਹੋ ਰਿਹਾ ਸੀ। ਭਾਵੇਂ ਕਾਫਲੇ ਨੂੰ ਕਿੰਨੇ ਵੀ ਵਲ ਖਾਣੇ ਪਏ ਹੋਣ ਤੇ ਕਿੰਨੀ ਵਾਰੀ ਰਸਤਾ ਬਦਲਣਾ ਪਿਆ ਹੋਵੇ, ਇਹ ਫੇਰ ਵੀ ਇੱਕੋ ਦਿਸ਼ਾ ਵੱਲ ਵਧ ਰਿਹਾ ਸੀ। ਜਦੋਂ ਰਸਤੇ 'ਚ ਆਈ ਰੁਕਾਵਟ ਪਾਰ ਕਰ ਲਈ ਜਾਂਦੀ ਤਾਂ ਕਾਫਲਾ ਫਿਰ ਉਸੇ ਤਾਰੇ ਦੀ ਦਿਸ਼ਾ ਵੱਲ ਨੂੰ ਚੱਲਣਾ ਸ਼ੁਰੂ ਕਰ ਦਿੰਦਾ, ਜਿਸ ਤਾਰੇ ਦੀ ਦਿਸ਼ਾ ਵੱਲ ਨਖਲਿਸਤਾਨ ਮੌਜੂਦ ਸੀ। ਜਦੋਂ ਲੋਕ ਵੱਡੇ ਤੜਕੇ ਅਸਮਾਨ 'ਚੋਂ ਤਾਰਾ ਚਮਕਦਾ ਵੇਖਦੇ ਤਾਂ ਉਹ ਸਮਝ ਜਾਂਦੇ ਕਿ ਉਹ ਸਹੀ ਦਿਸ਼ਾ ਵੱਲ ਜਾ ਰਹੇ ਹਨ, ਜਿੱਥੇ ਪਾਣੀ ਹੈ, ਖਜੂਰ ਦੇ ਦਰਖਤ ਹਨ, ਮਕਾਨ ਹਨ, ਹੋਰ ਲੋਕ ਹਨ। ਸਿਰਫ ਅੰਗਰੇਜ਼ ਹੀ ਇਹ ਸਭ ਕਾਸੇ ਤੋਂ ਅਣਭੋਲ ਸੀ। ਉਹ ਬਹੁਤਾ ਸਮਾਂ ਆਪ ਦੀਆਂ ਕਿਤਾਬਾਂ ਵਿੱਚ ਹੀ ਖੁੱਭਾ ਰਹਿੰਦਾ ਸੀ। ਮੁੰਡੇ ਕੋਲ ਵੀ ਆਪਣੀ ਕਿਤਾਬ ਸੀ ਤੇ ਉਹਨੇ ਸਫ਼ਰ ਦੇ ਪਹਿਲੇ ਕੁਝ ਦਿਨਾਂ ਦੌਰਾਨ ਇਹਨੂੰ ਪੜ੍ਹਨ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਉਹਨੇ ਮਹਿਸੂਸ ਕੀਤਾ ਕਿ ਕਿਤਾਬ ਪੜ੍ਹਨ ਦੀ ਥਾਂ ਕਾਫਲੇ ਨੂੰ ਦੇਖਣਾ, ਹਵਾ ਨੂੰ ਸੁਣਨਾ ਵਧੇਰੇ ਦਿਲਚਸਪ ਹੁੰਦਾ ਹੈ। ਜਿਉਂ ਹੀ ਉਹਨੇ ਆਪਣੇ ਊਠ ਨੂੰ ਚੰਗੀ ਤਰ੍ਹਾਂ ਜਾਣਨਾ ਸਿੱਖ ਲਿਆ ਤੇ ਉਸ ਨਾਲ ਚੰਗਾ ਸੰਬੰਧ ਕਾਇਮ ਕਰ ਲਿਆ, ਉਹਨੇ ਕਿਤਾਬ ਵਗਾ ਮਾਰੀ। ਭਾਵੇਂ ਮੁੰਡੇ ਨੂੰ ਇਹ ਭਰਮ ਹੋ ਗਿਆ ਸੀ ਕਿ ਉਹ ਜਦੋਂ ਵੀ ਕਿਤਾਬ ਖੋਲ੍ਹੇਗਾ ਉਦੋਂ ਹੀ ਉਹਨੂੰ ਕੋਈ ਮਹੱਤਵਪੂਰਨ ਗੱਲ ਪਤਾ ਲੱਗੇਗੀ। ਫਿਰ ਵੀ ਉਹਨੇ ਫੈਸਲਾ ਕੀਤਾ ਕਿ ਇਹਨੂੰ ਚੁੱਕੀ ਰੱਖਣਾ ਬੇਲੋੜਾ ਬੋਝ ਹੈ। ਉਹਨੇ ਊਠ ਚਾਲਕ ਨਾਲ ਵੀ ਦੋਸਤੀ ਕਰ ਲਈ, ਜਿਹੜਾ ਉਹਦੇ ਨਾਲ ਹੀ ਸਫ਼ਰ ਕਰ ਰਿਹਾ ਸੀ। ਰਾਤ ਨੂੰ ਜਦੋਂ ਅੱਗ ਦੇ ਦੁਆਲੇ ਬੈਠੇ ਹੁੰਦੇ ਤਾਂ ਮੁੰਡਾ ਊਠ ਵਾਲੇ ਨੂੰ ਆਪਣੇ ਆਜੜੀ ਵੇਲੇ ਦੀਆਂ ਘਟਨਾਵਾਂ ਸੁਣਾਉਂਦਾ। ਇਸ ਤਰ੍ਹਾਂ ਦੀ ਗੱਲਬਾਤ ਦੌਰਾਨ ਇੱਕ ਵਾਰ ਊਠ ਵਾਲੇ ਨੇ ਉਹਨੂੰ ਆਪਣੀ ਜ਼ਿੰਦਗੀ ਬਾਰੇ ਦੱਸਿਆ। ਉਸ ਕਿਹਾ, ਮੈਂ ਅਲ ਕੈਰਮ ਨੇੜੇ ਰਹਿੰਦਾ, ਮੇਰਾ ਆਪਣਾ ਬਾਗ ਹੈ, ਮੇਰੇ ਬੱਚੇ ਹਨ, ਮੇਰੀ ਜ਼ਿੰਦਗੀ ਐਸੀ ਹੈ ਜਿਹੜੀ ਉਦੋਂ ਤੱਕ ਇਵੇਂ ਹੀ ਚੱਲਦੀ ਰਹੇਗੀ ਜਦੋਂ ਤੱਕ ਮੈਂ ਮਰ ਨਹੀਂ ਜਾਂਦਾ। ਇੱਕ ਸਾਲ ਜਦੋਂ ਫਸਲ ਬਹੁਤ ਵਧੀਆ ਹੋਈ, ਅਸੀਂ ਸਾਰੇ ਮੱਕੇ ਗਏ ਤੇ ਮੈਂ ਆਪਣੀ ਜ਼ਿੰਦਗੀ ਦੀ ਇਸ ਇੱਕੋ ਇੱਕ ਅਧੂਰੀ ਇੱਛਾ ਦੇ ਪੂਰੀ ਹੋਣ ਤੇ ਸੰਤੁਸ਼ਟ ਹੋ ਗਿਆ। ਮੈਂ ਹੁਣ ਖੁਸ਼ੀ-ਖੁਸ਼ੀ ਮਰ ਸਕਦਾ ਸਾਂ ਤੇ ਇਸ ਨਾਲ ਮੈਨੂੰ ਬੜਾ ਚੰਗਾ ਮਹਿਸੂਸ ਹੋਇਆ। ਇੱਕ ਦਿਨ ਧਰਤੀ ਕੰਬਣ ਲੱਗੀ ਤੇ ਨੀਲ ਦਰਿਆ ਆਪਣੇ ਕਿਨਾਰਿਆਂ ਨੂੰ ਤੋੜ ਕੇ ਵਹਿ ਪਿਆ। ਮੈਂ ਸੋਚਿਆ ਕਰਦਾ ਸੀ ਕਿ ਅਜਿਹਾ ਹੋਰਾਂ ਨਾਲ ਹੀ ਵਾਪਰ ਸਕਦਾ ਹੈ, ਮੇਰੇ ਨਾਲ ਨਹੀਂ। ਮੇਰੇ ਗੁਆਂਢੀਆਂ ਨੂੰ ਡਰ ਸੀ ਕਿ ਹੜ੍ਹ 'ਚ ਉਹਨਾਂ ਦੇ ਸਾਰੇ ਲੌਂਗ ਦੇ ਦਰਖਤ ਵਹਿ ਜਾਣਗੇ ਤੇ ਮੇਰੀ ਪਤਨੀ ਨੂੰ ਡਰ ਸੀ ਕਿ ਸਾਡੇ ਬੱਚੇ ਰੁੜ ਜਾਣਗੇ। ਮੈਂ ਸੋਚਿਆ ਕਿ ਮੇਰੇ ਕੋਲ ਜੋ ਕੁਝ ਵੀ ਸੀ ਸਾਰਾ ਕੁਝ ਨਸ਼ਟ ਹੋ ਜਾਏਗਾ। ਸਾਰੀ ਧਰਤੀ ਤਬਾਹ ਹੋ ਗਈ ਤੇ ਮੈਨੂੰ ਗੁਜ਼ਾਰਾ ਕਰਨ ਲਈ ਕੋਈ ਹੋਰ ਢੰਗ ਲੱਭਣਾ ਪੈਣਾ ਸੀ। ਇਸੇ ਲਈ ਮੈਂ ਅੱਜ ਕੱਲ੍ਹ ਊਠ ਵਾਲਾ ਕੰਮ ਕਰਦਾ। ਪਰ ਉਸ ਤਬਾਹੀ ਨੇ ਮੈਨੂੰ ਅੱਲਾ ਦੇ ਸ਼ਬਦਾਂ ਨੂੰ ਸਮਝਣਾ ਸਿਖਾਇਆ। ਜੇ ਲੋਕ ਆਪਣੀ ਲੋੜ ਤੇ ਇੱਛਾ ਦੇ ਟੀਚਿਆਂ ਨੂੰ ਹਾਸਲ ਕਰਨ ਦੇ ਸਮਰੱਥ ਹਨ ਤਾਂ ਉਹਨਾਂ ਨੂੰ ਕਿਸੇ ਅਗਿਆਤ ਤੋਂ ਨਹੀਂ ਡਰਨਾ ਚਾਹੀਦਾ। ਅਸੀਂ ਉਸ ਸਭ ਕਾਸੇ ਦੇ ਗੁਆਚਣ ਤੋਂ ਡਰਦੇ ਰਹਿੰਦੇ ਹਾਂ ਜੋ ਕੁਝ ਸਾਡੇ ਕੋਲ ਹੁੰਦਾ ਹੈ, ਚਾਹੇ ਉਹ ਸਾਡੀ ਜ਼ਿੰਦਗੀ ਹੋਵੇ ਜਾਂ ਸਾਡਾ ਮਾਲ ਅਸਬਾਬ ਤੇ ਜਾਇਦਾਦ। ਪਰ ਉਦੋਂ ਇਹ ਡਰ ਉੱਡ ਜਾਂਦਾ ਜਦੋਂ ਅਸੀਂ ਇਹ ਸਮਝ ਜਾਂਦੇ ਹਾਂ ਕਿ ਸਾਡੀ ਜ਼ਿੰਦਗੀ ਦੀਆਂ ਕਹਾਣੀਆਂ ਤੇ ਸੰਸਾਰ ਦਾ ਇਤਿਹਾਸ ਇੱਕੋ ਹੱਥ ਨਾਲ ਲਿਖਿਆ ਗਿਆ ਹੈ। ਕਦੇ-ਕਦੇ ਉਹਨਾਂ ਦੇ ਕਾਫਲੇ ਨੂੰ ਕੋਈ ਹੋਰ ਕਾਫਲਾ ਵੀ ਮਿਲ ਪੈਂਦਾ। ਹਰੇਕ ਕਾਫਲੇ ਕੋਲ ਕੋਈ ਨਾ ਕੋਈ ਐਸੀ ਚੀਜ਼ ਹੁੰਦੀ ਸੀ ਜਿਹੜੀ ਇੱਕ ਦੂਜੇ ਨੂੰ ਚਾਹੀਦੀ ਹੁੰਦੀ ਸੀ। ਜਿਵੇਂ ਸੱਚਮੁੱਚ ਹੀ ਹਰ ਇੱਕ
ਹਰ ਚੀਜ਼ ਇੱਕੋ ਹੱਥ ਨਾਲ ਲਿਖੀ ਗਈ ਹੋਵੇ। ਅੱਗ ਦੇ ਦੁਆਲੇ ਬੈਠਿਆਂ ਊਠ ਵਾਲੇ ਨੇ ਉਹਨੂੰ ਰੇਤ ਦੇ ਝੱਖੜਾਂ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਦੀ ਨਾਲ ਮਾਰੂਥਲ ਬਾਰੇ ਕਹਾਣੀਆਂ ਸੁਣਾਈਆਂ। ਕਦੇ ਕਦੇ ਭੇਦਪੂਰਨ ਕਿਸਮ ਦੇ ਤੇ ਨਕਾਬਾਂ ਵਾਲੇ ਬੰਦੇ ਵੀ ਮਿਲ ਜਾਂਦੇ। ਉਹ ਸੈਨਿਕ ਸਨ ਜਿਹੜੇ ਕਾਫਲੇ ਦੇ ਰਸਤੇ ਦੀ ਨਿਗਰਾਨੀ ਕਰ ਰਹੇ ਸਨ। ਉਹ ਕਾਫਲਿਆਂ ਨੂੰ ਚੋਰਾਂ ਬਾਰੇ ਤੇ ਖੂੰਖਾਰ ਕਬਲਿਆਂ ਬਾਰੇ ਜਾਣਕਾਰੀ ਦਿੰਦੇ। ਉਹਨਾਂ ਦੇ ਐਸੇ ਕਾਲੇ ਕੱਪੜੇ ਪਾਏ ਹੁੰਦੇ ਜਿਨ੍ਹਾਂ ਚੋਂ ਸਿਰਫ ਉਹਨਾਂ ਦੀਆਂ ਅੱਖਾਂ ਹੀ ਦਿਖਾਈ ਦਿੰਦੀਆਂ ਤੇ ਚੁੱਪ ਚੁਪੀਤੇ ਆਉਂਦੇ ਤੇ ਚੁੱਪ ਚੁਪੀਤੇ ਚਲੇ ਜਾਂਦੇ। ਇੱਕ ਰਾਤ ਨੂੰ ਇੱਕ ਊਠ ਵਾਲਾ ਅੱਗ ਦੁਆਲੇ ਬੈਠੇ ਅੰਗਰੇਜ਼ ਦੇ ਮੁੰਡੇ ਕੋਲ ਆਇਆ ਤੇ ਕਹਿਣ ਲੱਗਾ, ਕਬੀਲਿਆਂ ਵਿਚਾਲੇ ਲੜਾਈ ਦੀਆਂ ਅਫਵਾਹਾਂ ਹਨ। ਤਿੰਨੋਂ ਜਣੇ ਚੁੱਪ ਹੋ ਗਏ। ਮੁੰਡੇ ਨੇ ਮਹਿਸੂਸ ਕੀਤਾ ਕਿ ਭਾਵੇਂ ਕੋਈ ਵੀ ਕੁਝ ਨਹੀਂ ਸੀ ਬੋਲ ਰਿਹਾ, ਫਿਰ ਵੀ ਹਵਾ 'ਚ ਖੌਫ ਮੌਜੂਦ ਸੀ। ਇੱਕ ਵਾਰ ਫਿਰ ਉਹਨੇ ਸ਼ਬਦਾਂ ਦੀ ਵਰਤੋਂ ਤੋਂ ਰਹਿਤ ਭਾਸ਼ਾ ਦਾ ਅਨੁਭਵ ਕੀਤਾ ਗਿਆ ਸੀ, ਜਿਹੜੀ ਕਿ ਸਰਵ ਵਿਆਪੀ ਭਾਸ਼ਾ ਸੀ। ਅੰਗਰੇਜ਼ ਨੇ ਪੁੱਛਿਆ ਕਿ ਕੀ ਉਹਨਾਂ ਨੂੰ ਖਤਰਾ ਤਾਂ ਨਹੀਂ? ਊਠ ਵਾਲੇ ਨੇ ਕਿਹਾ, ਜਦੋਂ ਤੁਸੀਂ ਇੱਕ ਵਾਰ ਮਾਰੂਥਲ 'ਚ ਦਾਖਲ ਹੋ ਜਾਓ ਤਾਂ ਵਾਪਸ ਨਹੀਂ ਪਰਤਿਆ ਜਾ ਸਕਦਾ, ਤੇ ਜੇ ਤੁਸੀਂ ਵਾਪਸ ਹੀ ਨਹੀਂ ਜਾ ਸਕਦੇ ਤਾਂ ਤੁਹਾਨੂੰ ਸਿਰਫ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ ਕਿ ਅੱਗੇ ਵੱਲ ਨੂੰ ਵਧਣ ਦਾ ਸਭ ਤੋਂ ਵਧੀਆ ਢੰਗ ਕਿਹੜਾ ਹੈ। ਬਾਕੀ ਸਭ ਕੁਝ ਅੱਲਾ ਦੇ ਹੱਥ ਹੈ, ਖਤਰਾ ਵੀ। ਤੇ ਉਹਨੇ ਆਪਣੀ ਇਹ ਗੱਲ ਕਹਿਣ ਤੋਂ ਬਾਅਦ ਭੇਦਪੂਰਨ ਸ਼ਬਦ ਬੋਲਿਆ, ਮਕਤੂਬ। ਊਠ ਵਾਲੇ ਦੇ ਜਾਣ ਤੋਂ ਬਾਅਦ ਮੁੰਡੇ ਨੇ ਅੰਗਰੇਜ਼ ਨੂੰ ਕਿਹਾ, ਤੈਨੂੰ ਕਾਫਲੇ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਅਸੀਂ ਭਾਵੇਂ ਬਹੁਤ ਵਾਰੀ ਲਾਂਭੇ ਚਾਂਭੇ ਜਾਂਦੇ ਹਾਂ, ਪਰ ਅਸੀਂ ਹਮੇਸ਼ਾ ਇੱਕੋ ਹੀ ਦਿਸ਼ਾ ਵੱਲ ਸੇਧਤ ਹੁੰਦੇ ਹਾਂ। ਅੰਗਰੇਜ਼ ਨੇ ਜਵਾਬ ਦਿੱਤਾ, ਤੈਨੂੰ ਸੰਸਾਰ ਬਾਰੇ ਵਧੇਰੇ ਪੜ੍ਹਨਾ ਚਾਹੀਦਾ ਹੈ। ਇਸ ਮਾਮਲੇ 'ਚ ਕਿਤਾਬਾਂ ਵੀ ਕਾਫਲਿਆਂ ਵਰਗੀਆਂ ਹੀ ਹੁੰਦੀਆਂ ਹਨ। ਲੋਕਾਂ ਤੇ ਜਾਨਵਰਾਂ ਦਾ ਇਹ ਵਿਸ਼ਾਲ ਸਮੂਹ ਤੇਜ਼ੀ ਨਾਲ ਸਫ਼ਰ ਕਰਨ ਲੱਗਾ। ਦਿਨ ਵੇਲੇ ਆਮ ਤੌਰ ਤੇ ਲੋਕ ਚੁੱਪ ਰਹਿੰਦੇ ਸਨ, ਜਦੋਂ ਕਿ ਰਾਤ ਵੇਲੇ ਮੁਸਾਫਰ ਅੱਗ ਦੁਆਲੇ ਬੈਠੇ ਗੱਲਾਂ ਕਰਿਆ ਕਰਦੇ ਸਨ। ਪਰ ਹੁਣ ਤਾਂ ਰਾਤਾਂ ਵਿੱਚ ਵੀ ਚੁੱਪ ਛਾ ਗਈ ਸੀ। ਆਖਰਕਾਰ ਇੱਕ ਦਿਨ ਕਾਫਲੇ ਦੇ ਆਗੂ ਨੇ ਫੈਸਲਾ ਸੁਣਾਇਆ ਕਿ ਅੱਗਾਂ ਨਹੀਂ ਬਾਲੀਆਂ ਜਾਣਗੀਆਂ ਤਾਂ ਕਿ ਬਾਹਰਲਾ ਕੋਈ ਬੰਦਾ ਕਾਫਲੇ ਨੂੰ ਦੇਖ ਨਾ ਸਕੇ। ਮੁਸਾਫਰਾਂ ਨੇ ਰਾਤ ਨੂੰ ਜਾਨਵਰ ਇੱਕ ਗੋਲ ਦਾਇਰੇ 'ਚ ਖੜਾਉਣੇ ਸ਼ੁਰੂ ਕਰ ਦਿੱਤੇ ਤੇ ਆਪ ਇਸ ਦਾਇਰੇ ਦੇ ਵਿੱਚ ਇਕੱਠੇ ਹੋ ਕੇ ਸੌਣ ਲੱਗ ਪਏ ਤਾਂ ਕਿ ਰਾਤ ਨੂੰ ਹੋਣ ਵਾਲੀ ਠੰਡ ਤੋਂ ਬਚ ਸਕਣ। ਨਾਲ ਦੀ ਨਾਲ ਆਗੂ ਨੇ ਪੜਾਅ ਦੇ ਆਲੇ ਦੁਆਲੇ ਹਥਿਆਰਬੰਦ ਸੰਤਰੀ ਵੀ ਲਾ ਦਿੱਤੇ। ਇੱਕ ਰਾਤ ਅੰਗਰੇਜ਼ ਨੂੰ ਨੀਂਦ ਨਹੀਂ ਸੀ ਆ ਰਹੀ। ਉਹਨੇ ਮੁੰਡੇ ਨੂੰ ਬੁਲਾਇਆ ਤੇ ਉਹਨੂੰ ਨਾਲ ਲੈ ਕੇ ਪੜਾਅ ਦੇ ਆਲੇ ਦੁਆਲੇ ਦੇ ਰੇਤ ਦੇ ਟਿੱਬਿਆਂ ਵੱਲ ਨੂੰ ਸੈਰ ਤੇ ਲੈ ਗਿਆ। ਪੂਰਨਮਾਸ਼ੀ ਦੀ ਰਾਤ ਸੀ ਤੇ ਮੁੰਡੇ ਨੇ ਅੰਗਰੇਜ਼ ਨੂੰ ਆਪਣੀ ਜੀਵਨ ਦੀ ਕਹਾਣੀ ਦੱਸੀ। ਅੰਗਰੇਜ਼ ਮੁੰਡੇ ਵੱਲੋਂ ਸ਼ੀਸ਼ੇ ਦੇ ਸਮਾਨ ਦੀ ਦੁਕਾਨ 'ਚ ਕੰਮ ਕਰਨ ਤੋਂ ਬਾਅਦ ਕੀਤੀ ਤਰੱਕੀ ਦੇ ਖਾਸ ਤੌਰ ਤੇ ਖੁਸ਼ ਸੀ। ਇਹੀ ਉਹ ਅਸੂਲ ਹੈ ਜਿੱਤੇ ਸਾਰੀਆਂ ਚੀਜ਼ਾਂ ਨਿਰਭਰ ਕਰਦੀਆਂ। ਧਾਤ ਸਾਜ਼ੀ 'ਚ ਇਹਨੂੰ ਸੰਸਾਰ ਦੀ ਆਤਮਾ ਕਹਿੰਦੇ ਹੈ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਆਪਣੇ ਦਿਲੋਂ ਚਾਹੁੰਦੇ ਹੋ ਤਾਂ ਉਦੋਂ ਹੀ ਤੁਸੀਂ ਸੰਸਾਰ ਦੀ ਆਤਮਾ ਪਰਮਾਤਮਾ ਦੇ ਸਭ ਤੋਂ ਨੇੜੇ ਹੁੰਦੇ ਹੋ। ਇਹ ਹਮੇਸ਼ਾ ਇੱਕ ਹਾਨਦਰੂ ਸ਼ਕਤੀ ਹੁੰਦੀ ਹੈ। ਉਹਨੇ ਇਹ ਵੀ ਕਿਹਾ ਕਿ ਅਜਿਹਾ ਸਿਰਫ ਮਨੁੱਖਾਂ ਵਿੱਚ ਹੀ ਨਹੀਂ ਹੁੰਦਾ, ਸਗੋਂ ਧਰਤੀ ਉਤਲੀ ਹਰੇਕ ਚੀਜ਼ ਵਿੱਚ ਵੀ ਕੋਈ ਆਤਮਾ ਹੁੰਦੀ ਹੈ, ਚਾਹੇ ਉਹ ਕੋਈ ਪਦਾਰਥ ਹੋਵੇ, ਸਬਜ਼ੀ ਹੋਵੇ, ਜਾਨਵਰ ਹੋਵੇ, ਇੱਥੋਂ ਤੱਕ ਇੱਕ ਸਧਾਰਨ ਸੋਚ ਵੀ। ਧਰਤੀ ਉਤਲੀ ਹਰ ਚੀਜ਼ ਲਗਾਤਾਰ ਇੱਕ ਦੂਜੀ 'ਚ ਤਬਦੀਲ ਹੋ ਰਹੀ ਹੈ ਕਿਉਂਕਿ ਧਰਤੀ ਜਿਉਂਦੀ ਹੈ। ਇਹਦੀ ਆਤਮਾ ਹੈ, ਅਸੀਂ ਇਸੇ ਆਤਮਾ ਦਾ ਹਿੱਸਾ। ਇਸੇ ਲਈ ਅਸੀਂ ਕਦੇ ਵੀ ਇਹ ਸਮਝ ਨਹੀਂ ਸਕਦੇ ਕਿ ਆਤਮਾ ਸਾਡੇ ਲਈ ਕੰਮ ਕਰ ਰਹੀ ਹੈ। ਪਰ ਸ਼ੀਸ਼ੇ ਦੀ ਦੁਕਾਨ 'ਚ ਤੂੰ ਸ਼ਾਇਦ ਇਹ ਮਹਿਸੂਸ ਕੀਤਾ ਹੋਵੇਗਾ ਕਿ ਸ਼ੀਸ਼ਾ ਵੀ ਤੇਰੀ ਸਫਲਤਾ 'ਚ ਯੋਗਦਾਨ ਪਾ ਰਿਹਾ ਸੀ। ਮੁੰਡਾ ਚੰਦਰਮਾ ਵੱਲ ਤੇ ਚਾਨਣੀ 'ਚ ਚਮਕ ਰਹੀ ਰੇਤ ਵੱਲ ਦੇਖਦਾ ਹੋਇਆ ਇਸ ਬਾਰੇ ਕੁਝ ਦੇਰ ਸੋਚਦਾ ਰਿਹਾ। ਫਿਰ ਉਹ ਕਹਿਣ ਲੱਗਾ, ਮੈਂ ਕਾਫਲੇ ਨੂੰ ਮਾਰੂਥਲ 'ਚੋਂ ਲੰਘਦੇ ਨੂੰ ਦੇਖਦਾ ਰਿਹਾ। ਕਾਫਲਾ ਤੇ ਮਾਰੂਥਲ ਇੱਕੋ ਹੀ ਭਾਸ਼ਾ ਬੋਲਦੇ ਹੈ। ਇਹੀ ਕਾਰਨ ਹੈ ਕਿ ਮਾਰੂਥਲ ਕਾਫਲੇ ਨੂੰ ਲੰਘਣ ਦਿੰਦਾ ਹੈ। ਇਹ ਕਾਫਲੇ ਦਾ ਹਰ ਕਦਮ ਤੇ ਇਮਤਿਹਾਨ ਲੈਂਦਾ ਹੈ, ਦੇਖਦਾ ਹੈ ਕਿ ਇਹ ਸਮੇਂ ਸਿਰ ਚੱਲ ਰਿਹਾ ਹੈ ਕਿ ਨਹੀਂ, ਤੇ ਜੇ ਇਹ ਸਮੇਂ ਸਿਰ ਚੱਲ ਰਿਹਾ ਹੋਵੇ ਤਾਂ ਅਸੀਂ ਜ਼ਰੂਰ ਹੀ ਨਖਲੇ ਸਥਾਨ ਪਹੁੰਚ ਜਾਵਾਂਗੇ। ਜੇ ਸਾਡੇ ਵਿੱਚੋਂ ਕੋਈ ਜਣਾ ਸਿਰਫ ਆਪਣੇ ਨਿੱਜੀ ਹੌਸਲੇ ਦੇ ਸਿਰ ਤੇ ਪਰ ਇਸ ਭਾਸ਼ਾ ਨੂੰ ਸਮਝੇ ਬਿਨਾਂ ਕਾਫਲੇ 'ਚ ਸ਼ਾਮਲ ਹੋਇਆ ਹੁੰਦਾ ਤਾਂ ਸਫ਼ਰ ਹੋਣ ਨਾਲੋਂ ਕਿਤੇ ਜ਼ਿਆਦਾ ਮੁਸ਼ਕਿਲ ਹੁੰਦਾ। ਉਹ ਚੰਦਰਮਾ ਵੱਲ ਦੇਖਦੇ ਉੱਥੇ ਖੜੇ ਰਹੇ। ਮੁੰਡੇ ਨੇ ਕਿਹਾ, ਇਹੀ ਨਿਸ਼ਾਨੀਆਂ ਦਾ ਜਾਦੂ ਹੈ। ਮੈਂ ਦੇਖਿਆ ਕਿ ਸਾਡੇ ਗਾਡੀ ਰਾਹ ਕਿਵੇਂ ਮਾਰੂਥਲ ਦੀਆਂ ਨਿਸ਼ਾਨੀਆਂ ਪੜ੍ਹਦੇ ਹਨ ਤੇ ਕਿਵੇਂ ਕਾਫਲੇ ਦੀ ਆਤਮਾ ਮਾਰੂਥਲ ਦੀ ਆਤਮਾ ਨਾਲ ਗੱਲਾਂ ਕਰਦੀ ਹੈ। ਅੰਗਰੇਜ਼ ਕਹਿਣ ਲੱਗਾ, ਮੈਨੂੰ ਕਾਫਲੇ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਮੁੰਡੇ ਨੇ ਕਿਹਾ, ਤੇ ਮੈਨੂੰ ਕਿਤਾਬਾਂ ਵਧੇਰੇ ਪੜ੍ਹਨੀਆਂ ਚਾਹੀਦੀਆਂ। ਧੰਨਵਾਦ। ਅੰਗ 9। ਇਹ ਕਿਤਾਬਾਂ ਬੜੀਆਂ ਅਜੀਬ ਹਨ।
ਇਹਨਾਂ 'ਚ ਪਾਰੇ, ਲੂਣ, ਦੈਂਤ, ਬਾਦਸ਼ਾਹ ਆਦਿ ਦੀਆਂ ਗੱਲਾਂ ਕੀਤੀਆਂ ਗਈਆਂ ਸਨ ਤੇ ਉਹ ਇਹਨਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਸੀ ਸਮਝਦਾ। ਪਰ ਸਾਰੀਆਂ ਕਿਤਾਬਾਂ 'ਚ ਇੱਕ ਗੱਲ ਜ਼ਰੂਰ ਬਾਰ-ਬਾਰ ਦੁਹਰਾਈ ਜਾਂਦੀ ਮਹਿਸੂਸ ਹੁੰਦੀ ਸੀ, ਸਾਰੀਆਂ ਹਰੇਕ ਚੀਜ਼ਾਂ ਸਿਰਫ ਇੱਕੋ ਹੀ ਚੀਜ਼ ਨੂੰ ਪ੍ਰਗਟਾਉਂਦੀਆਂ ਹਨ। ਕਿਤਾਬਾਂ ਪੜ੍ਹਦੇ ਹੋਏ ਉਹਨੇ ਜਾਣਿਆ ਕਿ ਧਾਤਸਾਜ਼ੀ ਬਾਰੇ ਸਭ ਤੋਂ ਮਹੱਤਵਪੂਰਨ ਗੱਲ ਸਿਰਫ ਕੁਝ ਸਤਰਾਂ ਵਿੱਚ ਹੀ ਲਿਖੀ ਹੋਈ ਹੈ। ਇਹ ਸਤਰਾਂ ਕਿਸੇ ਪੰਨੇ ਦੀ ਸਤ੍ਹਾ ਤੇ ਲਿਖੀਆਂ ਹੋਈਆਂ ਹਨ। ਇਹ ਇੱਕ ਪੰਨੇ ਦੀ ਟੁਕੜੀ ਹੈ। ਅੰਗਰੇਜ਼ ਨੇ ਗੱਲ ਕਹੀ ਤੇ ਉਹਨੇ ਮਾਣ ਮਹਿਸੂਸ ਕੀਤਾ ਕਿ ਉਹ ਵੀ ਮੁੰਡੇ ਨੂੰ ਕੁਝ ਸਿਖਾ ਸਕੇਗਾ। ਮੁੰਡੇ ਨੇ ਪੁੱਛਿਆ, ਤਾਂ ਫਿਰ ਸਾਨੂੰ ਇਹ ਸਾਰੀਆਂ ਕਿਤਾਬਾਂ ਪੜ੍ਹਨ ਦੀ ਕੀ ਲੋੜ ਹੈ ਤਾਂ ਕਿ ਅਸੀਂ ਇਹ ਕੁਝ ਕੁ ਸਤਰਾਂ ਸਮਝ ਸਕੀਏ। ਅੰਗਰੇਜ਼ ਨੇ ਜਵਾਬ ਤਾਂ ਖੁਦ ਦਿੱਤਾ, ਪਰ ਮਹਿਸੂਸ ਹੁੰਦਾ ਸੀ ਕਿ ਜੋ ਕੁਝ ਉਹਨੇ ਕਿਹਾ ਸੀ ਉਸ ਵਿੱਚ ਖੁਦ ਉਹਨੂੰ ਹੀ ਯਕੀਨ ਨਹੀਂ ਸੀ। ਜਿਹੜੀ ਕਿਤਾਬ ਮੁੰਡੇ ਨੂੰ ਸਭ ਤੋਂ ਵੱਧ ਦਿਲਚਸਪ ਲੱਗੀ ਉਸ ਵਿੱਚ ਮਸ਼ਹੂਰ ਧਾਤਸਾਜ਼ਾਂ ਦੀਆਂ ਕਹਾਣੀਆਂ ਦਰਜ ਸਨ। ਇਹਨਾਂ ਲੋਕਾਂ ਨੇ ਆਪਣੀਆਂ ਸਾਰੀਆਂ ਜ਼ਿੰਦਗੀਆਂ ਹੀ ਆਪੋ ਆਪਣੀਆਂ ਪ੍ਰਯੋਗਸ਼ਾਲਾਵਾਂ ਵਿੱਚ ਧਾਤਾਂ ਨੂੰ ਸ਼ੁੱਧ ਕਰਨ 'ਚ ਬਿਤਾ ਦਿੱਤੀਆਂ। ਉਹਨਾਂ ਦਾ ਵਿਸ਼ਵਾਸ ਸੀ ਕਿ ਜੇ ਕਿਸੇ ਧਾਤ ਨੂੰ ਕਈ ਸਾਲਾਂ ਤੱਕ ਗਰਮ ਕੀਤਾ ਜਾਏ, ਇਸ ਵਿੱਚੋਂ ਇਹਦੇ ਸਾਰੇ ਦੋਸ਼ ਨਿਕਲ ਜਾਣਗੇ ਤੇ ਬਾਕੀ ਸਿਰਫ ਸੰਸਾਰ ਦੀ ਸ਼ੁੱਧ ਆਤਮਾ ਹੀ ਬਚੇਗੀ। ਇਸ ਰਾਹੀਂ ਉਹ ਧਰਤੀ ਉਤਲੀ ਹਰ ਚੀਜ਼ ਨੂੰ ਸਮਝ ਸਕਣਗੇ, ਕਿਉਂਕਿ ਇਹੀ ਉਹ ਭਾਸ਼ਾ ਸੀ ਜਿਸ ਵਿੱਚ ਸਭ ਚੀਜ਼ਾਂ ਗੱਲਾਂ ਕਰਦੀਆਂ ਹਨ। ਉਹ ਇਸ ਖੋਜ ਨੂੰ ਸਰਵੋਤਮ ਖੋਜ ਕਹਿੰਦੇ ਹਨ, ਜਿਹੜੀ ਕਿ ਕੁਝ ਕੁ ਤਰਲ ਸੀ ਤੇ ਕੁਝ ਠੋਸ। ਮੁੰਡੇ ਨੇ ਪੁੱਛਿਆ, ਭਾਸ਼ਾ ਨੂੰ ਸਮਝਣ ਲਈ ਕੀ ਬੰਦਿਆਂ ਤੇ ਨਿਸ਼ਾਨੀਆਂ ਵੱਲ ਨੂੰ ਧਿਆਨ ਦੇਣਾ ਜ਼ਰੂਰੀ ਨਹੀਂ? ਅੰਗਰੇਜ਼ ਨੇ ਖਿੱਝ ਕੇ ਜਵਾਬ ਦਿੱਤਾ, ਤੈਨੂੰ ਹਰ ਗੱਲ ਸੁਖਾਲੀ ਕਰਨ ਦੀ ਆਦਤ ਹੈ। ਧਾਤਸਾਜ਼ੀ ਬੜਾ ਗੰਭੀਰ ਮਸਲਾ ਹੈ। ਹਰ ਕਦਮ ਐਨ ਉਸੇ ਤਰ੍ਹਾਂ ਹੀ ਚੁੱਕਣਾ ਪੈਂਦਾ ਜਿਵੇਂ ਉਸਤਾਦ ਧਾਤਸਾਜ਼ਾਂ ਨੇ ਚੁੱਕਿਆ ਸੀ। ਮੁੰਡੇ ਨੂੰ ਪਤਾ ਲੱਗ ਗਿਆ ਕਿ ਇਸ ਸਿਖਰ ਦੀ ਖੋਜ ਦੇ ਤਰਲ ਹਿੱਸੇ ਨੂੰ ਜੀਵਨ ਅੰਮ੍ਰਿਤ ਕਿਹਾ ਜਾਂਦਾ ਸੀ। ਇਸ ਨਾਲ ਸਾਰੀਆਂ ਬਿਮਾਰੀਆਂ ਦਾ ਇਲਾਜ ਹੋ ਜਾਂਦਾ ਸੀ। ਇਸ ਨਾਲ ਧਾਤਸਾਜ਼ ਬੁੱਢਾ ਵੀ ਨਹੀਂ ਸੀ ਹੁੰਦਾ। ਦੂਜੇ ਪਾਸੇ ਠੋਸ ਭਾਗ ਨੂੰ ਪਾਰਸਮਣੀ ਕਿਹਾ ਜਾਂਦਾ ਸੀ। ਅੰਗਰੇਜ਼ ਕਹਿਣ ਲੱਗਾ, ਪਾਰਸਮਣੀ ਨੂੰ ਲੱਭਣਾ ਸੌਖਾ ਨਹੀਂ। ਧਾਤਸਾਜ਼ਾਂ ਨੂੰ ਆਪੋ ਆਪਣੀਆਂ ਪ੍ਰਯੋਗਸ਼ਾਲਾਵਾਂ 'ਚ ਕਈ ਸਾਲ ਬਿਤਾਏ ਤੇ ਧਾਤਾਂ ਨੂੰ ਸ਼ੁੱਧ ਕਰਨ ਵਾਲੀ ਅੱਗ ਦੀ ਨਿਗਰਾਨੀ ਕਰਦੇ ਰਹੇ। ਉਹਨਾਂ ਅੱਗ ਦੇ ਨੇੜੇ ਬਹਿ ਕੇ ਇੰਨਾ ਸਮਾਂ ਬਿਤਾਇਆ, ਹੌਲੀ ਹੌਲੀ ਉਹਨਾਂ ਸੰਸਾਰ 'ਚ ਪਾਏ ਜਾਂਦੇ ਹੰਕਾਰ ਤਿਆਗ ਦਿੱਤੇ। ਉਹਨਾਂ ਮਹਿਸੂਸ ਕੀਤਾ ਕਿ ਧਾਤਾਂ ਦੀ ਸ਼ੁੱਧਤਾ ਕਰਦੇ ਕਰਦੇ ਉਹਨਾਂ ਦੇ ਆਪਣੇ ਅੰਦਰ ਸ਼ੁੱਧ ਹੋ ਗਏ ਸਨ। ਮੁੰਡੇ ਨੇ ਸ਼ੀਸ਼ੇ ਦੇ ਸਮਾਨ ਦੇ ਵਪਾਰੀ ਬਾਰੇ ਸੋਚਿਆ। ਉਹਨੇ ਕਿਹਾ ਸੀ ਕਿ ਮੁੰਡੇ ਵੱਲੋਂ ਸ਼ੀਸ਼ੇ ਦਾ ਸਮਾਨ ਪੂੰਝਣਾ ਚੰਗੀ ਗੱਲ ਹੈ, ਕਿਉਂਕਿ ਇਸ ਨਾਲ ਉਹਦੇ ਅੰਦਰੋਂ ਨਾਪੱਖੀ ਵਿਚਾਰਾਂ ਖਤਮ ਹੋ ਜਾਣਗੀਆਂ। ਮੁੰਡਾ ਦਿਨੋਂ ਦਿਨ ਇਹ ਮਹਿਸੂਸ ਕਰਦਾ ਜਾ ਰਿਹਾ ਸੀ ਕਿ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਧਾਤਸਾਜ਼ੀ ਸਿੱਖੀ ਜਾ ਸਕਦੀ ਹੈ। ਅੰਗਰੇਜ਼ ਨੇ ਕਿਹਾ, ਨਾਲ ਦੀ ਨਾਲ ਪਾਰਸਮਣੀ 'ਚ ਇੱਕ ਬੜੀ ਵੱਡੀ ਤਾਕਤ ਵੀ ਹੈ। ਇਸ ਪੱਥਰ ਦਾ ਇੱਕ ਛੋਟਾ ਜਿਹਾ ਟੁਕੜਾ ਵੀ ਧਾਤ ਦੇ ਇੱਕ ਵੱਡੇ ਟੁਕੜੇ ਨੂੰ ਸੋਨੇ 'ਚ ਬਦਲ ਸਕਦਾ ਹੈ। ਇਹ ਸੁਣਨ ਤੋਂ ਬਾਅਦ ਮੁੰਡੇ ਦੀ ਧਾਤਸਾਜ਼ੀ 'ਚ ਦਿਲਚਸਪੀ ਹੋਰ ਵੀ ਵੱਧ ਗਈ। ਉਹਨੇ ਸੋਚਿਆ ਕਿ ਜੇ ਉਹਨੇ ਕੁਝ ਸਬਰ ਰੱਖਿਆ ਤਾਂ ਉਹ ਹਰੇਕ ਚੀਜ਼ ਨੂੰ ਹੀ ਸੋਨੇ 'ਚ ਬਦਲਣ ਸਕਣ ਦੇ ਯੋਗ ਹੋ ਸਕੇਗਾ। ਉਹਨੇ ਉਹਨਾਂ ਕਈ ਲੋਕਾਂ ਦੀਆਂ ਜੀਵਨੀਆਂ ਪੜ੍ਹੀਆਂ ਜਿਹੜੇ ਅਜਿਹਾ ਕਰਨ 'ਚ ਸਫਲ ਹੋਏ ਸਨ, ਜਿਵੇਂ ਕਿ ਹਲਵੀਟੀਅਸ, ਇਲਿਆਸ, ਫੁਲਕਾਨੇਲੀ ਤੇ ਗੀਬਰ। ਇਹ ਕਹਾਣੀਆਂ ਸੱਚਮੁੱਚ ਹੀ ਬਹੁਤ ਦਿਲਚਸਪ ਸਨ। ਇਹਨਾਂ ਸਭ ਨੇ ਅੰਤ ਤੱਕ ਆਪੋ ਆਪਣੀ ਹੋਣੀ ਨੂੰ ਜੀਵਿਆ ਸੀ। ਉਹਨਾਂ ਯਾਤਰਾ ਕੀਤੀ, ਸਿਆਣੇ ਲੋਕਾਂ ਨਾਲ ਗੱਲਾਂ ਕੀਤੀਆਂ, ਅਣਜਾਣ ਲੋਕਾਂ ਲਈ ਕਰਾਮਾਤਾਂ ਕੀਤੀਆਂ ਤੇ ਉਹਨਾਂ ਕੋਲ ਪਾਰਸਮਣੀਆਂ ਤੇ ਜੀਵਨ ਅੰਮ੍ਰਿਤ ਵੀ ਸਨ। ਪਰ ਜਦੋਂ ਮੁੰਡੇ ਨੇ ਜਾਣਨਾ ਚਾਹਿਆ ਕਿ ਇਸ ਸਿਖਰ ਤੱਕ ਕਿਵੇਂ ਪਹੁੰਚਿਆ ਜਾਏ ਤਾਂ ਉਹਨੂੰ ਭੋਰਾ ਸਮਝ ਨਾ ਆਈ। ਇਸ ਮਾਮਲੇ 'ਚ ਤਾਂ ਸਿਰਫ ਖਾਕੇ ਕੋਡ ਵਿੱਚ ਲਿਖੀਆਂ ਹਦਾਇਤਾਂ ਤੇ ਅਸਪਸ਼ਟ ਲਿਖਤਾਂ ਸਨ। ਅੰਗ 10ਵਾਂ। ਇਹਨਾਂ ਲੋਕਾਂ ਨੇ ਸਾਰਾ ਮਾਮਲਾ ਇੰਨਾ ਗੁੰਝਲਦਾਰ ਕਿਉਂ ਬਣਾ ਦਿੱਤਾ ਹੈ? ਉਹਨੇ ਇੱਕ ਰਾਤ ਅੰਗਰੇਜ਼ ਕੋਲੋਂ ਪੁੱਛਿਆ ਤੇ ਮੁੰਡੇ ਨੇ ਮਹਿਸੂਸ ਕੀਤਾ ਕਿ ਅੰਗਰੇਜ਼ ਅੱਜ ਕੱਲ੍ਹ ਖਿਝਿਆ ਰਹਿਣ ਲੱਗ ਪਿਆ ਸੀ ਤੇ ਕਿਤਾਬਾਂ ਨਾ ਪੜ੍ਹਨ ਕਾਰਨ ਦੁਖੀ ਸੀ। ਉਸ ਜਵਾਬ ਦਿੱਤਾ, ਤਾਂ ਕਿ ਜਿਨ੍ਹਾਂ ਲੋਕਾਂ ਸਿਰ ਇਹਨਾਂ ਨੂੰ ਸਮਝਣ ਦੀ ਜ਼ਿੰਮੇਵਾਰੀ ਉਹ ਸਮਝ ਸਕਣ। ਸੋਚ ਕਿ ਜੇਕਰ ਹਰ ਕੋਈ ਧਾਤ ਨੂੰ ਸੋਨੇ 'ਚ ਬਦਲਣ ਲੱਗ ਪਵੇ ਤਾਂ ਸੋਨੇ ਦੀ ਕੀਮਤ ਕੀ ਰਹੇਗੀ? ਸਿਰਫ ਉਹੀ ਲੋਕ ਜਿਹੜੇ ਲਗਾਤਾਰ ਯਤਨ ਕਰਦੇ ਹਨ ਤੇ ਜਿਹੜੇ ਡੂੰਘਾ ਅਧਿਐਨ ਕਰਦੇ ਹਨ ਇਹ ਪ੍ਰਾਪਤੀ ਕਰ ਸਕਦੇ ਹਨ। ਇਸੇ ਕਾਰਨ ਹੀ ਤਾਂ ਮੈਂ ਇੱਥੇ ਮਾਰੂਥਲ ਦੇ ਵਿਚਕਾਰ ਆਇਆ। ਮੈਂ ਇੱਕ ਸੱਚੇ ਧਾਤਸਾਜ਼ ਦੀ ਖੋਜ ਕਰ ਰਿਹਾ, ਜਿਹੜਾ ਮੈਨੂੰ ਇਹਨਾਂ ਕਿਤਾਬਾਂ ਦੀ ਸਮਝਣ 'ਚ ਮਦਦ ਕਰੇਗਾ। ਮੁੰਡੇ ਨੇ ਪੁੱਛਿਆ, ਇਹ ਕਿਤਾਬਾਂ ਕਦੋਂ ਲਿਖੀਆਂ ਗਈਆਂ? ਕਈ ਸਦੀਆਂ ਪਹਿਲਾਂ। ਮੁੰਡੇ ਨੇ ਦਲੀਲ ਦਿੱਤੀ, ਉਹਨਾਂ ਦਿਨਾਂ ਵਿੱਚ ਤਾਂ ਛਪਾਈ ਦੀ ਮਸ਼ੀਨ ਨਹੀਂ ਸੀ ਹੁੰਦੀ। ਹਰ ਕੋਈ ਧਾਤਸਾਜ਼ੀ ਬਾਰੇ ਜਾਣ ਵੀ ਨਹੀਂ ਸੀ ਸਕਦਾ, ਤਾਂ ਫਿਰ ਉਹਨਾਂ ਨੂੰ ਇਸ ਤਰ੍ਹਾਂ ਦੀ ਅਜੀਬ ਭਾਸ਼ਾ ਤੇ ਇੰਨੇ ਸਾਰੇ ਖਾਕੇ ਕਿਉਂ ਦਰਜ ਕੀਤੇ?
ਅੰਗਰੇਜ਼ ਨੇ ਇਸ ਸਵਾਲ ਦਾ ਜਵਾਬ ਸਿੱਧਾ ਨਾ ਦਿੱਤਾ। ਉਸ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਇਸ ਗੱਲ ਵੱਲ ਧਿਆਨ ਦੇ ਰਿਹਾ ਸੀ ਕਿ ਕਾਫਲਾ ਕਿਵੇਂ ਚੱਲਦਾ ਹੈ, ਪਰ ਉਹਨੇ ਕੁਝ ਵੀ ਨਵਾਂ ਨਹੀਂ ਸੀ ਸਿੱਖਿਆ। ਉਹਨੇ ਸਿਰਫ ਇੱਕੋ ਗੱਲ ਵੱਲ ਹੀ ਧਿਆਨ ਦਿੱਤਾ ਸੀ ਕਿ ਲੜਾਈ ਦੀਆਂ ਗੱਲਾਂ ਪਹਿਲਾਂ ਨਾਲੋਂ ਵਧੇਰੇ ਹੋਣ ਲੱਗ ਪਈਆਂ ਸਨ। ਅੰਗ 11ਵਾਂ। ਇੱਕ ਦਿਨ ਮੁੰਡੇ ਨੇ ਕਿਤਾਬਾਂ ਅੰਗਰੇਜ਼ ਨੂੰ ਵਾਪਸ ਕਰ ਦਿੱਤੀਆਂ। ਅੰਗਰੇਜ਼ ਨੇ ਉਤਸੁਕਤਾ ਨਾਲ ਪੁੱਛਿਆ, ਕੀ ਤੂੰ ਇਹਨਾਂ ਤੋਂ ਕੁਝ ਸਿੱਖਿਆ? ਉਹ ਚਾਹੁੰਦਾ ਸੀ ਕਿ ਕਿਸੇ ਨਾਲ ਗੱਲਾਂ ਕਰੇ ਤਾਂ ਕਿ ਜੰਗ ਦੀਆਂ ਸੰਭਾਵਨਾਵਾਂ ਬਾਰੇ ਸੋਚਾਂ ਤੋਂ ਬਚ ਸਕੇ। ਮੈਂ ਸਿੱਖਿਆ ਕਿ ਸੰਸਾਰ ਦੀ ਇੱਕ ਆਤਮਾ ਹੈ ਤੇ ਕਿ ਜਿਹੜਾ ਵੀ ਇਸ ਆਤਮਾ ਨੂੰ ਸਮਝ ਲੈਂਦਾ ਹੈ ਉਹ ਚੀਜ਼ਾਂ ਦੀ ਭਾਸ਼ਾ ਨੂੰ ਵੀ ਸਮਝ ਸਕਦਾ ਹੈ। ਮੈਂ ਸਿੱਖਿਆ ਕਿ ਬਹੁਤ ਸਾਰੇ ਧਾਤ ਸਾਜ਼ਾਂ ਨੇ ਆਪਣੀਆਂ ਹੋਣੀਆਂ ਨੂੰ ਪ੍ਰਾਪਤ ਕੀਤਾ ਤੇ ਆਖਰਕਾਰ ਉਹਨਾਂ ਸੰਸਾਰ ਦੀ ਆਤਮਾ, ਪਾਰਸਮਣੀ ਤੇ ਜੀਵਨ ਅੰਮ੍ਰਿਤ ਨੂੰ ਲੱਭ ਲਿਆ। ਪਰ ਸਭ ਤੋਂ ਵੱਧ ਮੈਂ ਇਹ ਸਿੱਖਿਆ ਕਿ ਸਾਰਾ ਕੁਝ ਹੀ ਇੰਨਾ ਸਾਦਾ ਹੈ ਕਿ ਇਹਨੂੰ ਇੱਕ ਪੰਨੇ ਦੀ ਟਿੱਕੀ ਤੇ ਲਿਖਿਆ ਜਾ ਸਕਦਾ ਹੈ। ਅੰਗਰੇਜ਼ ਨਿਰਾਸ਼ ਹੋ ਗਿਆ। ਕਈ ਸਾਲਾਂ ਦੀ ਖੋਜ, ਜਾਦੂਈ ਖਾਕੇ, ਅਜੀਬ ਕਿਸਮ ਦੇ ਸ਼ਬਦ ਤੇ ਪ੍ਰਯੋਗਸ਼ਾਲਾ ਦਾ ਸਾਜ਼ ਸਮਾਨ, ਇਸ ਸਭ ਕਾਸੇ ਵਿੱਚੋਂ ਕਿਸੇ ਨੇ ਵੀ ਮੁੰਡੇ ਨੂੰ ਪ੍ਰਭਾਵਿਤ ਨਹੀਂ ਸੀ ਕੀਤਾ। ਉਹਨੇ ਸੋਚਿਆ ਕਿ ਮੁੰਡੇ ਦੀ ਆਤਮਾ ਬਹੁਤ ਹੀ ਪੁਰਾਤਨ ਹੋਏਗੀ ਤੇ ਇਸੇ ਕਾਰਨ ਹੀ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝ ਪਾ ਰਹੀ। ਉਹਨੇ ਆਪਣੀਆਂ ਕਿਤਾਬਾਂ ਲਈਆਂ ਤੇ ਇਹਨਾਂ ਨੂੰ ਫੇਰ ਆਪਣੇ ਟਰੰਕਾਂ 'ਚ ਪਾ ਲਿਆ। ਉਸ ਕਿਹਾ, ਜਾ ਕੇ ਮੁੜ ਕਾਫਲੇ ਨੂੰ ਹੀ ਦੇਖਣਾ ਸ਼ੁਰੂ ਕਰ, ਮੈਨੂੰ ਵੀ ਇਹਨੇ ਕੁਝ ਨਹੀਂ ਸਿਖਾਇਆ। ਮੁੰਡਾ ਇਸ ਤੋਂ ਬਾਅਦ ਫਿਰ ਮਾਰੂਥਲ ਦੀ ਚੁੱਪ ਤੇ ਜਾਨਵਰਾਂ ਵੱਲੋਂ ਉਡਾਈ ਗਈ ਧੂੜ ਬਾਰੇ ਸੋਚਣ ਲੱਗ ਪਿਆ। ਉਹਨੇ ਆਪਣੇ ਆਪ ਨੂੰ ਕਿਹਾ, ਹਰੇਕ ਬੰਦੇ ਦਾ ਸਿੱਖਣ ਦਾ ਤਰੀਕਾ ਆਪੋ ਆਪਣਾ ਹੈ। ਮੇਰਾ ਤਰੀਕਾ ਉਸ ਵਾਲਾ ਨਹੀਂ ਹੈ ਤੇ ਉਹਦਾ ਮੇਰੇ ਵਾਲਾ ਨਹੀਂ, ਪਰ ਅਸੀਂ ਦੋਵੇਂ ਹੀ ਆਪੋ ਆਪਣੀਆਂ ਹੋਣੀਆਂ ਦੀ ਭਾਲ ਕਰਨ ਲੱਗੇ ਹਾਂ, ਇਸੇ ਲਈ ਮੈਂ ਉਹਦਾ ਸਤਿਕਾਰ ਕਰਦਾ। ਅੰਗ 12ਵਾਂ। ਕਾਫਲਾ ਦਿਨ ਰਾਤ ਚੱਲਣ ਲੱਗਾ। ਨਕਾਬਪੋਸ਼ ਅਰਬੀ ਸੈਨਿਕ ਪਹਿਲਾਂ ਨਾਲੋਂ ਬਹੁਤੀ ਵਾਰੀ ਦਿਖਾਈ ਦੇਣ ਲੱਗੇ ਤੇ ਊਠ ਵਾਲਾ, ਜਿਹੜਾ ਕਿ ਹੁਣ ਤੱਕ ਮੁੰਡੇ ਦਾ ਚੰਗਾ ਦੋਸਤ ਬਣ ਗਿਆ ਸੀ, ਦੱਸਣ ਲੱਗਾ ਕਿ ਕਬੀਲਿਆਂ ਵਿਚਾਲੇ ਲੜਾਈ ਸ਼ੁਰੂ ਵੀ ਹੋ ਚੁੱਕੀ ਹੈ। ਕਾਫਲਾ ਖੁਸ਼ਕਿਸਮਤ ਹੋਏਗਾ ਕਿ ਇਹ ਸਹੀ ਸਲਾਮਤ ਨਖਲਿਸਤਾਨ ਵਿਖੇ ਪਹੁੰਚ ਸਕੇ। ਜਾਨਵਰ ਥੱਕ ਗਏ ਸਨ, ਬੰਦੇ ਆਪਸ 'ਚ ਘੱਟ ਤੋਂ ਘੱਟ ਗੱਲਾਂ ਕਰਦੇ ਸਨ। ਚੁੱਪ ਰਾਤ ਨੂੰ ਸਭ ਤੋਂ ਵੱਧ ਅੱਖਰਦੀ ਸੀ, ਜਦੋਂ ਕਿ ਕਿਸੇ ਊਠ ਦੀ ਮਾੜੀ ਜੀ ਹੂੰਕਾਰ, ਜਿਹੜੀ ਪਹਿਲਾਂ ਸਿਰਫ ਊਠ ਦੀ ਹੂੰਕਾਰ ਮਾਤਰ ਹੀ ਹੁੰਦੀ ਸੀ, ਵੀ ਹਰ ਇੱਕ ਨੂੰ ਡਰਾ ਦਿੰਦੀ। ਲੱਗਦਾ ਸੀ ਕਿਤੇ ਖਤਰੇ ਦਾ ਸੰਕੇਤ ਤਾਂ ਨਹੀਂ, ਪਰ ਊਠ ਵਾਲਾ ਲੜਾਈ ਦੇ ਖਤਰੇ ਤੋਂ ਬਹੁਤਾ ਚਿੰਤਤ ਨਹੀਂ ਸੀ ਲੱਗਦਾ। ਇੱਕ ਦਿਨ ਉਹ ਮੱਸਿਆ ਦੀ ਰਾਤ ਨੂੰ ਬਿਨਾਂ ਅੱਗ ਬਾਲਿਆਂ ਖਜੂਰਾਂ ਖਾ ਰਹੇ ਸਨ ਕਿ ਊਠ ਵਾਲੇ ਨੇ ਮੁੰਡੇ ਨੂੰ ਕਿਹਾ, ਮੈਂ ਜਿਉਂਦਾ ਜਦੋਂ ਮੈਂ ਖਾ ਰਿਹਾ ਹੁੰਦਾ ਤਾਂ ਮੈਂ ਸਿਰਫ ਇਸ ਬਾਰੇ ਹੀ ਸੋਚਦਾ। ਜੇ ਮੈਂ ਤੁਰ ਰਿਹਾ ਹੋਵਾਂ ਤਾਂ ਮੈਂ ਸਿਰਫ ਤੁਰਨ ਵਾਲੀ ਧਿਆਨ ਦਿੰਦਾ। ਜੇ ਮੈਨੂੰ ਲੜਨਾ ਪੈ ਜਾਏ ਤਾਂ ਕਿਸੇ ਵੀ ਦਿਨ ਮਰਨਾ ਮੈਨੂੰ ਕਿਸੇ ਵੀ ਹੋਰ ਦਿਨ ਦੇ ਮਰਨ ਦੇ ਬਰਾਬਰ ਹੀ ਲੱਗੇਗਾ। ਇਹਦਾ ਕਾਰਨ ਇਹ ਹੈ ਕਿ ਮੈਂ ਨਾ ਸਿਰਫ ਆਪਣੇ ਭੂਤਕਾਲ 'ਚ ਜਿਉਂਦਾ ਤੇ ਭਵਿੱਖ 'ਚ, ਮੇਰੀ ਦਿਲਚਸਪੀ ਸਿਰਫ ਵਰਤਮਾਨ 'ਚ ਹੈ। ਜੇ ਤੂੰ ਹਰ ਵੇਲੇ ਵਰਤਮਾਨ ਵੱਲ ਧਿਆਨ ਦੇ ਸਕੇ ਤਾਂ ਤੂੰ ਬੜਾ ਖੁਸ਼ ਰਹੇਂਗਾ। ਤੂੰ ਦੇਖੇਂਗਾ ਕਿ ਮਾਰੂਥਲ ਵਿੱਚ ਵੀ ਜ਼ਿੰਦਗੀ ਧੜਕਦੀ ਹੈ, ਇੱਥੇ ਵੀ ਤਾਰੇ ਤੇ ਸਵਰਗ ਹੈ ਤੇ ਕਬੀਲੇ ਇਸ ਲਈ ਲੜਦੇ ਹਨ ਕਿਉਂਕਿ ਉਹ ਵੀ ਮਨੁੱਖੀ ਨਸਲ ਦਾ ਹੀ ਹਿੱਸਾ ਹਨ। ਜ਼ਿੰਦਗੀ ਤੇਰੇ ਲਈ ਇੱਕ ਵੱਡਾ ਮੇਲਾ ਜਾਂ ਤਫਰੀਹ ਹੋਣੀ ਚਾਹੀਦੀ ਹੈ, ਕਿਉਂਕਿ ਜ਼ਿੰਦਗੀ ਉਹੀ ਪਲ ਹੈ ਜਿਹੜੀ ਇਸ ਵੇਲੇ ਅਸੀਂ ਜੀ ਰਹੇ ਹਾਂ। 2 ਰਾਤਾਂ ਮਗਰੋਂ ਜਦੋਂ ਸੌਣ ਦੀ ਤਿਆਰੀ ਕਰ ਰਿਹਾ ਸੀ ਤਾਂ ਮੁੰਡੇ ਨੇ ਉਸ ਤਾਰੇ ਵੱਲ ਦੇਖਿਆ ਜਿਹਦੀ ਸੇਧ ਵੱਲ ਉਹ ਹਰ ਰਾਤ ਦੇਖਦੇ ਸਨ। ਉਹਨੇ ਮਹਿਸੂਸ ਕੀਤਾ ਕਿ ਦਿਸ ਹੱਦਾ ਆਮ ਨਾਲੋਂ ਕੁਝ ਨੀਵਾਂ ਦਿਖਾਈ ਦਿੰਦਾ ਸੀ, ਕਿਉਂਕਿ ਉਹ ਖੁਦ ਮਾਰੂਥਲ ਵਿੱਚ ਵੀ ਤਾਰੇ ਦੇਖਦਾ ਮਹਿਸੂਸ ਕਰ ਰਿਹਾ ਸੀ। ਇਹ ਨਖਲਿਸਤਾਨ ਹੈ? ਊਠ ਵਾਲੇ ਨੇ ਕਿਹਾ। ਮੁੰਡਾ ਪੁੱਛਣ ਲੱਗਾ, ਤਾਂ ਫਿਰ ਅਸੀਂ ਹੁਣੇ ਹੀ ਉੱਥੇ ਕਿਉਂ ਨਹੀਂ ਚਲੇ ਜਾਂਦੇ? ਕਿਉਂਕਿ ਅਸਾਂ ਹੁਣ ਸੌਣਾ ਹੈ। ਅੰਗ 13ਵਾਂ। ਸੂਰਜ ਚੜ੍ਹਦੇ ਸਾਰੀ ਮੁੰਡਾ ਜਾਗ ਪਿਆ। ਕੱਲ ਰਾਤ ਜਿੱਥੇ ਉਹਦੀਆਂ ਨਜ਼ਰਾਂ ਦੇ ਸਾਹਮਣੇ ਨਿੱਕੇ ਨਿੱਕੇ ਤਾਰੇ ਸਨ, ਉੱਥੇ ਅਣਗਿਣਤ ਖਜੂਰ ਦੇ ਦਰਖਤ ਦਿਖਾਈ ਦਿੰਦੇ ਸਨ, ਜਿਹੜੇ ਸਮੁੱਚੇ ਮਾਰੂਥਲ 'ਚ ਫੈਲੇ ਹੋਏ ਸਨ। ਅੰਗਰੇਜ਼ ਪਹਿਲਾਂ ਹੀ ਜਾਗ ਚੁੱਕਾ ਸੀ ਤੇ ਕਹਿਣ ਲੱਗਾ, ਅਸੀਂ ਪਹੁੰਚ ਗਏ ਹਾਂ। ਮੁੰਡਾ ਚੁੱਪ ਰਿਹਾ। ਉਹਨੂੰ ਮਾਰੂਥਲ ਦੀ ਚੁੱਪ ਚੰਗੀ ਲੱਗਦੀ ਸੀ ਤੇ ਉਹ ਦਰਖਤਾਂ ਨੂੰ ਦੇਖ ਕੇ ਬਹੁਤ ਖੁਸ਼ ਸੀ। ਹਾਲੇ ਉਹਨੇ ਲੰਮਾ ਸਫ਼ਰ ਕਰਕੇ ਪਿਰਾਮਿਡਾਂ ਤੱਕ ਪਹੁੰਚਣਾ ਸੀ ਤੇ ਕੋਈ ਦਿਨ ਐਸਾ ਵੀ ਆਏਗਾ ਜਿਸ ਦਿਨ ਅੱਜ ਵਾਲੀ ਸਵੇਰ ਸਿਰਫ ਇੱਕ ਯਾਦ ਮਾਤਰ ਰਹਿ ਜਾਏਗੀ। ਪਰ ਇਸ ਵੇਲੇ ਵਰਤਮਾਨ ਦੀ ਘੜੀ ਸੀ ਤੇ ਜਿਵੇਂ ਕਿ ਊਠ ਵਾਲੇ ਨੇ ਕਿਹਾ ਸੀ, ਉਹ ਚਾਹੁੰਦਾ ਸੀ ਕਿ ਉਹ ਇਹਨੂੰ ਉਸੇ ਤਰ੍ਹਾਂ ਹੀ ਜੀਵੇ ਜਿਸ ਤਰ੍ਹਾਂ ਉਹਨੇ ਬੀਤੇ ਦੇ ਸਬਕ ਜੀਵੇ ਸਨ ਤੇ ਭਵਿੱਖ ਦੇ ਸੁਪਨੇ। ਭਾਵੇਂ ਇੱਕ ਦਿਨ ਖਜੂਰ ਦੇ ਇਹਨਾਂ ਦਰਖਤਾਂ ਦਾ ਦ੍ਰਿਸ਼ ਸਿਰਫ ਯਾਦ ਮਾਤਰ ਹੀ ਰਹਿ ਜਾਏਗਾ। ਇਸ ਵੇਲੇ ਇਹਦੀ ਮਹੱਤਤਾ ਛਾਂ, ਪਾਣੀ ਤੇ ਜੰਗ ਤੋਂ ਬਚਾ ਦੀ ਹੈ। ਕੱਲ ਰਾਤ ਊਠ ਦੀ ਹੂੰਗਰ ਖਤਰੇ ਦਾ ਸੰਕੇਤ ਸੀ ਤੇ ਹੁਣ ਖਜੂਰਾਂ ਦੀ ਕਤਾਰ ਇੱਕ ਕਰਾਮਾਤ ਦੀ ਸ਼ੁਰੂਆਤ ਹੋ ਸਕਦੀ ਹੈ।
ਮੁੰਡੇ ਨੇ ਸੋਚਿਆ ਕਿ ਸੰਸਾਰ ਬਹੁਤ ਸਾਰੀਆਂ ਭਾਸ਼ਾਵਾਂ ਬੋਲਦਾ ਹੈ। ਅੰਗ 14। ਨਖਲਿਸਤਾਨ ਵੱਲ ਨੂੰ ਆਉਂਦੇ ਸੈਂਕੜੇ ਲੋਕਾਂ ਤੇ ਜਾਨਵਰਾਂ ਨੂੰ ਦੇਖਦੇ ਹੋਏ ਧਾਤਸਾਜ਼ ਨੇ ਸੋਚਿਆ ਕਿ ਸਮਾਂ ਤੇਜ਼ੀ ਨਾਲ ਬੀਤਦਾ ਜਾਂਦਾ ਹੈ ਤੇ ਇਸੇ ਤਰ੍ਹਾਂ ਕਾਫਲੇ ਵੀ। ਲੋਕ ਨਵੇਂ ਆਉਣ ਵਾਲਿਆਂ ਨਾਲ ਚੀਕ ਚੀਕ ਕੇ ਗੱਲਾਂ ਕਰ ਰਹੇ ਸਨ। ਧੂੜ ਨਾਲ ਮਾਰੂਥਲ ਦੇ ਸੂਰਜ ਦੀ ਚਮਕ ਧੁੰਦਲੀ ਪੈ ਗਈ ਸੀ ਤੇ ਨਖਲਿਸਤਾਨ ਦੇ ਬੱਚੇ ਅਜਨਬੀਆਂ ਦੀ ਆਮਦ ਨਾਲ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਧਾਤਸਾਜ਼ ਨੇ ਦੇਖਿਆ ਕਬੀਲਿਆਂ ਦੇ ਮੁਖੀਆਂ ਨੇ ਕਾਫਲੇ ਦੇ ਆਗੂ ਦਾ ਸਵਾਗਤ ਕੀਤਾ ਤੇ ਲੰਬੀ ਦੇਰ ਤੱਕ ਉਸ ਨਾਲ ਗੱਲਾਂ ਕਰਦੇ ਰਹੇ, ਪਰ ਇਸ ਸਭ ਕਾਸੇ ਦੀ ਧਾਤਸਾਜ਼ ਨੂੰ ਕੋਈ ਪਰਵਾਹ ਨਹੀਂ ਸੀ। ਉਹਨੇ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਨੂੰ ਆਉਂਦੇ ਤੇ ਜਾਂਦੇ ਵੇਖਿਆ ਹੋਇਆ ਸੀ ਤੇ ਮਾਰੂਥਲ ਉੱਤੇ ਇਹਦਾ ਕੋਈ ਅਸਰ ਨਹੀਂ ਸੀ ਪੈਂਦਾ। ਉਹਨੇ ਮਾਰੂਥਲ ਦੀ ਰੇਤਾ ਤੇ ਬਾਦਸ਼ਾਹਾਂ ਨੂੰ ਵੀ ਤੇ ਮੰਗਤਿਆਂ ਨੂੰ ਵੀ ਚਲਦਿਆਂ ਦੇਖਿਆ ਹੋਇਆ ਸੀ। ਹਵਾ ਕਾਰਨ ਟਿੱਬਿਆਂ ਦਾ ਆਕਾਰ ਲਗਾਤਾਰ ਵੱਧਦਾ ਘਟਦਾ ਰਹਿੰਦਾ ਸੀ। ਫਿਰ ਵੀ ਇਹ ਸਾਰੀ ਦੀ ਸਾਰੀ ਰੇਤਾ ਉਹੀ ਸੀ ਜਿਹਨੂੰ ਉਹ ਬਚਪਨ ਤੋਂ ਜਾਣਦਾ ਆ ਰਿਹਾ ਸੀ। ਉਹਨੂੰ ਲੋਕਾਂ ਦੀ ਉਸ ਖੁਸ਼ੀ 'ਚੋਂ ਸਦਾ ਹੀ ਬਹੁਤ ਆਨੰਦ ਆਉਂਦਾ ਸੀ ਜਿਹੜੀ ਉਹਨਾਂ ਨੂੰ ਕਈ ਹਫ਼ਤਿਆਂ ਤੱਕ ਪੀਲੀ ਰੇਤਾ ਤੇ ਨੀਲੇ ਅਸਮਾਨ ਦੇ ਰੰਗਾਂ ਨੂੰ ਭੁਗਤਣ ਤੋਂ ਬਾਅਦ ਖਜੂਰ ਦੇ ਦਰਖਤਾਂ ਦੀ ਹਰਿਆਲੀ ਨੂੰ ਦੇਖ ਕੇ ਹਾਸਲ ਹੁੰਦੀ ਸੀ। ਉਹਨੇ ਸੋਚਿਆ ਕਿ ਖਬਰੇ ਅੱਲਾ ਨੇ ਮਾਰੂਥਲ ਇਸ ਲਈ ਬਣਾਇਆ ਹੈ ਕਿ ਮਨੁੱਖ ਖਜੂਰ ਦੇ ਦਰਖਤਾਂ ਦੀ ਸਰਾਹਨਾ ਕਰ ਸਕੇ। ਉਹਨੇ ਫੈਸਲਾ ਕੀਤਾ ਕਿ ਉਹ ਹੋਰ ਮਸਲਿਆਂ ਵੱਲ ਧਿਆਨ ਦੇਵੇਗਾ। ਉਹ ਜਾਣਦਾ ਸੀ ਕਿ ਕਾਫਲੇ 'ਚ ਇੱਕ ਆਦਮੀ ਸੀ ਜਿਹਨੂੰ ਆਪਣੇ ਕੁਝ ਭੇਦ ਸਿਖਾਏਗਾ। ਨਿਸ਼ਾਨੀਆਂ ਨੇ ਉਹਨੂੰ ਇਹ ਗੱਲ ਦੱਸੀ ਹੋਈ ਸੀ। ਉਹ ਹਾਲੇ ਉਸ ਆਦਮੀ ਨੂੰ ਜਾਣਦਾ ਨਹੀਂ ਸੀ, ਪਰ ਉਹਦੀ ਸਦੀ ਹੋਈ ਅੱਖ ਉਹਨੂੰ ਦੇਖਦੇ ਸਾਰੀ ਪਛਾਣ ਲਏਗੀ। ਅੰਦਰੋਂ ਆਸ ਕਰ ਰਿਹਾ ਸੀ ਕਿ ਨਵਾਂ ਆਉਣ ਵਾਲਾ ਵੀ ਉਹਦੇ ਪਹਿਲੇ ਸ਼ਿਸ਼ ਵਰਗਾ ਹੀ ਯੋਗ ਹੋਵੇ। ਉਹਨੇ ਸੋਚਿਆ, ਮੈਨੂੰ ਨਹੀਂ ਪਤਾ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਸ਼ਬਦਾਂ ਰਾਹੀਂ ਹੀ ਕਿਉਂ ਦੱਸਣਾ ਪੈਂਦਾ ਹੈ। ਅਸਲ 'ਚ ਤਾਂ ਇਹ ਕੋਈ ਭੇਤ ਨਹੀਂ ਸਨ। ਅੱਲਾ ਤਾਂ ਆਪਣੇ ਭੇਤ ਸਾਰੇ ਪ੍ਰਾਣੀਆਂ ਨੂੰ ਆਸਾਨੀ ਨਾਲ ਦੱਸ ਦਿੰਦਾ ਹੈ। ਇਸ ਗੱਲ ਦੀ ਉਹ ਇੱਕੋ ਤਰ੍ਹਾਂ ਦੀ ਵਿਆਖਿਆ ਕਰ ਸਕਦਾ ਸੀ। ਗੱਲਾਂ ਦਾ ਸੰਚਾਰ ਇਸ ਤਰੀਕੇ ਨਾਲ ਇਸ ਲਈ ਕਰਨਾ ਪੈਂਦਾ ਸੀ ਕਿਉਂਕਿ ਇਹ ਸ਼ੁੱਧ ਜੀਵਨ 'ਚੋਂ ਉਸਰੀਆਂ ਹੋਈਆਂ ਸਨ ਤੇ ਇਸੇ ਕਿਸਮ ਦੀ ਜ਼ਿੰਦਗੀ ਨੂੰ ਤਸਵੀਰਾਂ ਜਾਂ ਲਿਖਤੀ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਲੋਕ ਤਸਵੀਰਾਂ ਤੇ ਲਿਖੇ ਹੋਏ ਸ਼ਬਦਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਇਸ ਕਰਕੇ ਉਹ ਸੰਸਾਰ ਦੀ ਭਾਸ਼ਾ ਨੂੰ ਭੁੱਲ ਜਾਂਦੇ ਹਨ। ਅੰਗ 15। ਮੁੰਡੇ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਸੀ ਆ ਰਿਹਾ। ਭੂਗੋਲ ਦੀਆਂ ਕਿਤਾਬਾਂ 'ਚ ਉਹਨੇ ਜਿਹੜੇ ਨਖਲਿਸਤਾਨ ਦੇਖੇ ਸਨ ਉਹਨਾਂ 'ਚ ਇੱਕ ਖੂਹ ਦੁਆਲੇ ਖਜੂਰ ਦੇ ਕੁਝ ਦਰਖਤ ਦਿਖਾਏ ਹੁੰਦੇ ਸਨ, ਪਰ ਇਹ ਤਾਂ ਸਪੇਨ ਦੇ ਕਈ ਸ਼ਹਿਰਾਂ ਨਾਲੋਂ ਵੀ ਵੱਡਾ ਸੀ। ਇਸ 'ਚ 300 ਖੂਹ, 50,000 ਖਜੂਰ ਦੇ ਦਰਖਤ ਤੇ ਇਹਨਾਂ 'ਚ ਲੱਗੇ ਹੋਏ ਅਣਗਿਣਤ ਰੰਗ ਬਰੰਗੇ ਤੰਬੂ ਮੌਜੂਦ ਸਨ। ਅੰਗਰੇਜ਼ ਨੇ ਕਿਹਾ, ਇਹ ਤਾਂ 1001 ਰਾਤਾਂ ਵਰਗਾ ਲੱਗਦਾ ਹੈ। ਉਹ ਧਾਤਸਾਜ਼ ਨੂੰ ਮਿਲਣ ਲਈ ਬਹੁਤ ਕਾਹਲਾ ਸੀ। ਬੱਚਿਆਂ ਨੇ ਉਹਨਾਂ ਦੁਆਲੇ ਘੇਰਾ ਪਾ ਲਿਆ ਸੀ ਕਿਉਂਕਿ ਉਹ ਨਵੇਂ ਆਉਣ ਵਾਲੇ ਜਾਨਵਰਾਂ ਤੇ ਲੋਕਾਂ ਨੂੰ ਦੇਖਣ ਲਈ ਉਤਸੁਕ ਸਨ। ਨਖਲਿਸਤਾਨ ਦੇ ਲੋਕ ਇਹ ਜਾਣਨਾ ਚਾਹੁੰਦੇ ਸਨ ਕਿ ਕਾਫਲੇ ਵਾਲਿਆਂ ਕਿਤੇ ਲੜਾਈ ਹੁੰਦੀ ਤਾਂ ਨਹੀਂ ਦੇਖੀ। ਔਰਤਾਂ ਇੱਕ ਦੂਜੇ ਤੋਂ ਅੱਗੇ ਵੱਧ ਕੇ ਵਪਾਰੀਆਂ ਵੱਲੋਂ ਲਿਆਂਦੇ ਹੋਏ ਕੱਪੜਿਆਂ ਤੇ ਕੀਮਤੀ ਪੱਥਰਾਂ ਨੂੰ ਜਾਂਚ ਰਹੀਆਂ ਸਨ। ਮਾਰੂਥਲ ਦੀ ਚੁੱਪ ਇੱਕ ਦੂਰ ਦਾ ਸੁਪਨਾ ਹੋ ਗਈ ਸੀ। ਕਾਫਲੇ ਦੇ ਮੁਸਾਫਰ ਲਗਾਤਾਰ ਬੋਲਦੇ, ਹੱਸਦੇ ਤੇ ਚੀਕਦੇ ਜਾ ਰਹੇ ਸਨ, ਜਿਵੇਂ ਉਹ ਇੱਕ ਅਧਿਆਤਮਕ ਸੰਸਾਰ 'ਚੋਂ ਨਿਕਲ ਆਏ ਹੋਣ ਤੇ ਉਹਨਾਂ ਨੂੰ ਇੱਕ ਵਾਰ ਫੇਰ ਆਮ ਲੋਕਾਂ ਦਾ ਸੰਸਾਰ ਲੱਭ ਪਿਆ ਹੋਵੇ। ਉਹ ਬੜੇ ਖੁਸ਼ ਤੇ ਸੌਖੇ ਸਨ। ਮਾਰੂਥਲ 'ਚੋਂ ਬਹੁਤ ਸੰਭਲ ਕੇ ਚੱਲਦੇ ਰਹੇ ਸਨ, ਪਰ ਊਠ ਵਾਲੇ ਨੇ ਮੁੰਡੇ ਨੂੰ ਦੱਸਿਆ ਸੀ ਕਿ ਮਾਰੂਥਲ ਨੂੰ ਸਦਾ ਹੀ ਸਾਂਝਾ ਇਲਾਕਾ ਸਮਝਿਆ ਜਾਂਦਾ ਹੈ। ਇਹਦਾ ਵੱਡਾ ਕਾਰਨ ਇਹ ਵੀ ਹੈ ਕਿ ਇੱਥੇ ਰਹਿਣ ਵਾਲਿਆਂ ਵਿੱਚ ਔਰਤਾਂ ਤੇ ਬੱਚੇ ਬਹੁਤ ਹੁੰਦੇ ਹਨ। ਸਾਰੇ ਮਾਰੂਥਲ 'ਚ ਬਹੁਤ ਸਾਰੇ ਨਖਲਿਸਤਾਨ ਹਨ, ਪਰ ਕਬੀਲਿਆਂ ਦੀ ਲੜਾਈ ਹਮੇਸ਼ਾ ਹੀ ਮਾਰੂਥਲ 'ਚ ਹੁੰਦੀ ਹੈ ਤੇ ਨਖਲਿਸਤਾਨਾਂ ਨੂੰ ਲੜਾਈ 'ਚ ਸ਼ਾਮਲ ਨਹੀਂ ਕੀਤਾ ਜਾਂਦਾ। ਕਾਫੀ ਯਤਨਾਂ ਬਾਅਦ ਕਾਫਲੇ ਦੇ ਆਗੂ ਨੇ ਆਪਣੇ ਬੰਦਿਆਂ ਨੂੰ ਇਕੱਠਿਆਂ ਕੀਤਾ ਤੇ ਹਦਾਇਤਾਂ ਦਿੱਤੀਆਂ। ਇਹਨਾਂ ਲੋਕਾਂ ਨੇ ਉਦੋਂ ਤੱਕ ਨਖਲਿਸਤਾਨ 'ਚ ਰਹਿਣਾ ਸੀ ਜਦੋਂ ਤੱਕ ਕਬੀਲਿਆਂ ਵਿਚਾਲੇ ਲੜਾਈ ਮੁੱਕ ਨਹੀਂ ਜਾਂਦੀ। ਕਿਉਂਕਿ ਉਹ ਮਹਿਮਾਨ ਸਨ, ਇਸ ਲਈ ਉਹਨਾਂ ਨੂੰ ਪਹਿਲਾਂ ਤੋਂ ਇੱਥੇ ਰਹਿਣ ਵਾਲੇ ਲੋਕਾਂ ਨਾਲ ਥਾਂ ਸਾਂਝੀ ਕਰਨੀ ਪਵੇਗੀ ਤੇ ਉਹਨਾਂ ਨੂੰ ਰਿਹਾਇਸ਼ ਲਈ ਬਿਹਤਰੀਨ ਥਾਂ ਦਿੱਤੀ ਜਾਏਗੀ। ਮਹਿਮਾਨ ਨਿਵਾਜ਼ੀ ਦਾ ਇਹੋ ਹੀ ਅਸੂਲ ਸੀ। ਫਿਰ ਉਹਨੇ ਆਪਣੇ ਸੰਤਰੀਆਂ ਸਮੇਤ ਸਭ ਲੋਕਾਂ ਨੂੰ ਕਿਹਾ ਕਿ ਉਹ ਸਭ ਆਪੋ ਆਪਣੇ ਹਥਿਆਰ ਕਬੀਲਿਆਂ ਦੇ ਮੁਖੀਆਂ ਵੱਲੋਂ ਭੇਜਿਆਂ ਬੰਦਿਆਂ ਦੇ ਹਵਾਲੇ ਕਰ ਦੇਣ। ਆਗੂ ਨੇ ਦੱਸਿਆ, ਇਹ ਜੰਗ ਦੇ ਕਾਨੂੰਨ ਹਨ। ਨਖਲਿਸਤਾਨ 'ਚ ਫੌਜਾਂ ਜਾਂ ਸੈਨਿਕਾਂ ਨੂੰ ਸ਼ਰਨ ਨਹੀਂ ਦਿੱਤੀ ਜਾਂਦੀ। ਮੁੰਡੇ ਨੇ ਹੈਰਾਨੀ ਨਾਲ ਦੇਖਿਆ ਕਿ ਅੰਗਰੇਜ਼ ਨੇ ਚਾਂਦੀ ਰੰਗਾ ਇੱਕ ਰਿਵਾਲਵਰ ਆਪਣੇ ਝੋਲੇ 'ਚੋਂ ਕੱਢਿਆ ਤੇ ਹਥਿਆਰ ਇਕੱਠੇ ਕਰਨ ਆਏ ਲੋਕਾਂ ਵਿੱਚੋਂ ਇੱਕ ਦੇ ਹਵਾਲੇ ਕਰ ਦਿੱਤਾ। ਉਹ ਪੁੱਛਣ ਲੱਗਿਆ, ਰਿਵਾਲਵਰ ਕਿਉਂ ਰੱਖਿਆ?
ਇਸ ਨਾਲ ਮੈਨੂੰ ਲੋਕਾਂ ਤੇ ਭਰੋਸਾ ਕਰਨ 'ਚ ਮਦਦ ਮਿਲਦੀ ਹੈ, ਅੰਗਰੇਜ਼ ਨੇ ਜਵਾਬ ਦਿੱਤਾ। ਨਾਲ ਦੀ ਨਾਲ ਮੁੰਡੇ ਨੇ ਆਪਣੇ ਖਜ਼ਾਨੇ ਬਾਰੇ ਸੋਚਿਆ। ਆਪਣੇ ਸੁਪਨੇ ਦੀ ਪੂਰਤੀ ਤੇ ਉਹ ਜਿੰਨਾ ਨੇੜੇ ਪਹੁੰਚ ਗਿਆ ਸੀ, ਉਨੀਆਂ ਹੀ ਵੱਧ ਮੁਸ਼ਕਲਾਂ ਉਹਨੂੰ ਪੇਸ਼ ਆ ਰਹੀਆਂ ਸਨ। ਇਉਂ ਲੱਗਦਾ ਸੀ ਕਿ ਬੁੱਢੇ ਬਾਦਸ਼ਾਹ ਨੇ ਸ਼ੁਰੂਆਤੀ ਕਿਸਮਤ ਦੀ ਜਿਹੜੀ ਗੱਲ ਕੀਤੀ ਸੀ ਉਹ ਹੁਣ ਲਾਗੂ ਨਹੀਂ ਸੀ ਹੋ ਰਹੀ। ਆਪਣੇ ਸੁਪਨੇ ਦੀ ਪੂਰਤੀ ਕਰਨ ਲਈ ਉਹਨੇ ਆਪਣੇ ਸਬਰ ਤੇ ਹੌਸਲੇ ਦਾ ਲਗਾਤਾਰ ਇਮਤਿਹਾਨ ਦੇਣਾ ਪੈ ਰਿਹਾ ਸੀ। ਇਸ ਲਈ ਨਾ ਤਾਂ ਉਹਨੂੰ ਕਾਹਲੀ ਕਰਨੀ ਚਾਹੀਦੀ ਸੀ ਤੇ ਨਾ ਹੀ ਬੇਸਬਰੀ। ਜੇ ਉਹਨੇ ਕਾਹਲੀ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਰਸਤੇ 'ਚ ਈਸ਼ਵਰ ਵੱਲੋਂ ਛੱਡੀਆਂ ਗਈਆਂ ਨਿਸ਼ਾਨੀਆਂ ਤੇ ਸ਼ਗਨਾਂ ਨੂੰ ਨਹੀਂ ਦੇਖ ਸਕੇਗਾ। ਅੰਗ 16ਵਾਂ। ਇਹਨਾਂ ਨਿਸ਼ਾਨੀਆਂ ਨੂੰ ਈਸ਼ਵਰੀ ਰਸਤੇ 'ਚ ਰੱਖਦਾ ਸੀ। ਇਸ ਸੋਚ ਨਾਲ ਉਹ ਆਪਣੇ ਆਪ ਹੀ ਹੈਰਾਨ ਰਹਿ ਗਿਆ। ਹੁਣ ਤੱਕ ਉਹ ਇਹਨਾਂ ਨਿਸ਼ਾਨੀਆਂ ਨੂੰ ਇਸ ਸੰਸਾਰ ਦੀਆਂ ਨਿਸ਼ਾਨੀਆਂ ਸਮਝਦਾ ਰਿਹਾ ਸੀ, ਜਿਵੇਂ ਖਾਣਾ ਜਾਂ ਸੌਣਾ ਜਾਂ ਪਿਆਰ ਕਰਨਾ ਜਾਂ ਫਿਰ ਕੰਮ ਲੱਭਣਾ। ਉਹਨੇ ਕਦੇ ਵੀ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਸੋਚਿਆ ਕਿ ਇਹ ਈਸ਼ਵਰ ਵੱਲੋਂ ਵਰਤੀ ਜਾਂਦੀ ਉਹ ਭਾਸ਼ਾ ਹੈ ਜਿਸ ਰਾਹੀਂ ਉਹ ਮਨੁੱਖਾਂ ਨੂੰ ਦੱਸਦਾ ਹੈ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਉਹਨੇ ਆਪਣੇ ਆਪ ਕੋਲ ਹੀ ਦੁਹਰਾਇਆ, ਬੇਸਬਰਾ ਨਾ ਹੋ। ਊਠ ਵਾਲੇ ਨੇ ਠੀਕ ਹੀ ਕਿਹਾ ਸੀ ਕਿ ਜਦੋਂ ਖਾਣੇ ਦਾ ਸਮਾਂ ਹੋਵੇ ਉਦੋਂ ਹੀ ਖਾਣਾ ਚਾਹੀਦਾ ਹੈ ਤੇ ਜਦੋਂ ਅੱਗੇ ਵਧਣ ਦਾ ਸਮਾਂ ਹੋਵੇ ਉਦੋਂ ਹੀ ਅੱਗੇ ਵਧਣਾ ਚਾਹੀਦਾ ਹੈ। ਪਹਿਲੇ ਦਿਨ ਅੰਗਰੇਜ਼ ਸਣੇ ਸਭ ਲੋਕ ਥਕਾਵਟ ਕਾਰਨ ਗਹਿਰੀ ਨੀਂਦ ਸੁੱਤੇ। ਮੁੰਡੇ ਨੂੰ ਆਪਣੇ ਮਿੱਤਰ ਤੋਂ ਕਾਫੀ ਦੂਰ ਇੱਕ ਐਸੇ ਤੰਬੂ 'ਚ ਥਾਂ ਦਿੱਤੀ ਗਈ ਸੀ ਜਿਸ 'ਚ ਉਹਦੀ ਆਪਣੀ ਉਮਰ ਦੇ 5 ਹੋਰ ਨੌਜਵਾਨ ਵੀ ਸਨ। ਉਹ ਸਾਰੇ ਦੇ ਸਾਰੇ ਮਾਰੂਥਲ ਦੇ ਵਸਨੀਕ ਸਨ ਤੇ ਉਹ ਵੱਡੇ ਸ਼ਹਿਰਾਂ ਦੀਆਂ ਕਹਾਣੀਆਂ ਸੁਣਨੀਆਂ ਚਾਹੁੰਦੇ ਸਨ। ਮੁੰਡੇ ਨੇ ਉਹਨਾਂ ਨੂੰ ਆਪਣੇ ਆਜੜੀ ਦੇ ਦਿਨਾਂ ਬਾਰੇ ਦੱਸਿਆ ਤੇ ਉਹ ਹਾਲੇ ਕ੍ਰਿਸਟਲ ਦੀ ਦੁਕਾਨ 'ਚ ਹਾਸਲ ਕੀਤੇ ਆਪਣੇ ਤਜਰਬੇ ਦੱਸਣ ਹੀ ਲੱਗਾ ਸੀ ਕਿ ਅੰਗਰੇਜ਼ ਤੰਬੂ 'ਚ ਦਾਖਲ ਹੋ ਗਿਆ। ਉਹਨੇ ਮੁੰਡੇ ਨੂੰ ਆਪਣੇ ਨਾਲ ਲਿਆ ਤੇ ਬਾਹਰ ਜਾਂਦੇ ਕਹਿਣ ਲੱਗਾ, ਮੈਂ ਤਾਂ ਸਵੇਰ ਦਾ ਤੈਨੂੰ ਲੱਭਦਾ ਫਿਰਦਾ। ਮੈਨੂੰ ਇਹ ਪਤਾ ਕਰਨ ਲਈ ਤੇਰੀ ਮਦਦ ਚਾਹੀਦੀ ਹੈ ਕਿ ਧਾਤ ਸਾਜ਼ ਕਿੱਥੇ ਰਹਿੰਦਾ ਹੈ। ਪਹਿਲਾਂ ਉਹਨਾਂ ਨੇ ਆਪਣੇ ਆਪ ਹੀ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਲੱਗਦਾ ਸੀ ਕਿ ਧਾਤ ਸਾਜ਼ ਦਾ ਰਹਿਣ ਸਹਿਣ ਨਖਲਿਸਤਾਨ 'ਚ ਰਹਿਣ ਵਾਲੇ ਬਾਕੀ ਦੇ ਲੋਕਾਂ ਨਾਲੋਂ ਅਲੱਗ ਹੀ ਹੋਏਗਾ ਤੇ ਇਹ ਵੀ ਹੋ ਸਕਦਾ ਹੈ ਕਿ ਉਹਦੇ ਤੰਬੂ 'ਚ ਲਗਾਤਾਰ ਭੱਠੀ ਤਪਦੀ ਹੋਵੇ। ਉਹਨਾਂ ਹਰ ਥਾਂ ਭਾਲ ਕੀਤੀ ਤੇ ਦੇਖਿਆ ਕਿ ਨਖਲਿਸਤਾਨ ਉਹਨਾਂ ਦੀ ਕਲਪਨਾ ਤੋਂ ਕਿਤੇ ਜ਼ਿਆਦਾ ਵੱਡਾ ਸੀ। ਇਸ ਵਿੱਚ ਸੈਂਕੜੇ ਹੀ ਤੰਬੂ ਲੱਗੇ ਹੋਏ ਸਨ। ਅਸਾਂ ਲਗਭਗ ਸਾਰਾ ਦਿਨ ਹੀ ਬਰਬਾਦ ਕਰ ਦਿੱਤਾ ਹੈ। ਇੱਕ ਖੂਹ ਦੇ ਨੇੜੇ ਬੈਠਦੇ ਅੰਗਰੇਜ਼ ਨੇ ਮੁੰਡੇ ਨੂੰ ਕਿਹਾ, ਅਸੀਂ ਕਿਸੇ ਨੂੰ ਪੁੱਛ ਹੀ ਨਾ ਲਈਏ। ਮੁੰਡੇ ਨੇ ਸਲਾਹ ਦਿੱਤੀ। ਅੰਗਰੇਜ਼ ਨਹੀਂ ਸੀ ਚਾਹੁੰਦਾ ਕਿ ਹੋਰਾਂ ਨੂੰ ਇਹ ਪਤਾ ਲੱਗੇ ਕਿ ਉਹ ਨਖਲਿਸਤਾਨ ਕਿਉਂ ਆਇਆ ਸੀ, ਇਸ ਲਈ ਉਹ ਕੋਈ ਫੈਸਲਾ ਨਹੀਂ ਸੀ ਕਰ ਪਾ ਰਿਹਾ। ਆਖਰਕਾਰ ਉਹ ਸਹਿਮਤ ਹੋ ਗਿਆ ਕਿ ਇਹ ਕੰਮ ਮੁੰਡਾ ਹੀ ਕਰੇ ਕਿਉਂਕਿ ਉਹ ਬਿਹਤਰ ਅਰਬੀ ਬੋਲ ਸਕਦਾ ਹੈ। ਮੁੰਡੇ ਨੇ ਖੂਹ ਤੇ ਪਾਣੀ ਭਰਨ ਆਈ ਇੱਕ ਔਰਤ ਨੂੰ ਪੁੱਛਿਆ ਜਿਹੜੀ ਕਿ ਮਸ਼ਕ 'ਚ ਪਾਣੀ ਭਰ ਰਹੀ ਸੀ, ਸਲਾਮ ਅਲੈਕਮ ਮੈਡਮ, ਮੈਂ ਪਤਾ ਕਰਨਾ ਚਾਹੁੰਦਾ ਕਿ ਨਖਲਿਸਤਾਨ 'ਚ ਧਾਤ ਸਾਜ਼ ਕਿੱਥੇ ਰਹਿੰਦਾ ਹੈ। ਔਰਤ ਨੇ ਕਿਹਾ ਕਿ ਉਹਨੇ ਅਜੇ ਤੱਕ ਕਦੇ ਵੀ ਐਸੇ ਬੰਦੇ ਬਾਰੇ ਨਹੀਂ ਸੁਣਿਆ ਤੇ ਉਹ ਕਾਲੀ ਕਾਲੀ ਵਾਪਸ ਚਲੀ ਗਈ। ਪਰ ਜਾਣ ਤੋਂ ਪਹਿਲਾਂ ਉਹਨੇ ਮੁੰਡੇ ਨੂੰ ਸਲਾਹ ਕੀਤੀ ਕਿ ਉਹ ਕਾਲੇ ਕੱਪੜਿਆਂ ਵਾਲੀਆਂ ਔਰਤਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਉਹ ਸ਼ਾਦੀशुदा ਔਰਤਾਂ ਹਨ। ਉਹਨੂੰ ਰਵਾਇਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅੰਗਰੇਜ਼ ਬੜਾ ਨਿਰਾਸ਼ ਹੋਇਆ। ਇੰਜ ਲੱਗਣ ਲੱਗਾ ਜਿਵੇਂ ਉਹਨੇ ਬਿਨਾਂ ਮਤਲਬ ਦੇ ਹੀ ਇੰਨਾ ਲੰਮਾ ਸਫ਼ਰ ਕੀਤਾ ਸੀ। ਮੁੰਡਾ ਵੀ ਨਿਰਾਸ਼ ਹੋ ਗਿਆ ਕਿਉਂਕਿ ਉਹਦਾ ਦੋਸਤ ਆਪਣੀ ਹੋਣੀ ਦੀ ਭਾਲ ਕਰ ਰਿਹਾ ਸੀ ਤੇ ਜਦੋਂ ਕੋਈ ਬੰਦਾ ਇਸ ਤਰ੍ਹਾਂ ਆਪਣੀ ਹੋਣੀ ਦੀ ਭਾਲ ਕਰ ਰਿਹਾ ਹੋਵੇ ਤਾਂ ਸਮੁੱਚੀ ਕਾਇਨਾਤ ਹੀ ਉਹਦੀ ਮਦਦ ਕਰਨ ਦਾ ਯਤਨ ਕਰਦੀ ਹੈ। ਇਹੀ ਗੱਲ ਬਜ਼ੁਰਗ ਬਾਦਸ਼ਾਹ ਨੇ ਕਹੀ ਸੀ, ਉਹ ਗਲਤ ਨਹੀਂ ਸੀ ਕਹਿ ਸਕਦਾ। ਮੁੰਡੇ ਨੇ ਕਿਹਾ, ਮੈਂ ਵੀ ਪਹਿਲਾਂ ਕਦੇ ਧਾਤ ਸਾਜ਼ਾਂ ਬਾਰੇ ਨਹੀਂ ਸੀ ਸੁਣਿਆ, ਹੋ ਸਕਦਾ ਇੱਥੋਂ ਦੇ ਲੋਕਾਂ ਨੇ ਵੀ ਨਾ ਸੁਣਿਆ ਹੋਵੇ। ਅੰਗਰੇਜ਼ ਦੀਆਂ ਅੱਖਾਂ 'ਚ ਚਮਕ ਆ ਗਈ। ਬਿਲਕੁਲ ਠੀਕ, ਖਬਰੇ ਕਿਸੇ ਨੂੰ ਪਤਾ ਹੀ ਨਹੀਂ ਕਿ ਧਾਤ ਸਾਜ਼ ਕੌਣ ਹੁੰਦਾ ਹੈ। ਤੂੰ ਇਹ ਪਤਾ ਕਰਕੇ ਇੱਥੇ ਬਿਮਾਰ ਲੋਕਾਂ ਨੂੰ ਠੀਕ ਕੌਣ ਕਰਦਾ ਹੈ। ਕਾਲੇ ਕੱਪੜਿਆਂ ਵਾਲੀਆਂ ਬਹੁਤ ਸਾਰੀਆਂ ਔਰਤਾਂ ਪਾਣੀ ਲੈਣ ਖੂਹ ਤੇ ਆਈਆਂ ਪਰ ਅੰਗਰੇਜ਼ ਦੇ ਬਾਰ-ਬਾਰ ਕਹਿਣ ਤੇ ਵੀ ਮੁੰਡੇ ਨੇ ਉਹਨਾਂ ਵਿੱਚੋਂ ਕਿਸੇ ਨਾਲ ਗੱਲ ਨਾ ਕੀਤੀ। ਉਸ ਤੋਂ ਬਾਅਦ ਇੱਕ ਬੰਦਾ ਆਇਆ। ਮੁੰਡੇ ਨੇ ਪੁੱਛਿਆ, ਕੀ ਤੁਹਾਨੂੰ ਪਤਾ ਹੈ ਕਿ ਇੱਥੇ ਲੋਕਾਂ ਦੀਆਂ ਬਿਮਾਰੀਆਂ ਕੌਣ ਠੀਕ ਕਰਦਾ ਹੈ? ਉਹ ਬੰਦਾ ਸਪਸ਼ਟ ਤੌਰ ਤੇ ਅਜਨਬੀਆਂ ਤੋਂ ਡਰ ਗਿਆ ਮਹਿਸੂਸ ਹੁੰਦਾ ਸੀ ਤੇ ਉਹਨੇ ਕਿਹਾ, ਸਾਰੀਆਂ ਬਿਮਾਰੀਆਂ ਤਾਂ ਅੱਲਾ ਦੂਰ ਕਰਦਾ ਹੈ, ਤੁਸੀਂ ਓਝੇ ਦੀ ਭਾਲ ਕਰ ਰਹੇ ਹੋ। ਉਹਨੇ ਕੁਰਾਨ 'ਚੋਂ ਕੁਝ ਆਇਤਾਂ ਪੜ੍ਹੀਆਂ ਤੇ ਚਲਾ ਗਿਆ। ਇੱਕ ਹੋਰ ਆਦਮੀ ਉਹਨਾਂ ਦੇ ਨੇੜੇ ਆਇਆ। ਉਹ ਵਡੇਰੀ ਉਮਰ ਦਾ ਸੀ ਤੇ ਉਹਨੇ ਛੋਟੀ ਜਿਹੀ ਟੋਕਰੀ ਚੁੱਕੀ ਹੋਈ ਸੀ। ਮੁੰਡੇ ਨੇ ਉਹ ਤੋਂ ਵੀ ਇਹੀ ਸਵਾਲ ਪੁੱਛਿਆ, ਤੁਸੀਂ ਇਸ ਤਰ੍ਹਾਂ ਦੇ ਆਦਮੀ ਨੂੰ ਕਿਉਂ ਲੱਭਣਾ ਚਾਹੁੰਦੇ ਹੋ? ਅਰਬ ਨੇ ਪੁੱਛਿਆ। ਮੁੰਡੇ ਨੇ ਜਵਾਬ ਦਿੱਤਾ, ਕਿਉਂਕਿ ਮੇਰੇ ਇਸ ਮਿੱਤਰ ਨੇ ਅਜਿਹੇ ਬੰਦੇ ਨੂੰ ਮਿਲਣ ਲਈ ਕਈ ਮਹੀਨੇ ਦੀ ਯਾਤਰਾ ਕੀਤੀ ਹੈ। ਕੁਝ ਪਲ ਸੋਚਣ ਤੋਂ ਬਾਅਦ ਉਹ ਵਡੇਰੀ ਉਮਰ ਦੇ ਬੰਦੇ ਨੇ ਕਿਹਾ, ਜੇ ਨਖਲਿਸਤਾਨ 'ਚ ਇਸ ਤਰ੍ਹਾਂ ਦਾ ਕੋਈ ਬੰਦਾ ਹੋਵੇ ਤਾਂ ਬਹੁਤ ਤਾਕਤਵਰ ਹੋਣਾ ਚਾਹੀਦਾ ਹੈ। ਕਬੀਲੇ ਦੇ ਮੁਖੀ ਵੀ ਜਦੋਂ ਚਾਹਣ ਉਹਨੂੰ ਆਪਣੀ ਮਰਜ਼ੀ ਨਾਲ ਮਿਲ ਨਹੀਂ ਸਕਦੇ।
ਸਿਰਫ ਉਦੋਂ ਹੀ ਮਿਲ ਸਕਦੇ ਹਨ ਜਦੋਂ ਉਹ ਹਾਂ ਕਰੇ। ਤੁਹਾਨੂੰ ਜੰਗ ਦੇ ਖਤਮ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ, ਫਿਰ ਕਾਫਲੇ ਦੇ ਨਾਲ ਹੀ ਰਵਾਨਾ ਹੋ ਜਾਣਾ। ਨਖਲਿਸਤਾਨ ਦੀ ਜ਼ਿੰਦਗੀ 'ਚ ਦਖਲ ਦੇਣ ਦੀ ਕੋਸ਼ਿਸ਼ ਨਾ ਕਰਨਾ। ਤੇ ਉਹ ਵੀ ਚਲਾ ਗਿਆ। ਪਰ ਅੰਗਰੇਜ਼ ਬੜਾ ਖੁਸ਼ ਸੀ, ਉਹ ਸਹੀ ਰਸਤੇ ਤੇ ਚੱਲ ਰਹੇ ਸਨ। ਆਖਰਕਾਰ ਇੱਕ ਜਵਾਨ ਔਰਤ ਆਈ ਜਿਹਨੇ ਕਾਲੇ ਕੱਪੜੇ ਨਹੀਂ ਸੀ ਪਹਿਨੇ ਹੋਏ। ਉਹਦੇ ਮੋਢੇ ਤੇ ਇੱਕ ਬਰਤਨ ਰੱਖਿਆ ਹੋਇਆ ਸੀ। ਉਹਦਾ ਸਿਰ ਇੱਕ ਕੱਪੜੇ ਨਾਲ ਢਕਿਆ ਸੀ, ਪਰ ਉਹਦਾ ਚਿਹਰਾ ਨੰਗਾ ਸੀ। ਮੁੰਡਾ ਧਾਤ ਸਾਜ਼ ਬਾਰੇ ਪੁੱਛਣ ਲਈ ਉਸ ਵੱਲ ਵਧਿਆ। ਉਸੇ ਵੱਲ ਉਹਨੂੰ ਮਹਿਸੂਸ ਹੋਇਆ ਕਿ ਜਿਵੇਂ ਸਮਾਂ ਖੜ ਗਿਆ ਹੋਵੇ, ਸੰਸਾਰ ਦੀ ਆਤਮਾ ਉਹਦੇ ਅੰਦਰ ਛੱਲਾਂ ਵਾਂਗ ਉੱਠਦੀ ਹੋਵੇ। ਜਦੋਂ ਉਹਨੇ ਕੁੜੀ ਦੀਆਂ ਕਾਲੀਆਂ ਅੱਖਾਂ 'ਚ ਝਾਕਿਆ ਤੇ ਦੇਖਿਆ ਕਿ ਉਹਦੇ ਬੁੱਲ੍ਹਾਂ ਤੇ ਆਏ ਹੋਏ ਭਾਵ ਹਾਸੇ ਤੇ ਚੁੱਪ ਦੇ ਵਿਚਕਾਰ ਕਿਤੇ ਟਿਕੇ ਹੋਏ ਸਨ, ਤਾਂ ਉਹਨੂੰ ਸੰਸਾਰ ਵੱਲੋਂ ਬੋਲੀ ਜਾਣ ਵਾਲੀ ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਪਤਾ ਲੱਗਾ। ਇਹ ਐਸੀ ਭਾਸ਼ਾ ਸੀ ਜਿਹੜੀ ਧਰਤੀ ਦਾ ਹਰ ਬਸ਼ਿੰਦਾ ਆਪਣੇ ਦਿਲਾਂ 'ਚ ਸਮਝਣ ਦੇ ਸਮਰੱਥ ਸੀ। ਇਹ ਇਸ਼ਕ ਸੀ। ਇਹ ਮਨੁੱਖਤਾ ਤੋਂ ਵੀ ਪੁਰਾਣਾ ਸੀ ਤੇ ਮਾਰੂਥਲ ਤੋਂ ਵੀ ਵੱਡਾ। ਇਹ ਇੱਕ ਐਸੀ ਚੀਜ਼ ਸੀ ਜਿਹੜੀ ਅੱਖਾਂ ਚਾਰ ਹੋਣ ਤੇ ਇੱਕੋ ਜਿੰਨੀ ਤੇ ਇੱਕੋ ਜਿਹੀ ਤਾਕਤ ਨਾਲ ਅਸਰ ਕਰਦੀ ਹੈ। ਐਨ ਉਸੇ ਤਰ੍ਹਾਂ ਹੀ ਜਿਵੇਂ ਉਹਨਾਂ ਦੀਆਂ ਅੱਖਾਂ ਮਿਲ ਗਈਆਂ ਸਨ। ਉਹ ਮੁਸਕਰਾਈ ਤੇ ਇਹ ਸੱਚਮੁੱਚ ਇੱਕ ਨਿਸ਼ਾਨੀ ਸੀ, ਇੱਕ ਐਸੀ ਨਿਸ਼ਾਨੀ ਜਿਹਦੀ ਉਹਨੂੰ ਉਡੀਕ ਸੀ। ਹਾਲਾਂਕਿ ਉਹਨੂੰ ਪਤਾ ਹੀ ਨਹੀਂ ਸੀ ਕਿ ਆਪਣੀ ਸਾਰੀ ਜ਼ਿੰਦਗੀ ਉਹ ਇਸ ਦੀ ਉਡੀਕ ਕਰ ਰਿਹਾ ਸੀ। ਇੱਕ ਐਸੀ ਨਿਸ਼ਾਨੀ ਸੀ ਜਿਹਨੂੰ ਉਹ ਆਪਣੀਆਂ ਭੇਡਾਂ ਵਿੱਚ ਤੇ ਆਪਣੀਆਂ ਕਿਤਾਬਾਂ ਵਿੱਚ ਹੀ ਨਹੀਂ, ਸਗੋਂ ਸ਼ੀਸ਼ੇ ਦੇ ਸਮਾਨ ਵਿੱਚ ਤੇ ਮਾਰੂਥਲ ਦੀ ਚੁੱਪ ਵਿੱਚ ਲੱਭਣ ਦਾ ਯਤਨ ਕਰ ਰਿਹਾ ਸੀ। ਇਹ ਸੰਸਾਰ ਦੀ ਸਭ ਤੋਂ ਸ਼ੁੱਧ ਭਾਸ਼ਾ ਸੀ, ਇਸ ਲਈ ਕਿਸੇ ਕਿਸਮ ਦੀ ਕੋਈ ਵਿਆਖਿਆ ਦੀ ਲੋੜ ਨਹੀਂ ਸੀ। ਜਿਵੇਂ ਕਿ ਇਸ ਕਾਇਨਾਤ ਨੂੰ ਅਮੁੱਕ ਸਮੇਂ ਦੇ ਅੰਦਰ ਚੱਲਦੇ ਹੋਏ ਇਸੇ ਕਿਸਮ ਦੇ ਵਿਆਖਿਆ ਦੀ ਲੋੜ ਸੀ। ਮੁੰਡੇ ਨੇ ਉਸ ਵੱਲ ਪਲ ਸਿਰਫ ਇਹੀ ਮਹਿਸੂਸ ਕੀਤਾ ਕਿ ਉਹ ਇਸ ਵੇਲੇ ਆਪਣੀ ਜ਼ਿੰਦਗੀ ਵਿਚਲੀ ਕੋਈ ਔਰਤ ਦੇ ਸਾਹਮਣੇ ਖੜਾ ਹੈ ਤੇ ਸ਼ਬਦਾਂ ਦੀ ਕੋਈ ਲੋੜ ਹੀ ਬਾਕੀ ਨਹੀਂ ਰਹੀ। ਤੇ ਉਸ ਕੁੜੀ ਨੇ ਵੀ ਇਸ ਗੱਲ ਨੂੰ ਪਛਾਣ ਲਿਆ। ਮੁੰਡਾ ਸੰਸਾਰ ਦੀ ਕਿਸੇ ਵੀ ਹੋਰ ਗੱਲ ਨਾਲੋਂ ਇਸ ਮਾਮਲੇ ਨੂੰ ਵਧੇਰੇ ਪੱਕਾ ਸਮਝਦਾ ਸੀ। ਉਹਨੂੰ ਉਹਦੇ ਮਾਤਾ ਪਿਤਾ ਤੇ ਹੋਰ ਵਡੇਰਿਆਂ ਨੇ ਦੱਸਿਆ ਸੀ ਕਿ ਉਹਨੂੰ ਇਸ਼ਕ ਕਰਨਾ ਚਾਹੀਦਾ ਤੇ ਕੋਈ ਵਚਨ ਦੇਣ ਤੋਂ ਪਹਿਲਾਂ ਉਸ ਸ਼ਖਸ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੀਦਾ ਹੈ। ਪਰ ਖਬਰੇ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਸਲਾਹਾਂ ਦਿੰਦੇ ਸਨ, ਉਹਨਾਂ ਨੇ ਕਦੇ ਵੀ ਸੰਸਾਰ ਦੀ ਸਰਵ ਵਿਆਪਕ ਭਾਸ਼ਾ ਨਾ ਸਿੱਖੀ ਹੋਵੇ, ਕਿਉਂਕਿ ਜਦੋਂ ਤੁਹਾਨੂੰ ਇਹ ਭਾਸ਼ਾ ਆਉਂਦੀ ਹੋਵੇ ਤਾਂ ਤੁਹਾਨੂੰ ਇਹ ਸਮਝਣਾ ਸੌਖਾ ਹੁੰਦਾ ਹੈ ਕਿ ਸੰਸਾਰ 'ਚ ਕੋਈ ਤੁਹਾਡੀ ਉਡੀਕ ਕਰ ਰਿਹਾ ਹੈ। ਉਹ ਭਾਵੇਂ ਕਿਸੇ ਮਾਰੂਥਲ ਦੇ ਵਿਚਕਾਰ ਵੀ ਹੋ ਸਕਦਾ ਹੈ ਜਾਂ ਕਿਸੇ ਵੱਡੇ ਸ਼ਹਿਰ ਵਿੱਚ ਵੀ। ਤੇ ਜਦੋਂ ਇਹੋ ਜਿਹੇ ਦੋ ਲੋਕ ਇੱਕ ਦੂਜੇ ਦੇ ਸਾਹਮਣੇ ਹੁੰਦੇ ਹਨ ਤੇ ਉਹਨਾਂ ਦੀਆਂ ਨਜ਼ਰਾਂ ਮਿਲਦੀਆਂ ਹਨ ਤਾਂ ਭੂਤਕਾਲ ਤੇ ਭਵਿੱਖ ਮਹੱਤਵਹੀਣ ਹੋ ਜਾਂਦੇ ਹਨ। ਸਿਰਫ ਉਹ ਪਲ ਹੀ ਬਾਕੀ ਬਚਦਾ ਹੈ ਤੇ ਨਾਲ ਹੀ ਇਹ ਨਾ ਸਮਝੀ ਜਾ ਸਕਣ ਵਾਲੀ ਨਿਸ਼ਚਿਤ ਧਾਰਨਾ ਕਿ ਸੂਰਜ ਹੇਠ ਵਾਪਰਨ ਵਾਲੀ ਹਰੇਕ ਚੀਜ਼ ਦਾ ਕਰਤਾ ਸਿਰਫ ਇੱਕੋ ਹੀ ਹੈ। ਇਸੇ ਕਰਤਾ ਦਾ ਹੀ ਹੱਥ ਹੈ ਜਿਹੜਾ ਪਿਆਰ ਪੈਦਾ ਕਰਦਾ ਹੈ ਤੇ ਸੰਸਾਰ ਦੇ ਹਰੇਕ ਪ੍ਰਾਣੀ ਲਈ ਸਾਥੀ ਪੈਦਾ ਕਰਦਾ ਹੈ। ਅਜਿਹੇ ਪਿਆਰ ਦੇ ਬਿਨਾਂ ਬੰਦੇ ਦੇ ਸੁਪਨੇ ਦਾ ਕੋਈ ਅਰਥ ਨਹੀਂ ਰਹਿੰਦਾ। ਮਕਤੂਬ, ਮੁੰਡੇ ਨੇ ਸੋਚਿਆ। ਅੰਗਰੇਜ਼ ਨੇ ਮੁੰਡੇ ਨੂੰ ਝੰਜੋੜਿਆ ਤੇ ਕਿਹਾ, ਚੱਲ ਇਹਨੂੰ ਪੁੱਛ। ਮੁੰਡਾ ਕੁੜੀ ਦੇ ਨੇੜੇ ਹੋਇਆ ਤੇ ਜਦੋਂ ਮੁਸਕਰਾਈ ਤਾਂ ਉਹ ਵੀ ਮੁਸਕਰਾ ਪਿਆ। ਉਹ ਪੁੱਛਣ ਲੱਗਾ, ਤੇਰਾ ਨਾਂ ਕੀ ਹੈ? ਫਾਤਿਮਾ, ਕੁੜੀ ਨੇ ਕਿਹਾ ਤੇ ਨਜ਼ਰਾਂ ਝੁਕਾ ਲਈਆਂ। ਸਾਡੇ ਦੇਸ਼ 'ਚ ਵੀ ਕਈ ਔਰਤਾਂ ਦੇ ਨਾਮ ਇਹੀ ਹਨ। ਫਾਤਿਮਾ ਕਹਿਣ ਲੱਗੀ, ਇਹ ਪੈਗੰਬਰ ਦੀ ਬੇਟੀ ਦਾ ਨਾਂ ਹੈ। ਇਸਲਾਮੀ ਧਾੜਵੀਆਂ ਨੇ ਇਹ ਨਾਂ ਹਰ ਥਾਂ ਪਹੁੰਚਾ ਦਿੱਤਾ। ਇਸ ਸੁੰਦਰ ਕੁੜੀ ਨੇ ਧਾੜਵੀਆਂ ਦਾ ਜ਼ਿਕਰ ਬੜੇ ਮਾਣ ਨਾਲ ਕੀਤਾ। ਅੰਗਰੇਜ਼ ਨੇ ਮੁੰਡੇ ਨੂੰ ਹੋਰ ਪੁੱਛਣ ਲਈ ਕਿਹਾ ਤੇ ਮੁੰਡੇ ਨੇ ਉਸ ਕੁੜੀ ਨੂੰ ਪੁੱਛਿਆ ਕਿ ਬਿਮਾਰੀਆਂ ਠੀਕ ਕਰਨ ਵਾਲਾ ਬੰਦਾ ਕਿੱਥੇ ਰਹਿੰਦਾ ਹੈ। ਉਹ ਕਹਿਣ ਲੱਗੀ, ਇਹ ਉਹੀ ਆਦਮੀ ਹੈ ਜਿਹੜਾ ਸੰਸਾਰ ਦੇ ਸਾਰੇ ਭੇਦ ਜਾਣਦਾ ਹੈ। ਉਹ ਮਾਰੂਥਲ ਦੇ ਜਿੰਨਾਂ ਨਾਲ ਗੱਲ ਕਰ ਸਕਦਾ ਹੈ। ਜਿੰਨ ਅਸਲ 'ਚ ਅੱਛਾਈ ਤੇ ਬੁਰਾਈ ਦੀਆਂ ਆਤਮਾਵਾਂ ਸਨ। ਤੇ ਕੁੜੀ ਨੇ ਦੱਖਣ ਵੱਲ ਨੂੰ ਇਸ਼ਾਰਾ ਕਰਦੇ ਹੋਏ ਦੱਸਿਆ ਕਿ ਉਹ ਅਜੀਬ ਆਦਮੀ ਉੱਧਰ ਹੀ ਰਹਿੰਦਾ। ਫਿਰ ਉਹਨੇ ਆਪਣਾ ਭਾਂਡਾ ਪਾਣੀ ਨਾਲ ਭਰਿਆ ਤੇ ਚਲੀ ਗਈ। ਅੰਗਰੇਜ਼ ਵੀ ਇੱਕਦਮ ਹੀ ਲੋਪ ਹੋ ਗਿਆ, ਕਿਉਂਕਿ ਉਹ ਧਾਤ ਸਾਜ਼ ਨੂੰ ਲੰਬੜ ਚਲਾ ਗਿਆ ਤੇ ਮੁੰਡਾ ਲੰਬੀ ਦੇਰ ਤੱਕ ਉੱਥੇ ਖੂਹ ਦੇ ਕੋਲ ਬੈਠਾ ਰਿਹਾ ਤੇ ਸੋਚਦਾ ਰਿਹਾ ਕਿ ਇੱਕ ਦਿਨ ਤਾਰੀਫਾਂ ਵਿੱਚ ਬੈਠਿਆਂ ਪੂਰੇ ਦੀ ਹਵਾ ਨੇ ਉਹਦੇ ਕੋਲ ਇਸ ਔਰਤ ਦੀ ਮਹਿਕ ਲਿਆਂਦੀ ਸੀ ਤੇ ਉਹਨੇ ਮਹਿਸੂਸ ਕੀਤਾ ਕਿ ਉਹ ਇਸ ਔਰਤ ਨੂੰ ਲੰਮੇ ਸਮੇਂ ਤੋਂ ਪਿਆਰ ਕਰਦਾ ਆ ਰਿਹਾ ਹੈ। ਉਦੋਂ ਤੋਂ ਜਦੋਂ ਉਹਨੂੰ ਪਤਾ ਵੀ ਨਹੀਂ ਸੀ ਕਿ ਇਹ ਔਰਤ ਮੌਜੂਦ ਹੈ। ਉਹ ਜਾਣਦਾ ਸੀ ਕਿ ਇਸ ਕੁੜੀ ਨਾਲ ਪਿਆਰ ਰਾਹੀਂ ਉਹ ਇਹਦੇ ਯੋਗ ਹੋ ਸਕੇਗਾ ਕਿ ਸੰਸਾਰ ਦੇ ਹਰ ਖਜ਼ਾਨੇ ਨੂੰ ਲੱਭ ਸਕੇ। ਅਗਲੇ ਦਿਨ ਵੀ ਮੁੰਡਾ ਖੂਹ ਤੇ ਆਇਆ ਤੇ ਉਹਨੂੰ ਆਸ ਸੀ ਕਿ ਉਹ ਕੁੜੀ ਨੂੰ ਦੇਖ ਸਕੇਗਾ। ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਹਨੇ ਦੇਖਿਆ ਕਿ ਅੰਗਰੇਜ਼ ਉੱਥੇ ਬੈਠਿਆ ਮਾਰੂਥਲ ਵੱਲ ਨਜ਼ਰਾਂ ਗੱਡੀ ਬੈਠਾ ਸੀ।
ਉਹ ਕਹਿਣ ਲੱਗਾ, ਕੱਲ ਮੈਂ ਸਾਰੀ ਸ਼ਾਮ ਤੇ ਦੁਪਹਿਰ ਉਡੀਕਦਾ ਰਿਹਾ। ਉਸ ਸ਼ਾਮ ਦਾ ਤਾਰਾ ਨਿਕਲਦੇ ਸਾਰੀ ਬਾਹਰ ਆਇਆ। ਮੈਂ ਉਹਨੂੰ ਦੱਸਿਆ ਕਿ ਮੈਨੂੰ ਕਿਸ ਚੀਜ਼ ਦੀ ਭਾਲ ਹੈ ਤੇ ਪੁੱਛਣ ਲੱਗਾ ਕਿ ਤੂੰ ਕਦੀ ਧਾਤ ਨੂੰ ਸੋਨੇ 'ਚ ਬਦਲਿਆ ਜਾਂ ਨਹੀਂ। ਬਸ ਉਹਨੇ ਇੰਨਾ ਹੀ ਕਿਹਾ ਤੇ ਜਾ ਤੇ ਯਤਨ ਕਰ। ਮੁੰਡੇ ਨੇ ਕੁਛ ਨਾ ਕਿਹਾ। ਵਿਚਾਰਾ ਅੰਗਰੇਜ਼ ਇੰਨੀ ਦੂਰ ਤੱਕ ਆਇਆ ਵੀ ਤੇ ਉਹਨੂੰ ਸਿਰਫ ਇਹੀ ਹਦਾਇਤ ਦਿੱਤੀ ਗਈ ਕਿ ਉਸੇ ਕੰਮ ਨੂੰ ਮੁੜ ਕਰੇ ਜਿਹੜਾ ਉਹਨੇ ਪਹਿਲਾਂ ਵੀ ਕਈ ਵਾਰ ਕੀਤਾ ਸੀ। ਤਾਂ ਫਿਰ ਯਤਨ ਕਰ, ਉਹਨੇ ਅੰਗਰੇਜ਼ ਨੂੰ ਕਿਹਾ। ਮੈਂ ਇਹੀ ਕੁਝ ਕਰਨ ਜਾ ਰਿਹਾ, ਮੈਂ ਹੁਣੇ ਸ਼ੁਰੂ ਕਰ ਰਿਹਾ। ਜਿਉਂ ਹੀ ਅੰਗਰੇਜ਼ ਗਿਆ, ਫਾਤਮਾ ਆਈ ਤੇ ਉਹਨੇ ਆਪਣਾ ਭਾਂਡਾ ਪਾਣੀ ਨਾਲ ਭਰਿਆ। ਮੁੰਡਾ ਕਹਿਣ ਲੱਗਾ, ਮੈਂ ਤੈਨੂੰ ਸਿਰਫ ਇੱਕ ਗੱਲ ਕਹਿਣ ਆਇਆ। ਮੈਂ ਚਾਹੁੰਦਾ ਤੂੰ ਮੇਰੀ ਪਤਨੀ ਬਣੇ, ਮੈਂ ਤੈਨੂੰ ਪਿਆਰ ਕਰਦਾ। ਕੁੜੀ ਦੇ ਹੱਥੋਂ ਭਾਂਡਾ ਡਿੱਗ ਪਿਆ ਤੇ ਪਾਣੀ ਬਾਹਰ ਡੁੱਲ ਗਿਆ। ਮੈਂ ਹਰ ਰੋਜ਼ ਇੱਥੇ ਤੇਰੀ ਉਡੀਕ ਕਰਿਆ ਕਰਾਂਗਾ। ਮੈਂ ਮਾਰੂਥਲ 'ਚ ਇਸ ਲਈ ਆਇਆ ਤਾਂ ਕਿ ਉਸ ਖਜ਼ਾਨੇ ਦੀ ਭਾਲ ਕਰ ਸਕਾਂ ਜਿਹੜਾ ਪਿਰਾਮਿਡਾਂ ਦੇ ਨੇੜੇ ਕਿਤੇ ਹੈ। ਪਰ ਮੇਰੇ ਲਈ ਲੜਾਈ ਸਭ ਤੋਂ ਵੱਡਾ ਸਰਾਪ ਮਹਿਸੂਸ ਹੋ ਰਹੀ ਸੀ। ਹੁਣ ਇਹ ਮੇਰੇ ਲਈ ਵਰਦਾਨ ਹੈ ਕਿਉਂਕਿ ਇਹਨੇ ਮੈਨੂੰ ਤੇਰੇ ਕੋਲ ਲੈ ਆਉਂਦਾ ਹੈ। ਲੜਾਈ ਤਾਂ ਕਿਸੇ ਦਿਨ ਖਤਮ ਹੋ ਹੀ ਜਾਣੀ ਹੈ, ਕੁੜੀ ਨੇ ਕਿਹਾ। ਮੁੰਡੇ ਨੇ ਆਪਣੇ ਆਲੇ ਦੁਆਲੇ ਖਜੂਰ ਦੇ ਦਰਖਤਾਂ ਵੱਲ ਦੇਖਿਆ। ਉਹਨੇ ਆਪਣੇ ਆਪ ਨੂੰ ਚੇਤੇ ਕਰਵਾਇਆ ਕਿ ਕਿਸੇ ਵੇਲੇ ਉਹ ਆਜੜੀ ਹੋਇਆ ਕਰਦਾ ਸੀ ਤੇ ਉਹ ਇੱਕ ਵਾਰੀ ਫੇਰ ਆਜੜੀ ਬਣ ਸਕਦਾ ਸੀ। ਫਾਤਮਾ ਉਹਦੇ ਹੋਰ ਕਿਸੇ ਵੀ ਖਜ਼ਾਨੇ ਨਾਲੋਂ ਜ਼ਿਆਦਾ ਮਹੱਤਵਪੂਰਨ ਸੀ। ਕੁੜੀ ਨੇ ਜਿਵੇਂ ਅੰਦਾਜ਼ਾ ਲਗਾ ਲਿਆ ਹੋਵੇ ਕਿ ਉਹ ਕੀ ਸੋਚ ਰਿਹਾ ਤੇ ਕਹਿਣ ਲੱਗੀ, ਕਬਾਇਲੀ ਲੋਕ ਸਦਾ ਹੀ ਖਜ਼ਾਨਾ ਲੱਭਦੇ ਰਹਿੰਦੇ ਹਨ ਤੇ ਮਾਰੂਥਲ ਦੀਆਂ ਔਰਤਾਂ ਆਪਣੇ ਕਬੀਲੇ ਦੇ ਮਰਦਾਂ ਤੇ ਮਾਣ ਕਰਦੀਆਂ ਹਨ। ਉਹਨੇ ਆਪਣਾ ਭਾਂਡਾ ਮੁੜ ਭਰਿਆ ਤੇ ਚਲੀ ਗਈ। ਮੁੰਡਾ ਹਰ ਰੋਜ਼ ਹੀ ਫਾਤਮਾ ਨੂੰ ਮਿਲਣ ਲਈ ਖੂਹ ਤੇ ਜਾਂਦਾ। ਉਹਨੇ ਉਹਨੂੰ ਆਪਣੇ ਆਜੜੀ ਦੇ ਦਿਨਾਂ, ਬੁੱਢੇ ਬਾਦਸ਼ਾਹ ਨਾਲ ਮੁਲਾਕਾਤ, ਸ਼ੀਸ਼ੇ ਦੀ ਦੁਕਾਨ ਬਾਰੇ ਗੱਲਾਂ ਦੱਸੀਆਂ। ਉਹ ਮਿੱਤਰ ਬਣ ਗਏ ਤੇ ਜਿਹੜੇ 15 ਮਿੰਟ ਉਹ ਫਾਤਮਾ ਨਾਲ ਬਿਤਾਇਆ ਕਰਦਾ ਸੀ, ਉਹਨਾਂ ਤੋਂ ਬਿਨਾਂ ਬਾਕੀ ਦਾ ਸਾਰਾ ਸਮਾਂ ਇੰਨਾ ਲੰਬਾ ਪ੍ਰਤੀਤ ਹੁੰਦਾ ਕਿ ਜਿਵੇਂ ਇਹਨੇ ਖਤਮ ਹੀ ਨਾ ਹੋਣਾ ਹੋਵੇ। ਜਦੋਂ ਉਹਨਾਂ ਨੂੰ ਨਖਲਿਸਤਾਨ ਤੋਂ ਆਇਆ ਕਰੀਬ ਮਹੀਨਾ ਹੋ ਗਿਆ ਸੀ ਤਾਂ ਕਾਫਲੇ ਦੇ ਆਗੂ ਨੇ ਉਸ ਨਾਲ ਸਫ਼ਰ ਕਰਦੇ ਸਾਰੇ ਲੋਕਾਂ ਦਾ ਇਕੱਠ ਬੁਲਾਇਆ। ਉਸ ਕਿਹਾ ਕਿ ਅਸੀਂ ਨਹੀਂ ਜਾਣਦੇ ਕਿ ਲੜਾਈ ਕਦੋਂ ਮੁੱਕੇਗੀ, ਇਸ ਲਈ ਅਸੀਂ ਸਫ਼ਰ ਮੁੜ ਸ਼ੁਰੂ ਨਹੀਂ ਕਰ ਸਕਦੇ। ਲੜਾਈ ਤਾਂ ਲੰਮੇ ਸਮੇਂ ਤੱਕ ਚੱਲ ਸਕਦੀ ਹੈ, ਖਬਰੇ ਕਈ ਸਾਲਾਂ ਤੱਕ ਵੀ। ਦੋਵਾਂ ਪਾਸੇ ਹੀ ਸ਼ਕਤੀਸ਼ਾਲੀ ਤਾਕਤਾਂ ਹਨ ਤੇ ਲੜਾਈ ਦੋਵਾਂ ਹੀ ਫੌਜਾਂ ਲਈ ਬੜੀ ਅਹਿਮ ਹੈ। ਇਹ ਅੱਛਾਈ ਦੀ ਬੁਰਾਈ ਦੇ ਖਿਲਾਫ ਲੜਾਈ ਨਹੀਂ, ਇਹ ਉਹਨਾਂ ਤਾਕਤਾਂ ਵਿਚਕਾਰ ਲੜਾਈ ਹੈ ਜਿਹੜੀਆਂ ਸੱਤਾ ਨੂੰ ਆਪਣੇ ਹੱਥ 'ਚ ਰੱਖਣਾ ਚਾਹੁੰਦੀਆਂ ਹਨ। ਤੇ ਜਦੋਂ ਇਸ ਤਰ੍ਹਾਂ ਦੀ ਲੜਾਈ ਸ਼ੁਰੂ ਹੁੰਦੀ ਹੈ ਤੇ ਇਹ ਹੋਰ ਲੜਾਈਆਂ ਨਾਲੋਂ ਲੰਬੀ ਚੱਲਦੀ ਹੈ। ਅੱਲਾ ਦੋਹਾਂ ਹੀ ਧਿਰਾਂ ਦੇ ਨਾਲ ਹੁੰਦਾ ਹੈ। ਸਾਰੇ ਲੋਕ ਮੁੜ ਆਪੋ ਆਪਣੀਆਂ ਥਾਵਾਂ ਤੇ ਚਲੇ ਗਏ ਤੇ ਉਸੇ ਸ਼ਾਮ ਮੁੰਡਾ ਫਾਤਮਾ ਨੂੰ ਮਿਲਣ ਗਿਆ। ਉਹਨੇ ਅੱਜ ਸਵੇਰੇ ਹੋਏ ਇਕੱਠ ਬਾਰੇ ਉਹਨੂੰ ਦੱਸਿਆ। ਫਾਤਮਾ ਕਹਿਣ ਲੱਗੀ, ਜਿਸ ਦਿਨ ਅਸੀਂ ਮਿਲੇ ਸੀ ਉਸ ਵਕਤ ਦੂਜੇ ਦਿਨ ਤੂੰ ਮੈਨੂੰ ਕਿਹਾ ਸੀ ਕਿ ਤੂੰ ਮੈਨੂੰ ਪਿਆਰ ਕਰਦਾ ਹੈ। ਫਿਰ ਤੂੰ ਮੈਨੂੰ ਭਾਸ਼ਾ ਦੀ ਵਿਆਪਕਤਾ ਤੇ ਸੰਸਾਰ ਦੀ ਆਤਮਾ ਬਾਰੇ ਕੁਝ ਸਿਖਾਇਆ। ਉਸੇ ਕਾਰਨ ਹੀ ਮੈਂ ਹੁਣ ਤੇਰਾ ਹੀ ਹਿੱਸਾ ਬਣ ਗਈ ਹਾਂ। ਮੁੰਡਾ ਉਹਦੀ ਆਵਾਜ਼ ਸੁਣਦਾ ਰਿਹਾ ਤੇ ਸੋਚਣ ਲੱਗਾ ਕਿ ਇਹ ਆਵਾਜ਼ ਖਜੂਰਾਂ ਦੇ ਦਰਖਤਾਂ 'ਚੋਂ ਆਉਂਦੀ ਹਵਾ ਦੀ ਆਵਾਜ਼ ਨਾਲੋਂ ਵਧੇਰੇ ਖੂਬਸੂਰਤ ਹੈ। ਮੈਂ ਇੱਥੇ ਨਖਲਿਸਤਾਨ 'ਚ ਤੇਰੀ ਲੰਮੇ ਸਮੇਂ ਤੋਂ ਉਡੀਕ ਕਰਦੀ ਆ ਰਹੀ ਹਾਂ। ਮੈਂ ਆਪਣੇ ਬੀਤੇ ਬਾਰੇ, ਆਪਣੀਆਂ ਰਵਾਇਤਾਂ ਬਾਰੇ ਤੇ ਉਸ ਤੌਰ ਤਰੀਕੇ ਬਾਰੇ ਵੀ ਭੁੱਲ ਗਈ ਹਾਂ ਜਿਹੜਾ ਮਾਰੂਥਲ ਦੇ ਲੋਕਾਂ ਨੇ ਔਰਤਾਂ ਲਈ ਬਣਾਇਆ ਹੋਇਆ। ਬਚਪਨ ਤੋਂ ਹੀ ਮੈਂ ਸੁਪਨਾ ਲੈਂਦੀ ਆ ਰਹੀ ਹਾਂ ਕਿ ਮਾਰੂਥਲ ਮੇਰੇ ਲਈ ਕੋਈ ਕਮਾਲ ਦਾ ਤੋਹਫਾ ਲੈ ਕੇ ਆਏਗਾ। ਹੁਣ ਮੇਰਾ ਤੋਹਫਾ ਆ ਗਿਆ ਤੇ ਇਹ ਤੂੰ ਹੈ। ਮੁੰਡਾ ਉਹਦਾ ਹੱਥ ਫੜਨਾ ਚਾਹੁੰਦਾ ਸੀ ਪਰ ਫਾਤਮਾ ਦੇ ਹੱਥਾਂ ਨੇ ਤਾਂ ਆਪਣਾ ਭਾਂਡਾ ਫੜਿਆ ਹੋਇਆ ਸੀ। ਤੂੰ ਮੈਨੂੰ ਆਪਣੇ ਸੁਪਨਿਆਂ ਬਾਰੇ, ਬੁੱਢੇ ਬਾਦਸ਼ਾਹ ਬਾਰੇ ਤੇ ਆਪਣੇ ਖਜ਼ਾਨੇ ਬਾਰੇ ਦੱਸਿਆ। ਤੂੰ ਨਿਸ਼ਾਨੀਆਂ ਬਾਰੇ ਵੀ ਦੱਸਿਆ, ਇਸ ਲਈ ਹੁਣ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ, ਕਿਉਂਕਿ ਇਹੀ ਨਿਸ਼ਾਨੀਆਂ ਸਨ ਜਿਹੜੀਆਂ ਤੈਨੂੰ ਮੇਰੇ ਕੋਲ ਲੈ ਕੇ ਆਈਆਂ। ਹੁਣ ਮੈਂ ਤੇਰੇ ਸੁਪਨੇ ਦਾ ਹਿੱਸਾ ਹਾਂ, ਜਾਂ ਜਿਵੇਂ ਤੂੰ ਕਹਿੰਦਾ ਤੇਰੀ ਹੋਣੀ ਦਾ ਹਿੱਸਾ ਹਾਂ। ਇਸੇ ਕਰਕੇ ਮੈਂ ਚਾਹੁੰਦੀ ਹਾਂ ਕਿ ਤੂੰ ਆਪਣੇ ਟੀਚੇ ਵੱਲ ਅੱਗੇ ਵੱਧਦਾ ਜਾਵੇਂ। ਜੇ ਤੂੰ ਜੰਗ ਦੇ ਖਤਮ ਹੋਣ ਤੱਕ ਦੀ ਉਡੀਕ ਕਰਨੀ ਪਵੇ ਤਾਂ ਉਡੀਕ ਲੈ, ਪਰ ਜੇ ਇਸ ਤੋਂ ਪਹਿਲਾਂ ਵੀ ਜਾਣਾ ਚਾਹੇ ਤਾਂ ਤੈਨੂੰ ਆਪਣਾ ਸੁਪਨਾ ਪੂਰਾ ਕਰਨ ਲਈ ਜਾਣਾ ਚਾਹੀਦਾ ਹੈ। ਹਵਾ ਨਾਲ ਟਿੱਬੇ ਬਦਲ ਜਾਂਦੇ ਹਨ ਪਰ ਮਾਰੂਥਲ ਕਦੇ ਨਹੀਂ ਬਦਲਦਾ। ਸਾਡਾ ਇੱਕ ਦੂਜੇ ਨਾਲ ਪਿਆਰ ਵੀ ਇਸੇ ਤਰ੍ਹਾਂ ਹੀ ਰਹੇਗਾ। ਮਕਤੂਬ, ਮੈਂ ਸੱਚਮੁੱਚ ਹੀ ਤੇਰੇ ਸੁਪਨੇ ਦਾ ਹਿੱਸਾ ਤੇ ਤੂੰ ਇੱਕ ਦਿਨ ਜ਼ਰੂਰ ਵਾਪਸ ਪਰਤੇਂਗਾ। ਮੁੰਡਾ ਉਸ ਦਿਨ ਜਦੋਂ ਉਸ ਕੋਲੋਂ ਉੱਠ ਕੇ ਆਇਆ ਤਾਂ ਉਦਾਸ ਸੀ। ਉਹਨੇ ਆਪਣੇ ਸਾਰੇ ਵਾਕਫਕਾਰ ਸ਼ਾਦੀशुदा ਆਜੜੀਆਂ ਬਾਰੇ ਸੋਚਿਆ। ਉਹ ਆਪਣੀਆਂ ਪਤਨੀਆਂ ਨੂੰ ਬੜੀ ਮੁਸ਼ਕਲ ਨਾਲ ਇਹ ਸਮਝਾ ਸਕਦੇ ਸਨ ਕਿ ਉਹਨਾਂ ਨੂੰ ਦੂਰ ਦੀਆਂ ਚਰਾਗਾਹਾਂ 'ਚ ਜਾਣਾ ਪੈਣਾ ਹੈ। ਪਿਆਰ ਇਸ ਗੱਲ ਦੀ ਤਵੱਕੋ ਕਰਦਾ ਸੀ ਕਿ ਉਹਨਾਂ ਕੋਲ ਲੋਕਾਂ ਦੇ ਕੋਲ ਰਹਿਣ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਸਨ। ਅਗਲੀ ਮੁਲਾਕਾਤ 'ਚ ਉਹਨੇ ਇਹ ਗੱਲ ਫਾਤਮਾ ਨੂੰ ਦੱਸੀ।
ਉਹ ਕਹਿਣ ਲੱਗੀ, ਮਾਰੂਥਲ ਸਾਡੇ ਮਰਦਾਂ ਨੂੰ ਸਾਡੇ ਕੋਲੋਂ ਦੂਰ ਲੈ ਜਾਂਦਾ ਹੈ ਤੇ ਜ਼ਰੂਰੀ ਨਹੀਂ ਕਿ ਉਹ ਸਾਰੇ ਦੇ ਸਾਰੇ ਸਦਾ ਹੀ ਪਰਤ ਆਉਣ। ਸਾਨੂੰ ਇਹਦਾ ਪਤਾ ਹੈ ਕਿ ਜਿਸ ਇਹਦੀਆਂ ਅਸੀਂ ਆਦੀ ਹੋ ਚੁੱਕੀਆਂ, ਜਿਹੜੇ ਵਾਪਸ ਨਹੀਂ ਪਰਤਦੇ ਉਹ ਬੱਦਲਾਂ ਦਾ ਹਿੱਸਾ ਬਣ ਜਾਂਦੇ ਹਨ। ਉਹਨਾਂ ਜਾਨਵਰਾਂ 'ਚ ਬਦਲ ਜਾਂਦੇ ਹਨ ਜਿਹੜੇ ਝਾੜੀਆਂ 'ਚ ਛੁਪੇ ਹੁੰਦੇ ਹਨ, ਤੇ ਉਸ ਪਾਣੀ 'ਚ ਜਿਹੜਾ ਧਰਤੀ 'ਚੋਂ ਆਉਂਦਾ ਹੈ ਉਹ ਸਭ ਕਾਸੇ ਦਾ ਹਿੱਸਾ ਬਣ ਜਾਂਦੇ ਹਨ। ਉਹ ਸੰਸਾਰ ਦੀ ਆਤਮਾ ਬਣ ਜਾਂਦੇ ਹਨ। ਕੁਝ ਵਾਪਸ ਵੀ ਪਰਤ ਆਉਂਦੇ ਹਨ। ਇਸ ਨਾਲ ਹੋਰ ਔਰਤਾਂ ਖੁਸ਼ ਹੁੰਦੀਆਂ ਹਨ, ਕਿਉਂਕਿ ਉਹਨਾਂ ਦਾ ਯਕੀਨ ਹੁੰਦਾ ਹੈ ਕਿ ਕਦੀ ਉਹਨਾਂ ਦੇ ਮਰਦ ਵੀ ਵਾਪਸ ਪਰਤ ਆਉਣਗੇ। ਮੈਂ ਉਹਨਾਂ ਔਰਤਾਂ ਵੱਲ ਦੇਖਦੀ ਸੀ ਕਿ ਉਹਨਾਂ ਦੀ ਖੁਸ਼ੀ ਨਾਲ ਮੈਨੂੰ ਈਰਖਾ ਹੁੰਦੀ ਸੀ। ਹੁਣ ਮੈਂ ਵੀ ਉਹਨਾਂ ਔਰਤਾਂ ਵਿੱਚੋਂ ਇੱਕ ਹੋ ਗਈ ਹਾਂ ਜਿਹੜੀਆਂ ਉਡੀਕ ਕਰਦੀਆਂ ਸਨ। ਮੈਂ ਮਾਰੂਥਲ ਦੀ ਔਰਤ ਹਾਂ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਚਾਹੁੰਦੀ ਹਾਂ ਕਿ ਮੇਰਾ ਖਾਵੰਦ ਉਸੇ ਤਰ੍ਹਾਂ ਆਜ਼ਾਦ ਘੁੰਮੇ ਜਿਸ ਤਰ੍ਹਾਂ ਇਹਨਾਂ ਟਿੱਬਿਆਂ ਦਾ ਆਕਾਰ ਬਦਲਣ ਵਾਲੀ ਹਵਾ ਘੁੰਮਦੀ ਹੈ, ਤੇ ਜੇ ਮੈਨੂੰ ਲੋੜ ਪਈ ਤਾਂ ਮੈਂ ਇਸ ਗੱਲ ਨੂੰ ਪ੍ਰਵਾਨ ਕਰ ਲਵਾਂਗੀ ਕਿ ਉਹ ਆਖਰਕਾਰ ਬੱਦਲਾਂ, ਜਾਨਵਰਾਂ ਤੇ ਮਾਰੂਥਲਾਂ ਦੇ ਪਾਣੀ ਦਾ ਹਿੱਸਾ ਬਣ ਗਿਆ। ਮੁੰਡਾ ਅੰਗਰੇਜ਼ ਨੂੰ ਲੱਭਣ ਗਿਆ। ਉਹਨੂੰ ਫਾਤਮਾ ਬਾਰੇ ਦੱਸਣਾ ਚਾਹੁੰਦਾ ਸੀ। ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਅੰਗਰੇਜ਼ ਨੇ ਆਪਣੇ ਤੰਬੂ ਦੇ ਬਾਹਰ ਇੱਕ ਭੱਠੀ ਬਣਾ ਰੱਖੀ ਸੀ। ਇਹ ਅਜੀਬ ਭੱਠੀ ਸੀ ਜਿਸ ਹੇਠਾਂ ਲੱਕੜਾਂ ਦੀ ਅੱਗ ਬਾਲੀ ਹੋਈ ਸੀ ਤੇ ਉੱਪਰ ਸ਼ੀਸ਼ੇ ਦਾ ਇੱਕ ਬਰਤਨ ਗਰਮ ਹੋ ਰਿਹਾ ਸੀ। ਅੰਗਰੇਜ਼ ਮਾਰੂਥਲ ਵੱਲ ਦੇਖ ਰਿਹਾ ਸੀ ਤੇ ਉਹਦੀਆਂ ਅੱਖਾਂ 'ਚ ਚਮਕ ਸੀ। ਉਸ ਵੇਲੇ ਨਾਲ ਕਿਤੇ ਜ਼ਿਆਦਾ ਸੀ ਜਦੋਂ ਆਪਣੀ ਕਿਤਾਬਾਂ ਪੜ੍ਹਦਾ ਸੀ। ਉਹ ਕਹਿਣ ਲੱਗਾ, ਇਹ ਮੇਰੇ ਕੰਮ ਦਾ ਮੇਰਾ ਪਹਿਲਾ ਦੌਰ ਹੈ। ਮੈਨੂੰ ਗੰਧਕ ਅਲੱਗ ਕਰਨੀ ਪੈਣੀ ਹੈ। ਇਸ ਕੰਮ ਨੂੰ ਸਫਲਤਾ ਨਾਲ ਕਰਨ ਲਈ ਮੇਰੇ ਅੰਦਰ ਅਸਫਲਤਾ ਦਾ ਕੋਈ ਡਰ ਨਹੀਂ ਰਹਿਣਾ ਚਾਹੀਦਾ। ਪਹਿਲਾਂ ਇਹ ਅਸਫਲਤਾ ਦਾ ਹੀ ਡਰ ਸੀ ਜਿਸ ਕਰਕੇ ਇਸ ਅਜ਼ੀਮ ਕਾਰਜ ਨੂੰ ਕਰਨ ਤੋਂ ਕਤਰਾਉਂਦਾ ਸੀ। ਹੁਣ ਮੈਂ ਉਹ ਕੁਝ ਕਰਨਾ ਸ਼ੁਰੂ ਕਰ ਰਿਹਾ ਜਿਹੜਾ ਮੈਨੂੰ 10 ਸਾਲ ਪਹਿਲਾਂ ਸ਼ੁਰੂ ਕਰਨਾ ਚਾਹੀਦਾ ਸੀ, ਪਰ ਹੁਣ ਮੈਂ ਇਸ ਲਈ ਖੁਸ਼ ਹਾਂ ਕਿ ਮੈਨੂੰ ਇਸ ਕੰਮ ਲਈ 20 ਸਾਲ ਨਹੀਂ ਉਡੀਕਣਾ ਪਿਆ। ਉਹ ਅੱਗ ਵਿੱਚ ਹੋਰ ਬਾਲਣ ਝੋਕਦਾ ਰਿਹਾ। ਮੁੰਡਾ ਉਸ ਕੋਲ ਉਨੀ ਦੇਰ ਤੱਕ ਬੈਠਾ ਰਿਹਾ ਜਦ ਤੱਕ ਡੁੱਬ ਗਏ ਸੂਰਜ ਨੇ ਮਾਰੂਥਲ ਨੂੰ ਗੁਲਾਬੀ ਰੰਗ ਨਾ ਦੇ ਦਿੱਤਾ। ਉਹਦੇ ਮਨ 'ਚ ਇੱਛਾ ਹੋਈ ਕਿ ਮਾਰੂਥਲ 'ਚ ਜਾਵੇ ਤੇ ਇਹ ਜਾਣਨ ਦੀ ਕੋਸ਼ਿਸ਼ ਕਰੇ ਕਿ ਇਹਦੀ ਚੁੱਪ ਵਿੱਚੋਂ ਉਹਦੇ ਸਵਾਲਾਂ ਦੇ ਜਵਾਬ ਲੱਭਦੇ ਹਨ ਜਾਂ ਨਹੀਂ। ਕੁਝ ਦੇਰ ਤੱਕ ਉਹ ਐਵੇਂ ਘੁੰਮਦਾ ਰਿਹਾ। ਅਜਿਹਾ ਕਰਦੇ ਹੋਏ ਉਹਨੇ ਨਖਲਿਸਤਾਨ ਦੀਆਂ ਖਜੂਰ ਦਿਆਂ ਦਰਖਤਾਂ ਨੂੰ ਆਪਣੀ ਨਜ਼ਰ 'ਚ ਰੱਖਿਆ। ਉਹਨੇ ਹਵਾ ਨੂੰ ਸੁਣਿਆ, ਆਪਣੇ ਪੈਰਾਂ ਹੇਠਲੇ ਪੱਥਰਾਂ ਨੂੰ ਮਹਿਸੂਸ ਕੀਤਾ। ਕਿਤੇ ਨਾ ਕਿਤੇ ਉਹਨੂੰ ਕੋਈ ਘੋਗਾ ਮਿਲ ਜਾਂਦਾ ਤੇ ਉਹਨੂੰ ਸਮਝ ਆਈ ਕਿ ਬਹੁਤ ਪੁਰਾਤਨ ਸਮਿਆਂ ਦੇ ਵਿੱਚ ਮਾਰੂਥਲ ਵਾਲੀ ਥਾਂ ਤੇ ਕਦੇ ਸਮੁੰਦਰ ਹੁੰਦਾ ਸੀ। ਤੇ ਉਹ ਇੱਕ ਪੱਥਰ ਤੇ ਬੈਠ ਗਿਆ ਤੇ ਆਪਣੇ ਆਪ ਨੂੰ ਦਿਸਹੱਦੇ ਦੇ ਜਾਦੂਈ ਪ੍ਰਭਾਵ ਹੇਠ ਆਉਣ ਦਿੱਤਾ। ਉਹਨੇ ਕੋਸ਼ਿਸ਼ ਕੀਤੀ ਕਿ ਪਿਆਰ ਨੂੰ ਕਬਜ਼ੇ ਨਾਲੋਂ ਅਲੱਗ ਭਾਵ ਦੇ ਤੌਰ ਤੇ ਵਿਚਾਰ ਕਰ ਸਕੇ, ਪਰ ਉਹ ਦੋਵਾਂ ਨੂੰ ਅਲੱਗ ਨਾ ਕਰ ਸਕਿਆ। ਪਰ ਫਾਤਮਾ ਮਾਰੂਥਲ ਦੀ ਔਰਤ ਸੀ ਤੇ ਜੇ ਕੋਈ ਚੀਜ਼ ਮੁੰਡੇ ਨੂੰ ਉਸ ਬਾਰੇ ਸਮਝਾ ਸਕਦੀ ਸੀ ਤਾਂ ਉਹ ਮਾਰੂਥਲ ਸੀ। ਜਦੋਂ ਉੱਥੇ ਬੈਠਾ ਸੋਚ ਰਿਹਾ ਸੀ ਤਾਂ ਉਹਨੇ ਮਹਿਸੂਸ ਕੀਤਾ ਕਿ ਉਹਦੇ ਉੱਪਰ ਕੋਈ ਹਰਕਤ ਹੋ ਰਹੀ ਹੈ। ਉਹਨੇ ਦੇਖਿਆ ਕਿ 2 ਸ਼ਿਕਰੇ ਅਸਮਾਨ 'ਚ ਉੱਚੇ ਉੱਡ ਰਹੇ ਸਨ। ਉਹ ਸ਼ਿਕਰਿਆਂ ਨੂੰ ਹਵਾ 'ਚ ਲਹਿਰਾਉਂਦੇ ਦੇਖਦਾ ਰਿਹਾ, ਭਾਵੇਂ ਉਹਨਾਂ ਦੇ ਉੱਡਣ 'ਚ ਕੋਈ ਖਾਸ ਤਰਤੀਬ ਦਿਖਾਈ ਨਹੀਂ ਸੀ ਦਿੰਦੀ। ਫਿਰ ਵੀ ਮੁੰਡੇ ਨੂੰ ਕੁਝ ਸਮਝ ਆਉਂਦੀ ਮਹਿਸੂਸ ਹੋਈ। ਗੱਲ ਸਿਰਫ ਇੰਨੀ ਸੀ ਕਿ ਉਹ ਉਹਦੇ ਮਤਲਬ ਨਹੀਂ ਸੀ ਸਮਝ ਪਾ ਰਿਹਾ। ਉਹ ਪੰਛੀਆਂ ਦੀ ਉਡਾਨ ਵੱਲ ਲਗਾਤਾਰ ਦੇਖਦਾ ਰਿਹਾ ਤੇ ਇਹਨਾਂ ਵਿਚਲੇ ਅਰਥ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ। ਖਬਰੇ ਮਾਰੂਥਲ ਦੇ ਪੰਛੀ ਉਹਨੂੰ ਕਬਜ਼ੇ ਦੀ ਭਾਵਨਾ ਤੋਂ ਬਿਨਾਂ ਪਿਆਰ ਕਰਨ ਦੇ ਅਰਥ ਸਮਝਾ ਸਕਣ। ਉਹਨੂੰ ਨੀਂਦ ਆਉਣ ਲੱਗੀ। ਉਹਦੇ ਦਿਲ 'ਚ ਜਾਗਦੇ ਰਹਿਣ ਦੀ ਇੱਛਾ ਸੀ, ਪਰ ਨਾਲ ਦੀ ਨਾਲ ਉਹ ਸੌਣਾ ਵੀ ਚਾਹੁੰਦਾ ਸੀ। ਉਹਨੇ ਆਪਣੇ ਆਪ ਨੂੰ ਕਿਹਾ, ਮੈਂ ਸੰਸਾਰ ਦੀ ਭਾਸ਼ਾ ਸਿੱਖ ਰਿਹਾ ਤੇ ਸੰਸਾਰ ਦੀ ਹਰ ਚੀਜ਼ ਹੀ ਮੇਰੇ ਲਈ ਅਰਥ ਭਰਪੂਰ ਹੋਣੀ ਸ਼ੁਰੂ ਹੋ ਗਈ ਹੈ, ਇੱਥੋਂ ਤੱਕ ਕਿ ਇਹਨਾਂ ਸ਼ਿਕਰਿਆਂ ਦੀ ਉਡਾਨ ਵੀ। ਤੇ ਇਹੋ ਜਿਹਾ ਸੋਚਦੇ ਹੋਏ ਉਹ ਇਸ ਗੱਲ ਦਾ ਸ਼ੁਕਰਗੁਜ਼ਾਰ ਸੀ ਕਿ ਉਹਨੂੰ ਇਸ਼ਕ ਹੋ ਗਿਆ। ਉਹਨੇ ਸੋਚਿਆ ਕਿ ਜਦੋਂ ਤੁਹਾਨੂੰ ਪਿਆਰ ਹੋ ਗਿਆ ਹੁੰਦਾ ਤਾਂ ਸਭ ਚੀਜ਼ਾਂ ਦੇ ਅਰਥ ਵਧੇਰੇ ਸਪਸ਼ਟ ਹੋਣ ਲੱਗਦੇ ਹਨ। ਅਚਨਚੇਤ ਇੱਕ ਸ਼ਿਕਰੇ ਨੇ ਅਸਮਾਨ ਵਿੱਚ ਥੱਲੇ ਵੱਲ ਨੂੰ ਚੁੱਭੀ ਮਾਰੀ ਤੇ ਦੂਜੇ ਸ਼ਿਕਰੇ ਤੇ ਹਮਲਾ ਕਰ ਦਿੱਤਾ। ਜਿਉਂ ਹੀ ਇਸ ਤਰ੍ਹਾਂ ਹੋਇਆ, ਮੁੰਡੇ ਦੇ ਦਿਮਾਗ 'ਚ ਇੱਕਦਮ ਇੱਕ ਅਕਸ ਉੱਭਰਿਆ। ਇੱਕ ਪੂਰੀ ਫੌਜ ਤਲਵਾਰਾਂ ਲਈ ਨਖਲਿਸਤਾਨ ਤੇ ਹਮਲਾ ਕਰ ਰਹੀ ਸੀ। ਇਹ ਦ੍ਰਿਸ਼ ਇੱਕਦਮ ਹੀ ਖਤਮ ਹੋ ਗਿਆ, ਪਰ ਇਸ ਨਾਲ ਉਹ ਤ੍ਰਹਿ ਗਿਆ। ਉਹਨੇ ਸੁਣਿਆ ਹੋਇਆ ਸੀ ਕਿ ਲੋਕ ਮ੍ਰਿਗ ਤ੍ਰਿਸ਼ਨਾ ਦੀਆਂ ਗੱਲਾਂ ਕਰਦੇ ਹਨ ਤੇ ਉਹਨੇ ਖੁਦ ਵੀ ਅਜਿਹਾ ਦੇਖਿਆ ਹੋਇਆ ਸੀ। ਇਹ ਉਹ ਇੱਛਾਵਾਂ ਸਨ ਜਿਹੜੀਆਂ ਆਪਣੀ ਤੀਬਰਤਾ ਕਾਰਨ ਮਾਰੂਥਲ ਦੀ ਰੇਤਾ ਤੇ ਪ੍ਰਗਟ ਹੁੰਦੀਆਂ ਸਨ, ਪਰ ਉਹਨੇ ਕਦੇ ਵੀ ਇਸ ਤਰ੍ਹਾਂ ਦੀ ਇੱਛਾ ਨਹੀਂ ਸੀ ਕੀਤੀ ਕਿ ਕੋਈ ਫੌਜ ਮਾਰੂਥਲ ਤੇ ਹਮਲਾ ਕਰ ਦੇਵੇ।
ਉਹ ਇਸ ਬਾਰੇ ਭੁੱਲਣਾ ਚਾਹੁੰਦਾ ਸੀ ਤੇ ਮੁੜ ਆਪਣੀਆਂ ਸੋਚਾਂ 'ਚ ਜਾਣਾ ਚਾਹੁੰਦਾ ਸੀ। ਉਹਨੇ ਆਪਣਾ ਧਿਆਨ ਫਿਰ ਮਾਰੂਥਲ ਦੇ ਗੁਲਾਬੀ ਪਰਛਾਵਿਆਂ ਤੇ ਇਹਦੇ ਪੱਥਰਾਂ ਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਦਿਲ 'ਚ ਕੋਈ ਐਸੀ ਚੀਜ਼ ਸੀ ਜਿਹੜੀ ਉਹਨੂੰ ਇਸ ਤਰ੍ਹਾਂ ਨਹੀਂ ਸੀ ਕਰਨ ਦੇ ਰਹੀ। ਸਦਾ ਨਿਸ਼ਾਨੀਆਂ ਵੱਲ ਧਿਆਨ ਦਿਓ, ਬੁੱਢੇ ਬਾਦਸ਼ਾਹ ਨੇ ਕਿਹਾ ਸੀ ਤੇ ਮੁੰਡੇ ਨੇ ਮੁੜ ਚੇਤੇ ਕੀਤਾ ਕਿ ਉਹਨੇ ਹੁਣੇ ਕੀ ਦ੍ਰਿਸ਼ ਦੇਖਿਆ ਸੀ ਤੇ ਉਹਨੇ ਮਹਿਸੂਸ ਕਰ ਲਿਆ ਕਿ ਅਸਲੀਅਤ 'ਚ ਕੀ ਹੋਣ ਵਾਲਾ ਹੈ। ਉਹ ਉੱਠਿਆ ਤੇ ਖਜੂਰ ਦੇ ਦਰਖਤਾਂ ਵੱਲ ਨੂੰ ਚੱਲ ਪਿਆ। ਇੱਕ ਵਾਰ ਫਿਰ ਉਹਨੇ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ 'ਚ ਕਈ ਭਾਸ਼ਾਵਾਂ ਮਹਿਸੂਸ ਕੀਤੀਆਂ। ਇਸ ਵਾਰ ਮਾਰੂਥਲ ਸੁਰੱਖਿਅਤ ਸੀ, ਪਰ ਨਖਲਿਸਤਾਨ ਖਤਰਨਾਕ ਬਣ ਗਿਆ ਸੀ। ਊਠ ਵਾਲਾ ਖਜੂਰ ਦੇ ਇੱਕ ਦਰਖਤ ਦੇ ਮੁੱਢ 'ਚ ਬੈਠਾ ਡੁੱਬਦੇ ਸੂਰਜ ਨੂੰ ਦੇਖ ਰਿਹਾ ਸੀ। ਉਹਨੇ ਦੇਖਿਆ ਕਿ ਮੁੰਡਾ ਟਿੱਬਿਆਂ ਦੇ ਪਿੱਛੋਂ ਆ ਰਿਹਾ। ਮੁੰਡਾ ਕਹਿਣ ਲੱਗਾ, ਫੌਜ ਆ ਰਹੀ ਹੈ, ਮੈਂ ਹੁਣੇ ਇੱਕ ਭਰਮ ਦ੍ਰਿਸ਼ ਦੇਖਿਆ। ਮਾਰੂਥਲ ਲੋਕਾਂ ਦੇ ਦਿਲਾਂ 'ਚ ਇਸ ਤਰ੍ਹਾਂ ਦੇ ਭਰਮ ਪੈਦਾ ਕਰ ਹੀ ਦਿੰਦਾ ਹੈ, ਊਠ ਵਾਲੇ ਨੇ ਜਵਾਬ ਦਿੱਤਾ। ਪਰ ਮੁੰਡੇ ਨੇ ਉਹਨੂੰ ਸ਼ਿਕਰਿਆਂ ਬਾਰੇ ਦੱਸਿਆ। ਉਸ ਦੱਸਿਆ ਕਿ ਉਹ ਸ਼ਿਕਰਿਆਂ ਦੀ ਉਡਾਨ ਦੇਖ ਰਿਹਾ ਸੀ। ਅਚਨਚੇਤ ਹੀ ਉਹਨੇ ਮਹਿਸੂਸ ਕੀਤਾ ਕਿ ਉਹ ਚੁੱਭੀ ਮਾਰ ਕੇ ਸੰਸਾਰ ਦੀ ਆਤਮਾ 'ਚ ਦਾਖਲ ਹੋ ਗਿਆ। ਊਠ ਵਾਲਾ ਸਮਝ ਗਿਆ ਕਿ ਮੁੰਡਾ ਕੀ ਕਹਿਣਾ ਚਾਹੁੰਦਾ ਹੈ। ਉਹ ਜਾਣਦਾ ਸੀ ਕਿ ਇਸ ਧਰਤੀ ਉੱਤੇ ਕੋਈ ਵੀ ਚੀਜ਼ ਹੋਰ ਸਭ ਚੀਜ਼ਾਂ ਦਾ ਇਤਿਹਾਸ ਜ਼ਾਹਰ ਕਰ ਦਿੰਦੀ ਹੈ। ਬੰਦਾ ਕਿਸੇ ਕਿਤਾਬ ਨੂੰ ਕਿਸੇ ਵੀ ਪੰਨੇ ਤੇ ਖੋਲ੍ਹੇ ਜਾਂ ਕਿਸੇ ਬੰਦੇ ਦੇ ਹੱਥ ਨੂੰ ਦੇਖੇ, ਕੋਈ ਕਾਰਡ ਪੜ੍ਹੇ ਜਾਂ ਪੰਛੀਆਂ ਦੀ ਉਡਾਨ ਨੂੰ ਦੇਖੇ, ਜਿਸ ਕਿਸੇ ਨੂੰ ਵੀ ਉਹ ਦੇਖੇ ਉਹਦਾ ਉਸ ਪਲ ਦੇ ਆਪਣੇ ਅਨੁਭਵ ਨਾਲ ਸੰਬੰਧ ਜੋੜ ਸਕਦਾ ਹੈ। ਅਸਲ 'ਚ ਉਹ ਚੀਜ਼ਾਂ ਹੀ ਆਪਣੇ ਆਪ ਵਿੱਚ ਕਿਸੇ ਚੀਜ਼ ਦਾ ਪ੍ਰਗਟਾਵਾ ਨਹੀਂ ਕਰ ਰਹੀਆਂ ਹੁੰਦੀਆਂ, ਸਿਰਫ ਉਹਨਾਂ ਨੂੰ ਦੇਖ ਰਹੇ ਆਦਮੀ ਹੀ ਮਹਿਸੂਸ ਕਰ ਸਕਦੇ ਹਨ ਕਿ ਉਹਨਾਂ ਨੇ ਸੰਸਾਰ ਦੀ ਆਤਮਾ ਵਿੱਚ ਚੁੱਭੀ ਮਾਰਨ ਦਾ ਸਾਧਨ ਕਿਵੇਂ ਲੱਭਣਾ ਹੈ। ਮਾਰੂਥਲ 'ਚ ਐਸੀ ਆਦਮੀਆਂ ਦੀ ਭਰਮਾਰ ਸੀ ਜਿਹੜੇ ਆਸਾਨੀ ਨਾਲ ਆਪਣੀ ਰੋਜ਼ੀ ਰੋਟੀ ਕਮਾ ਰਹੇ ਸਨ। ਜਿਸ ਆਸਾਨੀ ਨਾਲ ਉਹ ਸੰਸਾਰ ਦੀ ਆਤਮਾ 'ਚ ਚੁੱਭੀ ਮਾਰ ਸਕਦੇ ਸਨ, ਉਹਨਾਂ ਨੂੰ ਨਜੂਮੀ ਕਿਹਾ ਜਾਂਦਾ ਸੀ ਤੇ ਔਰਤਾਂ ਤੇ ਬਜ਼ੁਰਗ ਉਹਨਾਂ ਤੋਂ ਬਹੁਤ ਡਰਦੇ ਸੀ। ਕਬੀਲਿਆਂ ਵਾਲੇ ਵੀ ਉਹਨਾਂ ਨਾਲ ਸਲਾਹ ਕਰਨ ਤੋਂ ਜੱਕਦੇ ਸੀ, ਕਿਉਂਕਿ ਜੇ ਪਤਾ ਲੱਗ ਜਾਏ ਕਿ ਕੋਈ ਬੰਦਾ ਜੰਗ 'ਚ ਮਾਰਿਆ ਜਾਏਗਾ ਤਾਂ ਜੰਗ ਚੰਗੀ ਤਰ੍ਹਾਂ ਲੜਨਾ ਸੰਭਵ ਨਹੀਂ ਸੀ ਰਹਿੰਦਾ। ਕਬਾਇਲੀ ਜੰਗਜੂ ਲੜਾਈ ਦਾ ਸਵਾਦ ਮਾਨਣ ਨੂੰ ਪਹਿਲ ਦਿੰਦੇ ਸਨ ਤੇ ਨਾਲ ਹੀ ਉਹਨਾਂ 'ਚ ਇਸ ਗੱਲ ਦਾ ਉਤਸ਼ਾਹ ਵੀ ਹੁੰਦਾ ਸੀ ਕਿ ਉਹਨਾਂ ਨੂੰ ਲੜਾਈ ਦੇ ਸਿੱਟੇ ਦਾ ਪਤਾ ਨਹੀਂ ਹੈ। ਭਵਿੱਖ ਤਾਂ ਅੱਲਾ ਨੇ ਪਹਿਲਾਂ ਹੀ ਲਿਖਿਆ ਹੋਇਆ ਤੇ ਜੋ ਕੁਝ ਵੀ ਲਿਖਿਆ ਹੈ ਉਹ ਮਨੁੱਖ ਦੇ ਭਲੇ ਲਈ ਹੀ ਹੈ। ਇਸ ਲਈ ਕਬਾਇਲੀ ਲੋਕ ਸਿਰਫ ਵਰਤਮਾਨ 'ਚ ਹੀ ਜਿਉਂਦੇ ਸਨ, ਕਿਉਂਕਿ ਵਰਤਮਾਨ ਹੈਰਾਨੀਆਂ ਨਾਲ ਭਰਿਆ ਹੋਇਆ ਸੀ ਤੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਤੋਂ ਚੌਕਸ ਰਹਿਣਾ ਪੈਂਦਾ ਸੀ। ਦੁਸ਼ਮਣ ਦੀ ਤਲਵਾਰ ਕਿੱਥੇ ਸੀ, ਉਹਦਾ ਘੋੜਾ ਕਿੱਥੇ ਸੀ, ਜਿਉਂਦੇ ਰਹਿਣ ਲਈ ਉਹਨੂੰ ਅਗਲਾ ਵਾਰ ਕਿੱਥੇ ਕਰਨਾ ਚਾਹੀਦਾ ਸੀ। ਊਠ ਵਾਲਾ ਖੁਦ ਲੜਾਕਾ ਨਹੀਂ ਸੀ ਤੇ ਉਹਨੇ ਨਜੂਮੀਆਂ ਨਾਲ ਸਲਾਹ ਮਸ਼ਵਰਾ ਕੀਤਾ ਹੋਇਆ ਸੀ। ਉਹਨਾਂ 'ਚੋਂ ਕਈਆਂ ਦੀਆਂ ਕਈਆਂ ਹੋਈਆਂ ਗੱਲਾਂ ਸਹੀ ਸਾਬਤ ਹੁੰਦੀਆਂ ਸਨ, ਜਦੋਂ ਕਿ ਕੁਝ ਗਲਤ ਵੀ ਹੋਈਆਂ ਸਨ। ਇੱਕ ਦਿਨ ਸਭ ਤੋਂ ਬਜ਼ੁਰਗ ਨਜੂਮੀ, ਜਿਸ ਤੋਂ ਲੋਕ ਸਭ ਤੋਂ ਵੱਧ ਡਰਦੇ ਸੀ, ਉਹਨੂੰ ਪੁੱਛਿਆ ਕਿ ਉਹ ਭਵਿੱਖ 'ਚ ਇੰਨੀ ਦਿਲਚਸਪੀ ਕਿਉਂ ਰੱਖਦਾ ਹੈ। ਉਸਨੇ ਜਵਾਬ ਦਿੱਤਾ ਕਿ ਇਸ ਲਈ ਕਿ ਮੈਂ ਐਸੇ ਕੰਮ ਕਰ ਸਕਾਂ ਜਿਹੜੇ ਮੈਂ ਕਰਨਾ ਚਾਹੁੰਦਾ ਤੇ ਉਹਨਾਂ ਨੂੰ ਬਦਲ ਸਕਾਂ ਜਿਨ੍ਹਾਂ ਨੂੰ ਮੈਂ ਵਾਪਰਨ ਨਹੀਂ ਦੇਣਾ ਚਾਹੁੰਦਾ। ਨਜੂਮੀ ਨੇ ਕਿਹਾ ਸੀ, ਪਰ ਤਾਂ ਫਿਰ ਇਹ ਤੇਰੇ ਭਵਿੱਖ ਦੀਆਂ ਹਿੱਸਾ ਨਹੀਂ ਰਹਿ ਜਾਣਗੀਆਂ। ਖਬਰੇ ਮੈਂ ਭਵਿੱਖ ਨੂੰ ਇਸ ਲਈ ਜਾਣਨਾ ਚਾਹੁੰਦਾ ਤਾਂ ਕਿ ਮੈਂ ਆਉਣ ਵਾਲੀਆਂ ਘਟਨਾਵਾਂ ਲਈ ਆਪਣੇ ਆਪ ਨੂੰ ਤਿਆਰ ਕਰ ਸਕਾਂ। ਨਜੂਮੀ ਨੇ ਕਿਹਾ, ਜੇਕਰ ਚੰਗੀਆਂ ਗੱਲਾਂ ਵਾਪਰਨ ਤਾਂ ਬੜੀਆਂ ਸੁਖਦ ਹੋਣਗੀਆਂ। ਜੇ ਹਾਲਾਤ ਮਾੜੇ ਹੋਣ ਤੇ ਤੈਨੂੰ ਇਹਨਾਂ ਦਾ ਪਹਿਲਾਂ ਹੀ ਪਤਾ ਹੋਵੇ ਤਾਂ ਤੂੰ ਇਹਨਾਂ ਦੇ ਵਾਪਰਨ ਤੋਂ ਪਹਿਲਾਂ ਹੀ ਦੁਖੀ ਹੋ ਜਾਏਗਾ। ਊਠ ਵਾਲੇ ਨੇ ਨਜੂਮੀ ਨੂੰ ਕਿਹਾ ਸੀ, ਮੈਂ ਇਸ ਲਈ ਭਵਿੱਖ ਜਾਣਨਾ ਚਾਹੁੰਦਾ ਕਿਉਂਕਿ ਮੈਂ ਆਦਮੀ ਹਾਂ ਤੇ ਆਦਮੀ ਸਦਾ ਹੀ ਆਪਣੀਆਂ ਜ਼ਿੰਦਗੀਆਂ ਭਵਿੱਖ ਤੇ ਨਿਰਭਰ ਕਰਦੇ ਹੋਏ ਬਿਤਾਉਂਦੇ ਹਨ। ਨਜੂਮੀ ਡੱਕੇ ਸੁੱਟਣ ਦਾ ਮਾਹਰ ਸੀ। ਉਹਨੇ ਡੱਕੇ ਜ਼ਮੀਨ ਤੇ ਸੁੱਟੇ ਤੇ ਉਹਨਾਂ ਦੇ ਡਿੱਗਣ ਦੇ ਆਧਾਰ ਤੇ ਭਵਿੱਖਬਾਣੀ ਕੀਤੀ। ਉਸ ਦਿਨ ਉਹਨੇ ਕੁਝ ਨਾ ਕਿਹਾ। ਉਹਨੇ ਇਹ ਡੱਕੇ ਕੱਪੜੇ 'ਚ ਲਪੇਟ ਲਏ ਤੇ ਇਹਨਾਂ ਨੂੰ ਆਪਣੀ ਪੋਟਲੀ 'ਚ ਪਾ ਲਿਆ। ਉਹ ਕਹਿਣ ਲੱਗਾ, ਮੈਂ ਲੋਕਾਂ ਦਾ ਭਵਿੱਖ ਦੱਸ ਕੇ ਰੋਟੀ ਕਮਾਉਂਦਾ। ਮੈਨੂੰ ਇਹਨਾਂ ਡੱਕਿਆਂ ਦਾ ਵਿਗਿਆਨ ਪਤਾ ਹੈ ਤੇ ਮੈਂ ਵੀ ਜਾਣਦਾ ਕਿ ਭਵਿੱਖ ਦੇ ਲਿਖੇ ਹੋਏ ਨੂੰ ਪੜ੍ਹ ਸਕਣ ਲਈ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਹੁੰਦੀ ਹੈ। ਉੱਥੇ ਜਾ ਕੇ ਮੈਂ ਬੀਤੇ ਨੂੰ ਪੜ੍ਹ ਸਕਦਾ, ਉਸ ਸਭ ਕਾਸੇ ਨੂੰ ਲੱਭ ਸਕਦਾ ਜੋ ਕੁਝ ਭੁਲਾਇਆ ਜਾ ਚੁੱਕਾ ਤੇ ਉਹਨਾਂ ਨਿਸ਼ਾਨੀਆਂ ਨੂੰ ਸਮਝ ਸਕਦਾ ਜਿਹੜੀਆਂ ਵਰਤਮਾਨ 'ਚ ਮੌਜੂਦ ਹਨ। ਜਦੋਂ ਕੁਝ ਲੋਕ ਮੇਰੇ ਕੋਲ ਸਲਾਹ ਲੈਣ ਆਉਂਦੇ ਹਨ ਤਾਂ ਉਦੋਂ ਮੈਂ ਭਵਿੱਖ ਪੜ੍ਹ ਨਹੀਂ ਰਿਹਾ ਹੁੰਦਾ,
ਮੈਂ ਤਾਂ ਸਿਰਫ ਭਵਿੱਖ ਦਾ ਅੰਦਾਜ਼ਾ ਲਗਾ ਰਿਹਾ ਹੁੰਦਾ। ਭਵਿੱਖ ਤਾਂ ਅੱਲਾ ਦੇ ਹੱਥ 'ਚ ਹੈ ਤੇ ਇਹ ਅੱਲਾ ਹੀ ਹੈ ਜਿਹੜਾ ਭਵਿੱਖ ਬਾਰੇ ਨਿਵੇਕਲੀਆਂ ਹਾਲਤਾਂ ਵਿੱਚ ਸੰਕੇਤ ਭੇਜਦਾ ਤੇ ਮੈਂ ਭਵਿੱਖ ਦਾ ਅੰਦਾਜ਼ਾ ਕਿਵੇਂ ਲਗਾਉਣਾ? ਵਰਤਮਾਨ ਦੀਆਂ ਨਿਸ਼ਾਨੀਆਂ ਦੇ ਆਧਾਰ ਤੇ। ਅਸਲੀ ਭੇਦ ਤਾਂ ਇੱਥੇ ਵਰਤਮਾਨ ਵਿੱਚ ਹੀ ਹੈ। ਜੇ ਤੁਸੀਂ ਵਰਤਮਾਨ ਵੱਲ ਧਿਆਨ ਦਿਓ ਤਾਂ ਤੁਸੀਂ ਇਹਨੂੰ ਸੁਧਾਰ ਸਕਦੇ ਹੋ, ਤੇ ਜੇ ਤੁਸੀਂ ਵਰਤਮਾਨ ਨੂੰ ਹੀ ਸੁਧਾਰ ਲਓ ਤਾਂ ਭਵਿੱਖ 'ਚ ਆਉਣ ਵਾਲੇ ਹਾਲਾਤ ਬਿਹਤਰ ਹੀ ਹੋਣਗੇ। ਭਵਿੱਖ ਬਾਰੇ ਭੁੱਲ ਜਾ ਤੇ ਆਪਣੀ ਜ਼ਿੰਦਗੀ ਦੇ ਹਰੇਕ ਦਿਨ ਨੂੰ ਇਸ ਭਰੋਸੇ ਨਾਲ ਬਿਤਾ ਕਿ ਅੱਲਾ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ। ਹਰ ਦਿਨ ਆਪਣੇ ਆਪ ਵਿੱਚ ਹੀ ਆਪਣੇ ਆਪ ਨਾਲ ਆਨੰਦਤਾ ਨੂੰ ਲੈ ਕੇ ਆਉਂਦਾ ਹੈ। ਊਠ ਵਾਲੇ ਨੇ ਪੁੱਛਿਆ ਕਿ ਉਹ ਕਿਹੜੀਆਂ ਹਾਲਤਾਂ ਹਨ ਜਿਨ੍ਹਾਂ 'ਚ ਅੱਲਾ ਉਹਨੂੰ ਭਵਿੱਖ ਦੇਖਣ ਦਾ ਮੌਕਾ ਦੇਵੇਗਾ। ਇਹਦਾ ਪ੍ਰਗਟਾਵਾ ਵੀ ਸਿਰਫ ਉਹ ਖੁਦ ਹੀ ਕਰਦਾ ਹੈ ਤੇ ਅੱਲਾ ਆਪ ਕਦੇ ਵੀ ਭਵਿੱਖ ਦਾ ਪ੍ਰਗਟਾਵਾ ਨਹੀਂ ਕਰਦਾ। ਜੇਕਰ ਕਦੇ ਉਹ ਕਰੇ ਤਾਂ ਇਹਦਾ ਸਿਰਫ ਇੱਕੋ ਕਾਰਨ ਹੁੰਦਾ ਹੈ ਕਿ ਭਵਿੱਖ ਜਿਸ ਤਰ੍ਹਾਂ ਲਿਖਿਆ ਗਿਆ ਸੀ ਉਹਨੂੰ ਬਦਲਣ ਦੀ ਲੋੜ ਹੁੰਦੀ ਹੈ। ਊਠ ਵਾਲੇ ਨੇ ਸੋਚਿਆ ਕਿ ਅੱਲਾ ਨੇ ਮੁੰਡੇ ਨੂੰ ਭਵਿੱਖ ਦਾ ਕੁਝ ਹਿੱਸਾ ਦਿਖਾਇਆ ਹੈ। ਅੱਲਾ ਮੁੰਡੇ ਨੂੰ ਹੀ ਕਿਉਂ ਆਪਣੀ ਸਾਧਨ ਬਣਾਉਣਾ ਚਾਹੁੰਦਾ ਹੈ? ਊਠ ਵਾਲਾ ਕਹਿਣ ਲੱਗਾ, ਜਾ ਕੇ ਇਹ ਗੱਲ ਕਬੀਲੇ ਦੇ ਮੁਖੀਆਂ ਨੂੰ ਦੱਸ। ਉਹਨਾਂ ਨੂੰ ਉਹਨਾਂ ਫੌਜਾਂ ਬਾਰੇ ਦੱਸ ਜਿਹੜੀਆਂ ਇੱਧਰ ਨੂੰ ਧਾਵਾ ਕਰ ਰਹੀਆਂ ਹਨ। ਉਹ ਮੇਰੇ ਤੇ ਹੱਸਣਗੇ। ਉਹ ਮਾਰੂਥਲ ਦੇ ਬੰਦੇ ਹਨ ਤੇ ਮਾਰੂਥਲ ਦੇ ਬੰਦੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਨਾਲ ਨਿਪਟਣਾ ਜਾਣਦੇ ਹਨ। ਤਾਂ ਫਿਰ ਉਹ ਸ਼ਾਇਦ ਪਹਿਲਾਂ ਤੋਂ ਹੀ ਜਾਣਦੇ ਹੋਣ। ਇਸ ਵੇਲੇ ਉਹਨਾਂ ਨੂੰ ਇਹਦੀ ਚਿੰਤਾ ਨਹੀਂ ਹੈ। ਉਹ ਜਾਣਦੇ ਹਨ ਕਿ ਜੇ ਅੱਲਾ ਚਾਹੁੰਦਾ ਹੈ ਉਹ ਕੋਈ ਗੱਲ ਜਾਣ ਸਕਣ ਤਾਂ ਕੋਈ ਜਣਾ ਆ ਕੇ ਉਹਨਾਂ ਨੂੰ ਇਸ ਬਾਰੇ ਦੱਸੇਗਾ। ਪਹਿਲਾਂ ਵੀ ਇਸ ਤਰ੍ਹਾਂ ਇੱਕ ਵਾਰ ਹੋ ਚੁੱਕਾ ਹੈ, ਪਰ ਇਸ ਵਾਰੀ ਇਹ ਦੱਸਣ ਵਾਲਾ ਤੂੰ ਹੈ। ਮੁੰਡੇ ਨੇ ਫਾਤਮਾ ਬਾਰੇ ਸੋਚਿਆ ਤੇ ਫੈਸਲਾ ਕੀਤਾ ਕਿ ਉਹ ਕਬੀਲੇ ਦੇ ਮੁਖੀਆਂ ਨੂੰ ਮਿਲੇਗਾ। ਅੰਗ 17ਵਾਂ। ਮੁੰਡਾ ਨਖਲਿਸਤਾਨ ਦੇ ਐਨ ਵਿਚਕਾਰ ਬਣੇ ਵੱਡੇ ਚਿੱਟੇ ਰੰਗ ਦੇ ਤੰਬੂ ਦੇ ਬਾਹਰ ਖੜੇ ਪਹਿਰੇਦਾਰ ਕੋਲ ਗਿਆ। ਮੈਂ ਮੁਖੀਆਂ ਨੂੰ ਮਿਲਣਾ ਚਾਹੁੰਦਾ। ਮੈਂ ਮਾਰੂਥਲ 'ਚ ਕੁਝ ਨਿਸ਼ਾਨੀਆਂ ਦੇਖੀਆਂ। ਬਿਨਾਂ ਹੁੰਗਾਰਾ ਭਰਿਆ ਪਹਿਰੇਦਾਰ ਤੰਬੂ ਦੇ ਅੰਦਰ ਚਲਾ ਗਿਆ, ਜਿੱਥੇ ਉਹ ਕੁਝ ਸਮਾਂ ਬਾਹਰ ਨਾ ਆਇਆ। ਜਦੋਂ ਬਾਹਰ ਆਇਆ ਤਾਂ ਉਹਦੇ ਨਾਲ ਇੱਕ ਅਰਬੀ ਨੌਜਵਾਨ ਵੀ ਸੀ, ਜਿਹਨੇ ਚਿੱਟੇ ਤੇ ਸੁਨਹਿਰੀ ਰੰਗ ਦੇ ਕੱਪੜੇ ਪਾਏ ਸਨ। ਮੁੰਡੇ ਨੇ ਉਸ ਨੌਜਵਾਨ ਨੂੰ ਦੱਸਿਆ ਕਿ ਉਹਨੇ ਕੀ ਦੇਖਿਆ ਸੀ ਤੇ ਉਸ ਨੌਜਵਾਨ ਨੇ ਉਹਨੂੰ ਉੱਥੇ ਉਡੀਕਣ ਲਈ ਕਿਹਾ। ਫਿਰ ਉਹ ਤੰਬੂ ਦੇ ਅੰਦਰ ਚਲਾ ਗਿਆ। ਰਾਤ ਪੈ ਗਈ। ਬਹੁਤ ਸਾਰੇ ਜੰਗਜੂ ਬੰਦੇ ਆਪਣੇ ਵਪਾਰੀ ਤੰਬੂ 'ਚ ਆਉਂਦੇ ਤੇ ਜਾਂਦੇ ਰਹੇ। ਇੱਕ ਇੱਕ ਕਰਕੇ ਬਾਹਰ ਬਲਦੀਆਂ ਹੋਈਆਂ ਸਾਰੀਆਂ ਅੱਗਾਂ ਬੁਝਾ ਦਿੱਤੀਆਂ ਗਈਆਂ। ਨਖਲਿਸਤਾਨ ਵੀ ਬਿਲਕੁਲ ਮਾਰੂਥਲ ਵਾਂਗ ਹੀ ਚੁੱਪ ਹੋ ਗਿਆ। ਸਿਰਫ ਇਸ ਵੱਡੇ ਤੰਬੂ ਦੀਆਂ ਹੀ ਰੌਸ਼ਨੀਆਂ ਜਗਦੀਆਂ ਰਹੀਆਂ। ਇਸ ਸਾਰੇ ਸਮੇਂ ਦੌਰਾਨ ਮੁੰਡਾ ਫਾਤਮਾ ਬਾਰੇ ਸੋਚਦਾ ਰਿਹਾ ਤੇ ਉਹਨੂੰ ਅਜੇ ਤੱਕ ਵੀ ਫਾਤਮਾ ਨਾਲ ਉਹ ਆਪਣੀ ਆਖਰੀ ਗੱਲਬਾਤ ਦੀ ਸਮਝ ਨਹੀਂ ਸੀ ਆ ਰਹੀ। ਆਖਰਕਾਰ ਕਈ ਘੰਟਿਆਂ ਦੀ ਉਡੀਕ ਤੋਂ ਬਾਅਦ ਪਹਿਰੇਦਾਰ ਮੁੰਡੇ ਨੂੰ ਅੰਦਰ ਲੈ ਕੇ ਗਿਆ। ਅੰਦਰ ਜੋ ਕੁਝ ਉਹਨੇ ਦੇਖਿਆ ਉਸ ਨਾਲ ਮੁੰਡਾ ਹੈਰਾਨ ਹੀ ਰਹਿ ਗਿਆ। ਉਹਨੇ ਤਾਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਮਾਰੂਥਲ ਦੇ ਵਿਚਕਾਰ ਇਸ ਤਰ੍ਹਾਂ ਦਾ ਕੋਈ ਤੰਬੂ ਵੀ ਮੌਜੂਦ ਹੈ। ਜ਼ਮੀਨ ਤੇ ਇਸ ਤਰ੍ਹਾਂ ਦੇ ਖੂਬਸੂਰਤ ਗਲੀਚੇ ਵਿਛੇ ਸਨ ਜਿਹੜੇ ਉਹਨੇ ਅੱਜ ਤੱਕ ਕਦੇ ਵੀ ਨਹੀਂ ਸੀ ਵੇਖੇ। ਤੰਬੂ ਦੀ ਛੱਤ ਦੇ ਨਾਲ ਵੱਡੇ ਵੱਡੇ ਲੈਂਪ ਲਟਕ ਰਹੇ ਸਨ ਜਿਹੜੇ ਸੋਨੇ ਦੇ ਬਣੇ ਹੋਏ ਸਨ ਤੇ ਹਰੇਕ 'ਚ ਮੋਮਬੱਤੀ ਜਗਾਈ ਹੋਈ ਸੀ। ਕਬੀਲੇ ਦੇ ਮੁਖੀ ਤੰਬੂ ਦੇ ਪਿਛਲੇ ਪਾਸੇ ਅਰਧ ਚੱਕਰ ਬਣਾ ਕੇ ਬੈਠੇ ਸਨ। ਉਹਨਾਂ ਦੇ ਹੇਠਾਂ ਬੜੀ ਵਧੀਆ ਕਢਾਈ ਵਾਲੇ ਰੇਸ਼ਮ ਦੇ ਤਕੀਏ ਸਨ। ਨੌਕਰ ਚਾਹ ਤੇ ਮਸਾਲਿਆਂ ਨਾਲ ਭਰੀਆਂ ਥਾਲੀਆਂ ਲੈ ਕੇ ਆ ਜਾ ਰਹੇ ਸਨ। ਕੁਝ ਹੋਰ ਨੌਕਰ ਹੁੱਕਿਆਂ ਦੀ ਅੱਗ ਮਘਾਉਣ 'ਚ ਲੱਗੇ ਹੋਏ ਸਨ। ਮਾਹੌਲ 'ਚ ਤੰਬਾਕੂ ਦੀ ਮਿੱਠੀ ਮਿੱਠੀ ਮਹਿਕ ਫੈਲੀ ਹੋਈ ਸੀ। ਕੁੱਲ 8 ਮੁਖੀ ਸਨ, ਪਰ ਮੁੰਡੇ ਨੇ ਤੁਰੰਤ ਹੀ ਮਹਿਸੂਸ ਕਰ ਲਿਆ ਕਿ ਉਹਨਾਂ ਵਿੱਚ ਸਭ ਤੋਂ ਅਹਿਮ ਕੌਣ ਸੀ। ਇਹ ਚਿੱਟੇ ਤੇ ਸੁਨਹਿਰੀ ਕੱਪੜਿਆਂ ਵਾਲਾ ਅਰਬ ਸੀ ਜਿਹੜਾ ਅਰਧ ਚੱਕਰ ਦੇ ਐਨ ਵਿਚਾਲੇ ਬੈਠਾ ਸੀ। ਉਹਦੇ ਨਾਲ ਹੀ ਉਹ ਨੌਜਵਾਨ ਅਰਬ ਮੁੰਡਾ ਬੈਠਾ ਸੀ ਜਿਸ ਨਾਲ ਮੁੰਡੇ ਨੇ ਪਹਿਲਾਂ ਗੱਲ ਕੀਤੀ ਸੀ। ਮੁਖੀਆਂ ਵਿੱਚੋਂ ਇੱਕ ਨੇ ਮੁੰਡੇ ਵੱਲ ਦੇਖਦੇ ਹੋਏ ਪੁੱਛਿਆ, ਇਹ ਅਜਨਬੀ ਕੌਣ ਹੈ ਜਿਹੜਾ ਨਿਸ਼ਾਨੀਆਂ ਦੀ ਗੱਲ ਕਰਦਾ ਹੈ? ਇਹ ਮੈਂ ਹਾਂ। ਮੁੰਡੇ ਨੇ ਜਵਾਬ ਦਿੱਤਾ ਤੇ ਉਹਨੇ ਇਹ ਵੀ ਦੱਸ ਦਿੱਤਾ ਕਿ ਉਹਨੇ ਕੀ ਦੇਖਿਆ ਸੀ। ਮਾਰੂਥਲ ਇਸ ਤਰ੍ਹਾਂ ਦੀਆਂ ਗੱਲਾਂ ਕਿਸੇ ਅਜਨਬੀ ਕੋਲ ਕਿਉਂ ਪ੍ਰਗਟ ਕਰੇਗਾ ਜਦ ਕਿ ਜਾਣਦਾ ਹੈ ਕਿ ਅਸੀਂ ਕਈ ਪੁਸ਼ਤਾਂ ਤੋਂ ਇੱਥੇ ਹਾਂ? ਇੱਕ ਹੋਰ ਮੁਖੀ ਨੇ ਕਿਹਾ। ਮੁੰਡਾ ਕਹਿਣ ਲੱਗਾ, ਕਿਉਂਕਿ ਮੇਰੀਆਂ ਅੱਖਾਂ ਨੂੰ ਅਜੇ ਵੀ ਮਾਰੂਥਲ ਦੀ ਆਦਤ ਨਹੀਂ ਪਈ। ਮੈਂ ਉਹ ਚੀਜ਼ਾਂ ਦੇਖ ਸਕਦਾ ਜਿਹੜੀਆਂ ਮਾਰੂਥਲ ਦੀਆਂ ਆਦੀ ਹੋ ਚੁੱਕੀਆਂ ਅੱਖਾਂ ਸ਼ਾਇਦ ਨਾ ਵੇਖ ਸਕਣ। ਉਹਨੇ ਸੋਚਿਆ ਕਿਉਂਕਿ ਮੈਂ ਸੰਸਾਰ ਦੀ ਆਤਮਾ ਬਾਰੇ ਵੀ ਜਾਣਦਾ। ਤੀਜਾ ਮੁਖੀ ਕਹਿਣ ਲੱਗਾ, ਨਖਲਿਸਤਾਨ ਸਾਂਝੀ ਜ਼ਮੀਨ ਹੈ, ਇਹਨਾਂ ਤੇ ਕੋਈ ਹਮਲਾ ਨਹੀਂ ਕਰਦਾ। ਮੈਂ ਤਾਂ ਸਿਰਫ ਉਹੀ ਕੁਝ ਦੱਸ ਸਕਦਾ ਜੋ ਕੁਝ ਮੈਂ ਦੇਖਿਆ ਹੈ। ਜੇਕਰ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਤਾਂ ਤੁਹਾਨੂੰ ਇਸ ਬਾਰੇ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ। ਸਾਰੇ ਜਣੇ ਆਪਸ 'ਚ ਵਿਚਾਰ ਵਟਾਂਦਰਾ ਕਰਨ ਲੱਗੇ। ਉਹ ਐਸੀ ਅਰਬੀ ਭਾਸ਼ਾ 'ਚ ਗੱਲ ਕਰ ਰਹੇ ਸਨ ਜਿਹਦੀ ਮੁੰਡੇ ਨੂੰ ਸਮਝ ਨਹੀਂ ਸੀ ਆ ਰਹੀ, ਪਰ ਜਦੋਂ ਉਹਨੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪਹਿਰੇਦਾਰ ਨੇ ਉਹਨੂੰ ਰੁਕਣ ਲਈ ਕਿਹਾ।
ਮੁੰਡਾ ਡਰ ਗਿਆ। ਨਿਸ਼ਾਨੀਆਂ ਦੱਸ ਰਹੀਆਂ ਸਨ ਕਿ ਕੋਈ ਗੜਬੜ ਹੈ। ਉਹਨੂੰ ਅਫਸੋਸ ਹੋਇਆ ਕਿ ਉਹਨੇ ਮਾਰੂਥਲ 'ਚ ਦੇਖੇ ਦ੍ਰਿਸ਼ ਬਾਰੇ ਊਠ ਵਾਲੇ ਨੂੰ ਦੱਸਿਆ ਸੀ। ਅਚਨਚੇਤ ਹੀ ਵਿਚਕਾਰਲਾ ਮੁਖੀਆ ਸ਼ਾਂਤੀ ਨਾਲ ਮੁਸਕਰਾਇਆ ਤੇ ਮੁੰਡੇ ਨੇ ਚੰਗਾ ਚੰਗਾ ਮਹਿਸੂਸ ਕੀਤਾ। ਇਹ ਬੰਦਾ ਬਹਿਸ 'ਚ ਸ਼ਾਮਲ ਨਹੀਂ ਸੀ ਹੋਇਆ ਤੇ ਸਹੀ ਗੱਲ ਤਾਂ ਇਹ ਹੈ ਕਿ ਉਹਨੇ ਇਸ ਵੇਲੇ ਤੱਕ ਇੱਕ ਵੀ ਸ਼ਬਦ ਨਹੀਂ ਸੀ ਬੋਲਿਆ। ਪਰ ਮੁੰਡੇ ਨੂੰ ਹੁਣ ਤੱਕ ਸੰਸਾਰ ਦੀ ਭਾਸ਼ਾ ਦੀ ਆਦਤ ਪੈ ਚੁੱਕੀ ਸੀ ਤੇ ਉਹਨੂੰ ਤੰਬੂ ਦੇ ਵਿੱਚ ਅਮਨ ਦੀਆਂ ਲਹਿਰਾਂ ਮਹਿਸੂਸ ਹੋਣ ਲੱਗੀਆਂ। ਹੁਣ ਉਹ ਮਹਿਸੂਸ ਕਰਨ ਲੱਗਾ ਸੀ ਕਿ ਉਹਨੇ ਠੀਕ ਹੀ ਕੀਤਾ ਸੀ। ਵਿਚਾਰ ਵਟਾਂਦਰਾ ਖਤਮ ਹੋ ਗਿਆ। ਮੁਖੀਆ ਕੁਝ ਪਲਾਂ ਲਈ ਚੁੱਪ ਹੋ ਗਏ ਤੇ ਸੁਣਨ ਲੱਗੇ ਕਿ ਵਡੇਰੀ ਉਮਰ ਦਾ ਆਦਮੀ ਕੀ ਕਹਿ ਰਿਹਾ ਸੀ। ਜਦੋਂ ਉਹਨੇ ਮੁੰਡੇ ਵੱਲ ਮੂੰਹ ਕੀਤਾ ਤਾਂ ਉਹਦਾ ਭਾਵ ਬੜਾ ਠੰਡਾ ਤੇ ਦੂਰ ਵਾਲਾ ਸੀ। ਉਸ ਆਦਮੀ ਨੇ ਹੁਣ ਐਸੀ ਭਾਸ਼ਾ 'ਚ ਗੱਲ ਕੀਤੀ ਜਿਹੜੀ ਮੁੰਡਾ ਸਮਝਦਾ ਸੀ। 2000 ਸਾਲ ਪਹਿਲਾਂ ਕਿਸੇ ਦੂਰ ਦੀ ਧਰਤੀ ਤੇ ਇੱਕ ਐਸੇ ਬੰਦੇ ਨੂੰ ਪਹਿਲਾਂ ਤਹਿਖਾਨੇ 'ਚ ਸੁੱਟ ਦਿੱਤਾ ਗਿਆ ਸੀ ਜਿਹੜਾ ਨਿਸ਼ਾਨੀਆਂ ਵਿੱਚ ਵਿਸ਼ਵਾਸ ਰੱਖਦਾ ਸੀ ਤੇ ਫਿਰ ਉਹਨੂੰ ਗੁਲਾਮ ਬਣਾ ਕੇ ਵੇਚ ਦਿੱਤਾ ਗਿਆ ਸੀ। ਸਾਡੇ ਵਪਾਰੀਆਂ ਨੇ ਉਸ ਆਦਮੀ ਨੂੰ ਖਰੀਦ ਲਿਆ ਤੇ ਉਹਨੂੰ ਇੱਥੇ ਮਿਸਰ ਲੈ ਆਏ। ਅਸੀਂ ਸਭ ਜਾਣਦੇ ਹਾਂ ਕਿ ਜਿਹੜਾ ਬੰਦਾ ਵੀ ਸੁਪਨਿਆਂ 'ਚ ਵਿਸ਼ਵਾਸ ਰੱਖਦਾ ਹੈ ਉਹ ਇਹ ਵੀ ਜਾਣਦਾ ਹੈ ਕਿ ਉਹਨਾਂ ਦੀ ਵਿਆਖਿਆ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਉਹਨੇ ਆਪਣੀ ਗੱਲ ਜਾਰੀ ਰੱਖੀ। ਜਦੋਂ ਫਰਾਹ ਨੂੰ ਸੁਪਨਾ ਆਇਆ ਕਿ ਕੁਝ ਗਾਵਾਂ ਪਤਲੀਆਂ ਸਨ ਤੇ ਕੁਝ ਗਾਵਾਂ ਮੋਟੀਆਂ ਤਾਂ ਇੱਕ ਆਦਮੀ ਨੇ ਮਿਸਰ ਨੂੰ ਭੁੱਖਮਰੀ ਤੋਂ ਬਚਾ ਲਿਆ ਸੀ। ਉਹਦਾ ਨਾਂ ਜੋਸਫ ਸੀ ਤੇ ਤੇਰੇ ਵਾਂਗ ਉਹ ਵੀ ਇੱਕ ਅਜੀਬ ਧਰਤੀ ਤੇ ਅਜਨਬੀ ਸੀ ਤੇ ਉਹਦੀ ਉਮਰ ਵੀ ਤੇਰੇ ਕੁ ਜਿੰਨੀ ਸੀ। ਉਹ ਰੁਕਿਆ ਪਰ ਉਹਦੀਆਂ ਅੱਖਾਂ 'ਚ ਅਜੇ ਵੀ ਗੈਰ ਦੋਸਤਾਨਾ ਪ੍ਰਭਾਵ ਸਨ। ਅਸੀਂ ਸਦਾ ਹੀ ਰਵਾਇਤਾਂ ਦੀ ਪਾਲਣਾ ਕਰਦੇ ਹਾਂ। ਰਵਾਇਤ ਨੇ ਹੀ ਮਿਸਰ ਨੂੰ ਉਹਨਾਂ ਦਿਨਾਂ 'ਚ ਭੁੱਖਮਰੀ ਤੋਂ ਬਚਾਇਆ ਸੀ ਤੇ ਮਿਸਰੀਆਂ ਨੂੰ ਸਭ ਤੋਂ ਅਮੀਰ ਲੋਕ ਬਣਾ ਦਿੱਤਾ ਸੀ। ਰਵਾਇਤਾਂ ਹੀ ਮਨੁੱਖ ਨੂੰ ਸਿਖਾਉਂਦੀਆਂ ਹਨ ਕਿ ਮਾਰੂਥਲ ਕਿਵੇਂ ਪਾਰ ਕਰਨਾ ਹੈ ਤੇ ਉਹਨਾਂ ਦੇ ਬੱਚਿਆਂ ਦੇ ਨਿਕਾਹ ਕਿਵੇਂ ਹੋਣੇ ਹੈ। ਰਵਾਇਤ ਹੀ ਕਹਿੰਦੀ ਹੈ ਕਿ ਨਖਲਿਸਤਾਨ ਇਹ ਸਾਂਝਾ ਇਲਾਕਾ ਹੁੰਦਾ ਹੈ ਕਿਉਂਕਿ ਦੋਵਾਂ ਧਿਰਾਂ ਕੋਲ ਹੀ ਨਖਲਿਸਤਾਨ ਹੁੰਦੇ ਹਨ। ਇਸ ਲਈ ਦੋਵਾਂ ਦੇ ਨਖਲਿਸਤਾਨ ਹੀ ਖਤਰੇ 'ਚ ਪੈ ਸਕਦੇ ਹਨ। ਜਦੋਂ ਬੰਦਾ ਬੋਲ ਰਿਹਾ ਸੀ ਤਾਂ ਹੋਰ ਕਿਸੇ ਨੇ ਵੀ ਇੱਕ ਸ਼ਬਦ ਤੱਕ ਵੀ ਨਾ ਕਿਹਾ। ਪਰ ਰਵਾਇਤਾਂ ਇਹ ਵੀ ਦੱਸਦੀਆਂ ਕਿ ਸਾਨੂੰ ਮਾਰੂਥਲ ਦੇ ਸੁਨੇਹਿਆਂ 'ਚ ਯਕੀਨ ਰੱਖਣਾ ਚਾਹੀਦਾ ਹੈ। ਅਸੀਂ ਜੋ ਕੁਝ ਵੀ ਜਾਣਦੇ ਹਾਂ ਉਹ ਸਭ ਕੁਝ ਸਾਨੂੰ ਮਾਰੂਥਲ ਨੇ ਹੀ ਸਿਖਾਇਆ ਹੈ। ਉਸ ਆਦਮੀ ਨੇ ਇਸ਼ਾਰਾ ਕੀਤਾ ਤੇ ਸਾਰੇ ਜਣੇ ਉੱਠ ਖੜੇ ਹੋਏ। ਮੀਟਿੰਗ ਮੁੱਕ ਗਈ ਸੀ। ਹੁੱਕੇ ਬੁਝਾ ਦਿੱਤੇ ਗਏ ਤੇ ਪਹਿਰੇਦਾਰ ਸਾਵਧਾਨ ਖੜੇ ਸਨ। ਮੁੰਡਾ ਜਾਣ ਲੱਗਾ ਤਾਂ ਉਸ ਵਡੇਰੀ ਉਮਰ ਦੇ ਆਦਮੀ ਨੇ ਉਹਨੂੰ ਬੁਲਾ ਕੇ ਕਿਹਾ, ਕੱਲ ਤੋਂ ਅਸੀਂ ਉਸ ਸਮਝੌਤੇ ਨੂੰ ਤੋੜ ਰਹੇ ਹਾਂ ਜਿਸ 'ਚ ਕਿਹਾ ਗਿਆ ਕਿ ਨਖਲਿਸਤਾਨ ਤੇ ਕੋਈ ਵੀ ਬੰਦਾ ਹਥਿਆਰ ਆਪਣੇ ਕੋਲ ਨਹੀਂ ਰੱਖੇਗਾ। ਕੱਲ ਦਾ ਸਾਰਾ ਦਿਨ ਅਸੀਂ ਦੁਸ਼ਮਣ ਦੀ ਭਾਲ 'ਚ ਬਿਤਾਵਾਂਗੇ। ਜਦੋਂ ਸੂਰਜ ਡੁੱਬਿਆ ਤਾਂ ਸਾਰੇ ਲੋਕ ਇੱਕ ਵਾਰ ਫਿਰ ਆਪੋ ਆਪਣੇ ਹਥਿਆਰ ਮੈਨੂੰ ਸੌਂਪ ਦੇਣਗੇ। ਸਾਡੇ ਦੁਸ਼ਮਣ ਦੇ ਮਰਨ ਵਾਲੇ 10 ਬੰਦਿਆਂ ਪਿੱਛੇ ਤੈਨੂੰ ਸੋਨੇ ਦੀ ਇੱਕ ਮੋਹਰ ਮਿਲੇਗੀ। ਪਰ ਹਥਿਆਰਾਂ ਦੀ ਵਰਤੋਂ ਉਦੋਂ ਤੱਕ ਨਹੀਂ ਹੋਏਗੀ ਜਦੋਂ ਤੱਕ ਉਹ ਹਮਲਾ ਨਹੀਂ ਕਰਨਗੇ। ਮਾਰੂਥਲ 'ਚ ਹਥਿਆਰ ਬਹੁਤ ਕਪਟੀ ਹੁੰਦੇ ਹਨ ਤੇ ਜੇ ਇਹਨਾਂ ਦੀ ਵਰਤੋਂ ਨਾ ਕੀਤੀ ਜਾਏ ਹੋ ਸਕਦਾ ਅਗਲੀ ਵਾਰ ਇਹ ਕੰਮ ਹੀ ਨਾ ਕਰਨ। ਕੱਲ ਦੇ ਦਿਨ ਦੇ ਅੰਤ ਤੱਕ ਜੇ ਇਹਨਾਂ 'ਚੋਂ ਇੱਕ ਵੀ ਹਥਿਆਰ ਦੀ ਵਰਤੋਂ ਨਾ ਕੀਤੀ ਜਾ ਸਕੀ ਤਾਂ ਇਹਦੀ ਵਰਤੋਂ ਤੇਰੇ ਤੇ ਕੀਤੀ ਜਾਏਗੀ। ਜਦੋਂ ਮੁੰਡਾ ਤੰਬੂ 'ਚੋਂ ਬਾਹਰ ਨਿਕਲਿਆ ਤਾਂ ਮਾਰੂਥਲ ਪੂਰਨਮਾਸ਼ੀ ਦੀ ਰੌਸ਼ਨੀ 'ਚ ਨਹਾ ਰਿਹਾ ਸੀ। ਉਹ ਆਪਣੇ ਤੰਬੂ ਤੋਂ 20 ਮਿੰਟ ਦੀ ਦੂਰੀ ਤੇ ਸੀ ਕਿ ਉਹਨੇ ਉੱਧਰ ਨੂੰ ਤੁਰਨਾ ਸ਼ੁਰੂ ਕੀਤਾ। ਜੋ ਕੁਝ ਵਾਪਰਿਆ ਸੀ ਉਸ ਤੋਂ ਚੌਕਸ ਹੋ ਗਿਆ ਸੀ। ਉਹ ਸੰਸਾਰ ਦੀ ਆਤਮਾ ਤੱਕ ਪਹੁੰਚਣ 'ਚ ਸਫਲ ਹੋ ਗਿਆ ਸੀ ਤੇ ਹੁਣ ਅਜਿਹਾ ਕਰ ਸਕਣ ਦੀ ਕੀਮਤ ਉਹਨੂੰ ਆਪਣੀ ਜ਼ਿੰਦਗੀ ਨਾਲ ਦੇਣੀ ਪੈਣੀ ਸੀ। ਇਹ ਬੜੀ ਡਰਾਉਣੀ ਸ਼ਰਤ ਸੀ ਪਰ ਜਿਸ ਦਿਨ ਉਹਨੇ ਆਪਣੀ ਹੋਣੀ ਦੀ ਭਾਲ ਲਈ ਆਪਣੀਆਂ ਭੇਡਾਂ ਵੇਚੀਆਂ ਸੀ ਉਸੇ ਦਿਨ ਤੇ ਉਹ ਖਤਰਨਾਕ ਸ਼ਰਤਾਂ ਲਗਾਉਂਦਾ ਚੱਲਿਆ ਆ ਰਿਹਾ ਸੀ ਤੇ ਉਹਨੂੰ ਚੇਤੇ ਆਇਆ ਕਿ ਊਠ ਵਾਲੇ ਨੇ ਵੀ ਕਿਹਾ ਸੀ ਕਿ ਕੱਲ ਨੂੰ ਹੀ ਮਰ ਜਾਣਾ ਹੈ। ਕਿਸੇ ਵੀ ਹੋਰ ਦਿਨ ਮਰਨ ਨਾਲੋਂ ਮਾੜਾ ਨਹੀਂ ਹੋਣ ਲੱਗਾ। ਹਰ ਦਿਨ ਇਸ ਲਈ ਸੀ ਕਿ ਇਹਨੂੰ ਜੀਵਿਆ ਜਾਵੇ ਤੇ ਜਾਂ ਫਿਰ ਸੰਸਾਰ ਤੋਂ ਆਪਣੀ ਰਵਾਨਗੀ ਦਾ ਦਿਨ ਮਿੱਥਿਆ ਜਾਵੇ। ਸਭ ਕੁਝ ਇੱਕੋ ਸ਼ਬਦ ਤੇ ਨਿਰਭਰ ਕਰਦਾ ਸੀ, ਮਕਤੂਬ। ਚੁੱਪ-ਚੁਪੀਤੇ ਤੁਰਦੇ ਹੋਏ ਉਹਨੂੰ ਕੋਈ ਅਫਸੋਸ ਨਹੀਂ ਸੀ ਲੱਗ ਰਿਹਾ। ਜੇ ਉਹ ਕੱਲ ਨੂੰ ਮਰ ਜਾਏ ਤਾਂ ਇਹਦਾ ਮਤਲਬ ਇਹ ਹੋਏਗਾ ਕਿ ਈਸ਼ਵਰ ਭਵਿੱਖ ਨੂੰ ਬਦਲਣਾ ਨਹੀਂ ਚਾਹੁੰਦਾ। ਮਰਨ ਤੋਂ ਪਹਿਲਾਂ ਘੱਟੋ ਘੱਟ ਉਹਨੇ ਸਾਗਰ ਦਾ ਲਾਂਘਾ ਪਾਰ ਕਰ ਲਿਆ ਸੀ, ਸ਼ੀਸ਼ੇ ਦੇ ਸਮਾਨ 'ਚ ਕੰਮ ਕੀਤਾ ਸੀ, ਮਾਰੂਥਲ ਦੀ ਚੁੱਪ ਨੂੰ ਜਾਣਿਆ ਸੀ ਤੇ ਫਾਤਮਾ ਦੀਆਂ ਅੱਖਾਂ 'ਚ ਝਾਕਿਆ ਸੀ। ਬਹੁਤ ਲੰਮਾ ਸਮਾਂ ਪਹਿਲਾਂ ਜਦੋਂ ਘਰ ਤੋਂ ਰਵਾਨਾ ਹੋਇਆ ਸੀ ਉਸ ਤੋਂ ਬਾਅਦ ਉਹਨੇ ਆਪਣੇ ਹਰੇਕ ਦਿਨ ਨੂੰ ਤੀਬਰਤਾ ਨਾਲ ਜੀਵਿਆ। ਜੇ ਉਹ ਕੱਲ ਨੂੰ ਵੀ ਮਰ ਜਾਏ ਤਾਂ ਵੀ ਉਹਨੂੰ ਹੋਰ ਆਜੜੀਆਂ ਨਾਲੋਂ ਕਿਤੇ ਵੱਧ ਵੇਖ ਲਿਆ ਹੋਏਗਾ। ਉਹਨੂੰ ਇਹ ਸਭ ਕਾਸੇ ਦਾ ਮਾਣ ਸੀ। ਅਚਨਚੇਤ ਉਹਨੂੰ ਕੰਨ ਪਾੜਵੀਂ ਆਵਾਜ਼ ਸੁਣੀ ਤੇ ਉਹ ਹਵਾ ਦੇ ਇੱਕ ਐਸੇ ਵੇਗ ਨਾਲ ਧਰਤੀ ਤੇ ਜਾ ਡਿੱਗਾ ਜਿਸ ਤਰ੍ਹਾਂ ਦਾ ਵੇਗ ਉਹਨੇ ਪਹਿਲਾਂ ਕਦੇ ਵੀ ਨਹੀਂ ਸੀ ਵੇਖਿਆ। ਸਾਰੇ ਆਲੇ ਦੁਆਲੇ ਇੰਨੀ ਧੂੜ ਚੱਕਰ ਕੱਟ ਰਹੀ ਸੀ ਕਿ
ਇਸ ਨਾਲ ਚੰਦਰਮਾ ਵੀ ਦਿਸਣਾ ਬੰਦ ਹੋ ਗਿਆ। ਉਹਦੇ ਸਾਹਮਣੇ ਇੱਕ ਬੜਾ ਵਿਸ਼ਾਲ ਸਫੈਦ ਘੋੜਾ ਸੀ, ਜਿਹੜਾ ਡਰਾਉਣੀ ਚੀਕ ਮਾਰਦਾ ਹੋਇਆ ਉਸ ਵੱਲ ਨੂੰ ਦੌੜਿਆ ਆ ਰਿਹਾ ਸੀ। ਜਦੋਂ ਅੱਖਾਂ ਅੰਨੀਆਂ ਕਰਨ ਵਾਲੀ ਧੂੜ ਰਤਾ ਕੁ ਠਹਿਰੀ ਤਾਂ ਮੁੰਡੇ ਨੂੰ ਉਹ ਕੁਝ ਚੇਤੇ ਕਰਕੇ ਕਾਂਬਾ ਛਿੜ ਗਿਆ, ਜੋ ਕੁਝ ਉਹਨੇ ਹੁਣੇ ਦੇਖਿਆ ਸੀ। ਘੋੜੇ ਤੇ ਇੱਕ ਐਸਾ ਬੰਦਾ ਸਵਾਰ ਸੀ ਜਿਹਨੇ ਕਾਲੇ ਕੱਪੜੇ ਪਾਏ ਸਨ ਤੇ ਜਿਹਦੇ ਖੱਬੇ ਮੋਢੇ ਤੇ ਇੱਕ ਬਾਜ ਬੈਠਾ ਸੀ। ਉਹਨੇ ਪਗੜੀ ਬੰਨੀ ਹੋਈ ਸੀ ਤੇ ਅੱਖਾਂ ਨੂੰ ਛੱਡ ਕੇ ਉਹਦਾ ਸਾਰਾ ਚਿਹਰਾ ਵੀ ਕਾਲੇ ਰੁਮਾਲ ਨਾਲ ਢਕਿਆ ਹੋਇਆ ਸੀ। ਇਉਂ ਲੱਗਦਾ ਸੀ ਜਿਵੇਂ ਮਾਰੂਥਲ ਦਾ ਕੋਈ ਸੰਦੇਸ਼ ਵਾਹਕ ਹੋਵੇ, ਪਰ ਉਹਦੀ ਮੌਜੂਦਗੀ ਦਾ ਪ੍ਰਭਾਵ ਸਧਾਰਨ ਵਾਕਾਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਸੀ। ਉਸ ਅਜੀਬ ਘੋੜਸਵਾਰ ਨੇ ਘੋੜੇ ਦੀ ਕਾਠੀ ਨਾਲ ਬੰਨੀ ਮਿਆਨ ਵਿੱਚੋਂ ਇੱਕ ਵੱਡੀ ਸਾਰੀ ਗੋਲਾਈਦਾਰ ਤਲਵਾਰ ਕੱਢੀ। ਇਸ ਤਲਵਾਰ ਦੀ ਧਾਰ ਚੰਦਰਮਾ ਦੀ ਰੌਸ਼ਨੀ 'ਚ ਚਮਕ ਰਹੀ ਸੀ। ਸ਼ਿਕਰਿਆਂ ਦੀ ਉਡਾਣ ਦੇ ਅਰਥ ਸਮਝਣ ਦੀ ਹਿੰਮਤ ਕਿਸ ਨੇ ਕੀਤੀ ਹੈ? ਉਹਨੇ ਇੰਨੀ ਉੱਚੀ ਆਵਾਜ਼ 'ਚ ਇਹ ਗੱਲ ਪੁੱਛੀ। ਕਿਵੇਂ ਲੱਗਾ ਜਿਵੇਂ ਇਹ ਆਵਾਜ਼ ਅਲ ਫਾਯੂਮ ਦੇ 50,000 ਖਜੂਰ ਦੇ ਦਰਖਤਾਂ ਵਿੱਚ ਦੀ ਗੂੰਜ ਰਹੀ ਹੋਵੇ। ਇਸ ਤਰ੍ਹਾਂ ਕਰਨ ਦੀ ਹਿੰਮਤ ਮੈਂ ਕੀਤੀ ਹੈ, ਮੁੰਡੇ ਨੇ ਕਿਹਾ। ਉਹਨੂੰ ਸਾਂਤਿਆਗੋ ਮੈਟਾਮੋਰਸ ਦਾ ਉਹ ਦ੍ਰਿਸ਼ ਚੇਤੇ ਆਇਆ ਜਿਸ 'ਚ ਉਹ ਚਿੱਟੇ ਘੋੜੇ ਤੇ ਸਵਾਰ ਸੀ ਤੇ ਕਾਫਰ ਲੋਕ ਘੋੜੇ ਦੇ ਪੈਰਾਂ ਹੇਠ ਦੱਬੇ ਹੋਏ ਸਨ। ਇਹ ਆਦਮੀ ਵੀ ਐਨ ਉਸੇ ਤਰ੍ਹਾਂ ਦਾ ਦਿਖਾਈ ਦਿੰਦਾ ਸੀ, ਪਰ ਇਸ ਵਾਰੀ ਭੂਮਿਕਾਵਾਂ ਉਲਟ ਹੋ ਗਈਆਂ ਸਨ। ਇਸ ਤਰ੍ਹਾਂ ਕਰਨ ਦੀ ਹਿੰਮਤ ਮੈਂ ਕੀਤੀ ਹੈ। ਬਹੁਤ ਸਾਰੀਆਂ ਜ਼ਿੰਦਗੀਆਂ ਇਸ ਲਈ ਬਚ ਜਾਣਗੀਆਂ ਕਿਉਂਕਿ ਮੈਂ ਸੰਸਾਰ ਦੀ ਆਤਮਾ 'ਚ ਝਾਕਣ ਦੇ ਸਮਰੱਥ ਹੋ ਸਕਿਆ, ਮੁੰਡੇ ਨੇ ਕਿਹਾ ਤੇ ਤਲਵਾਰ ਦਾ ਵਾਰ ਸਹਿਣ ਲਈ ਆਪਣਾ ਸਿਰ ਝੁਕਾ ਦਿੱਤਾ। ਤਲਵਾਰ ਦਾ ਵਾਰ ਨਾ ਹੋਇਆ, ਸਗੋਂ ਅਜਨਬੀ ਨੇ ਤਲਵਾਰ ਹੌਲੀ-ਹੌਲੀ ਨੀਵੀਂ ਕਰਨੀ ਸ਼ੁਰੂ ਕਰ ਦਿੱਤੀ ਤੇ ਆਖਰਕਾਰ ਉਹਦੀ ਨੋਕ ਮੁੰਡੇ ਦੇ ਮੱਥੇ ਨੂੰ ਛੂਹਣ ਲੱਗੀ। ਇਸ ਨਾਲ ਖੂਨ ਦਾ ਇੱਕ ਨਿੱਕਾ ਜਿਹਾ ਤੁਪਕਾ ਨਿਕਲ ਆਇਆ। ਘੋੜਸਵਾਰ ਪੂਰੀ ਤਰ੍ਹਾਂ ਅਹਿਲ ਖੜਾ ਸੀ, ਮੁੰਡਾ ਵੀ ਉਸੇ ਤਰ੍ਹਾਂ ਅਹਿਲ ਸੀ। ਦੌੜ ਜਾਣ ਦਾ ਤਾਂ ਮੁੰਡੇ ਦੇ ਮਨ ਅੰਦਰ ਖਿਆਲ ਤੱਕ ਨਾ ਆਇਆ। ਆਪਣੇ ਦਿਲ 'ਚ ਉਹਨੇ ਅਜੀਬ ਕਿਸਮ ਦੀ ਖੁਸ਼ੀ ਮਹਿਸੂਸ ਕੀਤੀ। ਉਹ ਆਪਣੀ ਹੋਣੀ ਨੂੰ ਲੱਭਦੇ ਹੋਏ ਮਰਨ ਜਾ ਰਿਹਾ ਸੀ ਤੇ ਫਾਤਮਾ ਲਈ ਵੀ ਆਖਰਕਾਰ ਸਭ ਨਿਸ਼ਾਨੀਆਂ ਸੱਚ ਸਾਬਤ ਹੋਈਆਂ ਸਨ। ਇਸ ਵੇਲੇ ਉਹ ਦੁਸ਼ਮਣ ਦੇ ਆਮੋ ਸਾਹਮਣੇ ਸੀ, ਪਰ ਮੌਤ ਬਾਰੇ ਡਰਨ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਸੰਸਾਰ ਦੀ ਆਤਮਾ ਉਹਦੀ ਉਡੀਕ ਕਰ ਰਹੀ ਸੀ ਤੇ ਛੇਤੀ ਉਹ ਇਹਦਾ ਹਿੱਸਾ ਬਣ ਜਾਏਗਾ ਤੇ ਕੱਲ ਨੂੰ ਉਹਦਾ ਦੁਸ਼ਮਣ ਵੀ ਉਸੇ ਆਤਮਾ ਦਾ ਹਿੱਸਾ ਹੋ ਜਾਏਗਾ। ਅਜਨਬੀ ਨੇ ਆਪਣੀ ਤਲਵਾਰ ਦੀ ਨੋਕ ਮੁੰਡੇ ਦੇ ਮੱਥੇ ਤੇ ਲਾਈ ਰੱਖੀ ਤੇ ਕਿਹਾ, ਤੂੰ ਪੰਛੀਆਂ ਦੀ ਉਡਾਨ ਦੇ ਅਰਥ ਕਿਉਂ ਪੜ੍ਹੇ ਸਨ? ਮੈਂ ਸਿਰਫ ਉਹੀ ਕੁਝ ਹੀ ਪੜ੍ਹਿਆ ਜੋ ਕੁਝ ਪੰਛੀ ਮੈਨੂੰ ਦੱਸਣਾ ਚਾਹੁੰਦੇ। ਉਹ ਨਖਲਿਸਤਾਨ ਨੂੰ ਬਚਾਉਣਾ ਚਾਹੁੰਦੇ ਸਨ। ਕੱਲ ਨੂੰ ਤੁਸੀਂ ਸਾਰੇ ਮਰ ਜਾਓਗੇ ਕਿਉਂਕਿ ਨਖਲਿਸਤਾਨ 'ਚ ਬੰਦਿਆਂ ਦੀ ਗਿਣਤੀ ਤੁਹਾਡੇ ਨਾਲੋਂ ਵਧੇਰੇ ਹੈ। ਤਲਵਾਰ ਜਿਉਂ ਦੀ ਤਿਉਂ ਕਾਇਮ ਸੀ। ਅੱਲਾ ਦੀ ਮਰਜ਼ੀ ਨੂੰ ਬਦਲਣ ਵਾਲਾ ਤੂੰ ਕੌਣ ਹੁੰਦਾ? ਅੱਲਾ ਨੇ ਫੌਜਾਂ ਬਣਾਈਆਂ ਸੀ, ਉਸੇ ਨੇ ਸ਼ਿਕਰੇ ਬਣਾਏ ਹੈ। ਅੱਲਾ ਨੇ ਮੈਨੂੰ ਪੰਛੀਆਂ ਦੀ ਭਾਸ਼ਾ ਸਿਖਾਈ ਹੈ। ਸਭ ਕੁਝ ਇੱਕੋ ਹੀ ਹੱਥ ਵੱਲੋਂ ਲਿਖਿਆ ਗਿਆ, ਮੁੰਡੇ ਨੇ ਊਠ ਵਾਲੇ ਦੇ ਸ਼ਬਦਾਂ ਨੂੰ ਚੇਤੇ ਕਰਦੇ ਹੋਏ ਕਿਹਾ। ਅਜਨਬੀ ਨੇ ਮੁੰਡੇ ਦੇ ਮੱਥੇ ਤੋਂ ਤਲਵਾਰ ਹਟਾ ਲਈ ਤੇ ਮੁੰਡੇ ਨੇ ਬਹੁਤ ਰਾਹਤ ਮਹਿਸੂਸ ਕੀਤੀ, ਪਰ ਅਜੇ ਵੀ ਉਹ ਭੱਜ ਨਹੀਂ ਸੀ ਸਕਦਾ। ਅਜਨਬੀ ਕਹਿਣ ਲੱਗਾ, ਆਪਣੀਆਂ ਭਵਿੱਖਬਾਣੀਆਂ ਸੰਭਲ ਕੇ ਕਰਿਆ ਕਰ। ਜਦੋਂ ਕੋਈ ਚੀਜ਼ ਲਿਖ ਦਿੱਤੀ ਗਈ ਹੋਵੇ ਤਾਂ ਉਹਨੂੰ ਕਿਸੇ ਤਰ੍ਹਾਂ ਵੀ ਬਦਲਿਆ ਨਹੀਂ ਜਾ ਸਕਦਾ। ਮੁੰਡੇ ਨੇ ਕਿਹਾ, ਮੈਂ ਤਾਂ ਸਿਰਫ ਇੱਕ ਫੌਜ ਹੀ ਦੇਖੀ ਸੀ, ਮੈਂ ਲੜਾਈ ਦਾ ਸਿੱਟਾ ਨਹੀਂ ਸੀ ਦੇਖਿਆ। ਉਹਦੇ ਜਵਾਬ ਤੋਂ ਅਜਨਬੀ ਸੰਤੁਸ਼ਟ ਪ੍ਰਤੀਤ ਹੁੰਦਾ ਸੀ, ਪਰ ਉਹਨੇ ਤਲਵਾਰ ਆਪਣੇ ਹੱਥ 'ਚ ਹੀ ਫੜੀ ਰੱਖੀ ਤੇ ਪੁੱਛਿਆ, ਇੱਕ ਅਜਨਬੀ ਇਸ ਅਜਨਬੀ ਧਰਤੀ ਤੇ ਕੀ ਕਰ ਰਿਹਾ? ਮੈਂ ਆਪਣੀ ਹੋਣੀ ਦੀ ਭਾਲ ਕਰ ਰਿਹਾ। ਇਸ ਗੱਲ ਨੂੰ ਤੂੰ ਨਹੀਂ ਸਮਝ ਸਕੇਗਾ। ਅਜਨਬੀ ਨੇ ਤਲਵਾਰ ਆਪਣੀ ਮਿਆਨ 'ਚ ਪਾ ਲਈ ਤੇ ਮੁੰਡੇ ਨੇ ਹੋਰ ਵੀ ਸੌਖ ਮਹਿਸੂਸ ਕੀਤੀ। ਅਜਨਬੀ ਬੋਲਿਆ, ਮੈਨੂੰ ਤੇਰੇ ਹੌਸਲੇ ਦਾ ਇਮਤਿਹਾਨ ਲੈਣਾ ਪੈਣਾ ਸੀ। ਸੰਸਾਰ ਦੀ ਭਾਸ਼ਾ ਨੂੰ ਸਮਝ ਸਕਣ ਲਈ ਸਭ ਤੋਂ ਜ਼ਰੂਰੀ ਗੁਣ ਹੌਸਲਾ ਹੀ ਹੁੰਦਾ ਹੈ। ਮੁੰਡੇ ਨੂੰ ਬੜੀ ਹੈਰਾਨੀ ਹੋਈ। ਅਜਨਬੀ ਉਹਨਾਂ ਗੱਲਾਂ ਬਾਰੇ ਬੋਲ ਰਿਹਾ ਸੀ ਜਿਨ੍ਹਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਵਾਕਫੀ ਸੀ। ਉਹਨੇ ਆਪਣੀ ਗੱਲ ਜਾਰੀ ਰੱਖੀ, ਹੁਣ ਜਦੋਂ ਤੂੰ ਇੰਨੀ ਦੂਰ ਤੱਕ ਆ ਹੀ ਗਿਆ ਤਾਂ ਹੌਸਲਾ ਨਾ ਹਾਰੇ। ਤੂੰ ਮਾਰੂਥਲ ਨੂੰ ਪਿਆਰ ਤਾਂ ਕਰੀਂ, ਪਰ ਇਹਦੇ ਕਦੇ ਵੀ ਪੂਰਾ ਭਰੋਸਾ ਨਾ ਰੱਖੀਂ। ਇਹਦਾ ਕਾਰਨ ਇਹ ਹੈ ਕਿ ਮਾਰੂਥਲ ਸਾਰੇ ਲੋਕਾਂ ਦਾ ਇਮਤਿਹਾਨ ਲੈਂਦਾ ਹੈ। ਇਹ ਹਰ ਕਦਮ ਤੇ ਰੁਕਾਵਟ ਪਾਉਂਦਾ ਹੈ ਤੇ ਜਿਨ੍ਹਾਂ ਦਾ ਧਿਆਨ ਰਤਾ ਕੋ ਵੀ ਲਾਂਭੇ ਹੋ ਜਾਏ ਉਹਨਾਂ ਨੂੰ ਮਾਰ ਦਿੰਦਾ ਹੈ। ਉਹਨੇ ਜਦੋਂ ਇਹ ਗੱਲ ਕਹੀ ਤਾਂ ਮੁੰਡੇ ਨੂੰ ਬੁੱਢੇ ਬਾਦਸ਼ਾਹ ਦੀ ਯਾਦ ਆ ਗਈ। ਅਜਨਬੀ ਨੇ ਫੇਰ ਕਿਹਾ, ਜੇਕਰ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਤੇ ਸੂਰਜ ਡੁੱਬਣ ਵੇਲੇ ਤੱਕ ਤੇਰਾ ਸਿਰ ਹਾਲੇ ਵੀ ਧੜ ਤੇ ਸਲਾਮਤ ਰਿਹਾ ਤਾਂ ਮੈਨੂੰ ਮਿਲਣਾ ਵੀ। ਜਿਸ ਹੱਥ 'ਚ ਪਹਿਲਾਂ ਤਲਵਾਰ ਫੜੀ ਹੋਈ ਸੀ ਉਸੇ 'ਚ ਹੀ ਹੁਣ ਇੱਕ ਚਾਬੁਕ ਆ ਗਿਆ। ਘੋੜੇ ਨੇ ਇੱਕ ਵਾਰ ਫੇਰ ਛੂਟ ਵੱਟੀ ਤੇ ਅਜਿਹਾ ਕਰਦੇ ਹੋਏ ਧੂੜ ਦਾ ਇੱਕ ਬੱਦਲ ਪੈਦਾ ਕਰ ਦਿੱਤਾ। ਤੂੰ ਰਹਿੰਦਾ ਕਿੱਥੇ ਹੈ? ਮੁੰਡੇ ਨੇ ਘੋੜੇ ਤੇ ਚੜੇ ਜਾਂਦੇ ਸਵਾਰ ਨੂੰ ਉੱਚੀ ਆਵਾਜ਼ 'ਚ ਪੁੱਛਿਆ। ਚਾਬੁਕ ਵਾਲੇ ਹੱਥ ਨੇ ਦੱਖਣ ਵੱਲ ਨੂੰ ਇਸ਼ਾਰਾ ਕੀਤਾ। ਮੁੰਡੇ ਦੀ ਧਾਤ ਸਾਜ਼ ਨਾਲ ਮੁਲਾਕਾਤ ਹੋ ਗਈ ਸੀ। ਅੰਗ 18ਵਾਂ।
ਅਗਲੀ ਸਵੇਰ ਅਲ ਫਯੂਮ ਦੇ ਖਜੂਰ ਦੇ ਦਰਖਤਾਂ ਵਿਚਕਾਰ 2000 ਹਥਿਆਰਬੰਦ ਮਰਦ ਤਾਇਨਾਤ ਸਨ। ਜਦੋਂ ਤੱਕ ਸੂਰਜ ਸਿਖਰ ਤੇ ਪਹੁੰਚਿਆ ਉਦੋਂ ਤੱਕ 500 ਕਬਾਇਲੀ ਹਮਲਾਵਰ ਦੂਰ ਦਿਖਾਈ ਦੇਣੇ ਸ਼ੁਰੂ ਹੋ ਗਏ ਸਨ। ਘੋੜਸਵਾਰ ਹਮਲਾਵਰ ਉੱਤਰ ਦਿਸ਼ਾ ਵੱਲੋਂ ਨਖਲਿਸਤਾਨ 'ਚ ਦਾਖਲ ਹੋਏ। ਦੇਖਣ ਨੂੰ ਇਉਂ ਲੱਗਦਾ ਸੀ ਜਿਵੇਂ ਉਹ ਪੁਰਅਮਨ ਦਸਤਾ ਹੋਵੇ, ਪਰ ਉਹਨਾਂ ਸਾਰਿਆਂ ਦੇ ਚੋਗਿਆਂ ਦੇ ਹੇਠਾਂ ਹਥਿਆਰ ਲੁਕੋਏ ਸਨ। ਜਿਉਂ ਹੀ ਅਲ ਫਯੂਮ ਦੇ ਐਨ ਵਿਚਕਾਰ ਚਿੱਟੇ ਤੰਬੂ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਆਪਣੀਆਂ ਖੰਜਰਾਂ ਤੇ ਰਫਲਾਂ ਕੱਢ ਲਈਆਂ ਤੇ ਉਹਨਾਂ ਖਾਲੀ ਤੰਬੂ ਤੇ ਹਮਲਾ ਬੋਲ ਦਿੱਤਾ। ਨਖਲਿਸਤਾਨ ਦੇ ਸੈਨਿਕਾਂ ਨੇ ਮਾਰੂਥਲ ਵਿੱਚੋਂ ਆਏ ਇਹਨਾਂ ਘੋੜਸਵਾਰਾਂ ਨੂੰ ਘੇਰਾ ਪਾ ਲਿਆ ਤੇ ਅੱਧੇ ਘੰਟੇ 'ਚ ਹੀ ਇੱਕ ਨੂੰ ਛੱਡ ਕੇ ਬਾਕੀ ਸਾਰੇ ਹਮਲਾਵਰ ਮਾਰੇ ਜਾ ਚੁੱਕੇ ਸਨ। ਬੱਚਿਆਂ ਨੂੰ ਖਜੂਰ ਦੇ ਦਰਖਤਾਂ ਦੇ ਝੁੰਡ ਦੇ ਦੂਜੇ ਪਾਸੇ ਰੱਖਿਆ ਗਿਆ ਸੀ ਤੇ ਉਹਨਾਂ ਨੇ ਕੁਝ ਵੀ ਨਹੀਂ ਸੀ ਦੇਖਿਆ। ਔਰਤਾਂ ਆਪੋ ਆਪਣੇ ਤੰਬੂਆਂ ਵਿੱਚ ਹੀ ਰਹੀਆਂ ਸਨ ਤੇ ਉੱਥੇ ਬੈਠੀਆਂ ਆਪੋ ਆਪਣੇ ਪਤੀਆਂ ਦੀ ਸੁਰੱਖਿਆ ਦੀ ਪ੍ਰਾਰਥਨਾ ਕਰ ਰਹੀਆਂ ਸਨ। ਉਹਨਾਂ ਨੇ ਵੀ ਲੜਾਈ ਨਹੀਂ ਸੀ ਦੇਖੀ। ਜੇ ਜ਼ਮੀਨ ਤੇ ਲਾਸ਼ਾਂ ਨਾ ਪਈਆਂ ਹੁੰਦੀਆਂ ਤਾਂ ਇੰਜ ਲੱਗ ਸਕਦਾ ਸੀ ਕਿ ਜਿਵੇਂ ਨਖਲਿਸਤਾਨ 'ਚ ਇਹ ਦਿਨ ਵੀ ਆਮ ਦਿਨਾਂ ਵਰਗਾ ਹੀ ਰਿਹਾ ਹੋਵੇ। ਜਿਸ ਹਮਲਾਵਰ ਨੂੰ ਮਾਰਿਆ ਨਹੀਂ ਸੀ ਗਿਆ ਉਹ ਦਸਤੇ ਦਾ ਮੁਖੀ ਸੀ। ਬਾਅਦ ਦੁਪਹਿਰ ਉਹਨੂੰ ਕਬਾਇਲੀ ਮੁਖੀਆਂ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਉਹਨੂੰ ਪੁੱਛਿਆ ਕਿ ਉਹਨੇ ਰਵਾਇਤ ਨੂੰ ਕਿਉਂ ਭੰਗ ਕੀਤਾ। ਮੁਖੀ ਨੇ ਦੱਸਿਆ ਕਿ ਉਹਦੇ ਫੌਜੀ ਭੁੱਖੇ ਤੇ ਤ੍ਰਿਹਾਏ ਸਨ ਤੇ ਕਈ ਦਿਨਾਂ ਤੋਂ ਚੱਲ ਰਹੀ ਲੜਾਈ ਕਾਰਨ ਥੱਕੇ ਹੋਏ ਸਨ ਤੇ ਉਹਨਾਂ ਇਸੇ ਲਈ ਨਖਲਿਸਤਾਨ ਤੇ ਕਬਜ਼ਾ ਕਰਨ ਦਾ ਫੈਸਲਾ ਕੀਤਾ ਸੀ ਤਾਂ ਕਿ ਤਰੋ-ਤਾਜ਼ਾ ਹੋ ਕੇ ਮੁੜ ਜੰਗ 'ਚ ਸ਼ਾਮਲ ਹੋ ਸਕਣ। ਕਬਾਇਲੀ ਮੁਖੀਆਂ ਨੇ ਕਿਹਾ ਕਿ ਉਹਨਾਂ ਨੂੰ ਹਮਲਾਵਰ ਕਬਾਇਲੀਆਂ ਦੇ ਮਰਨ ਤੇ ਅਫਸੋਸ ਹੈ, ਪਰ ਰਵਾਇਤਾਂ ਦੀ ਪਾਲਣਾ ਕਰਨਾ ਸਭ ਤੋਂ ਜ਼ਰੂਰੀ ਹੁੰਦਾ ਹੈ। ਉਹਨਾਂ ਹਮਲਾਵਰਾਂ ਦੇ ਮੁਖੀ ਨੂੰ ਗੈਰ ਸਨਮਾਨਯੋਗ ਮੌਤ ਦੀ ਸਜ਼ਾ ਸੁਣਾਈ। ਤਲਵਾਰ ਨਾਲ ਜਾਂ ਗੋਲੀ ਨਾਲ ਮਾਰਨ ਦੀ ਥਾਂ ਉਹਨੂੰ ਇੱਕ ਪੁਰਾਣੇ ਖਜੂਰ ਦੇ ਸੁੱਕੇ ਹੋਏ ਦਰਖਤ ਤੇ ਫਾਂਸੀ ਤੇ ਲਟਕਾ ਦਿੱਤਾ ਗਿਆ, ਜਿੱਥੇ ਉਹਦੀ ਲਾਸ਼ ਮਾਰੂਥਲ ਦੀ ਹਵਾ 'ਚ ਰੱਸੇ ਤੇ ਘੁੰਮਦੀ ਰਹੀ। ਕਬਾਇਲੀ ਮੁਖੀਏ ਨੇ ਮੁੰਡੇ ਨੂੰ ਸੱਦਿਆ ਤੇ ਉਹਨੂੰ ਸੋਨੇ ਦੀਆਂ 50 ਮੋਹਰਾਂ ਦਿੱਤੀਆਂ। ਉਹਨੇ ਮਿਸਰ ਦੇ ਜੋਸਫ ਦੀ ਕਹਾਣੀ ਫੇਰ ਦੁਹਰਾਈ ਤੇ ਮੁੰਡੇ ਨੂੰ ਕਿਹਾ ਕਿ ਉਹ ਨਖਲਿਸਤਾਨ ਦਾ ਸਲਾਹਕਾਰ ਬਣ ਜਾਵੇ। ਅੰਗ 19ਵਾਂ। ਜਦੋਂ ਸੂਰਜ ਛੁਪ ਗਿਆ ਤੇ ਸ਼ਾਮ ਦਾ ਪਹਿਲਾ ਤਾਰਾ ਦਿਖਾਈ ਦੇਣ ਲੱਗਾ ਤਾਂ ਮੁੰਡਾ ਦੱਖਣ ਵੱਲ ਨੂੰ ਤੁਰ ਪਿਆ। ਆਖਰਕਾਰ ਉਹਨੂੰ ਇੱਕ ਤੰਬੂ ਦਿਖਾਈ ਦਿੱਤਾ ਜਿਸ ਦੇ ਕੋਲੋਂ ਦੀ ਲੰਘ ਰਹੇ ਕੁਝ ਅਰਬਾਂ ਦੇ ਮੁੰਡੇ ਨੂੰ ਦੱਸਿਆ ਕਿ ਇਸ ਥਾਂ ਤੇ ਜਿੰਨ ਰਹਿੰਦੇ ਹਨ, ਪਰ ਮੁੰਡਾ ਉੱਥੇ ਬੈਠ ਕੇ ਉਡੀਕਣ ਲੱਗਾ। ਜਦੋਂ ਚੰਦਰਮਾ ਸਿਰ ਤੇ ਆ ਗਿਆ ਤਾਂ ਧਾਤ ਸਾਜ਼ ਘੋੜੇ ਤੇ ਚੜ ਕੇ ਆਉਂਦਾ ਨਜ਼ਰੀ ਪਿਆ। ਉਹਦੇ ਮੋਢੇ ਤੇ ਮਰੇ ਹੋਏ 2 ਸ਼ਿਕਰੇ ਸਨ। ਮੈਂ ਇੱਥੇ ਆ, ਮੁੰਡੇ ਨੇ ਕਿਹਾ। ਧਾਤ ਸਾਜ਼ ਨੇ ਜਵਾਬ ਦਿੱਤਾ, ਤੈਨੂੰ ਇੱਥੇ ਨਹੀਂ ਸੀ ਹੋਣਾ ਚਾਹੀਦਾ, ਜਾਂ ਫਿਰ ਕੀ ਇਹ ਤੇਰੀ ਹੋਣੀ ਹੈ ਜਿਹੜੀ ਤੈਨੂੰ ਇੱਥੇ ਲੈ ਆਈ ਹੈ। ਕਬੀਲਿਆਂ ਵਿਚਾਲੇ ਲੜਾਈਆਂ ਚੱਲਣ ਕਾਰਨ ਮਾਰੂਥਲ ਨੂੰ ਪਾਰ ਕਰ ਸਕਣਾ ਅਸੰਭਵ ਹੈ, ਇਸੇ ਲਈ ਮੈਂ ਇੱਥੇ ਆਇਆ। ਧਾਤ ਸਾਜ਼ ਘੋੜੇ ਤੋਂ ਉਤਰਿਆ ਤੇ ਮੁੰਡੇ ਨੂੰ ਇਸ਼ਾਰਾ ਕੀਤਾ ਕਿ ਉਹਦੇ ਨਾਲ ਹੀ ਤੰਬੂ 'ਚ ਦਾਖਲ ਹੋਵੇ। ਇਹ ਤੰਬੂ ਵੀ ਨਖਲਿਸਤਾਨ ਦੇ ਹੋਰ ਤੰਬੂਆਂ ਵਰਗਾ ਹੀ ਸੀ। ਮੁੰਡੇ ਨੇ ਆਲੇ ਦੁਆਲੇ ਭੱਠੀਆਂ ਤੇ ਹੋਰ ਸਾਜ਼ ਸਮਾਨ ਦੇਖਣ ਲਈ ਨਜ਼ਰ ਘੁਮਾਈ, ਪਰ ਉਹਨੂੰ ਧਾਤ ਸਾਜ਼ੀ ਦਾ ਕੋਈ ਸਮਾਨ ਦਿਖਾਈ ਨਾ ਦਿੱਤਾ। ਇੱਕ ਪਾਸੇ ਕੁਝ ਕਿਤਾਬਾਂ ਦਾ ਢੇਰ ਸੀ, ਇੱਕ ਛੋਟਾ ਜਿਹਾ ਤੰਦੂਰ ਸੀ ਤੇ ਐਸੀ ਕਾਲੀਨ ਸਨ ਜਿਨ੍ਹਾਂ ਤੇ ਅਜੀਬ ਕਿਸਮ ਦੇ ਡਿਜ਼ਾਈਨ ਬਣੇ ਹੋਏ ਸਨ। ਧਾਤ ਸਾਜ਼ ਕਹਿਣ ਲੱਗਾ, ਬੈਠ ਜਾ, ਅਸੀਂ ਪਹਿਲਾਂ ਕੁਝ ਪੀਵਾਂਗੇ, ਫਿਰ ਇਹ ਸ਼ਿਕਰੇ ਪਕਾ ਕੇ ਖਾਵਾਂਗੇ। ਮੁੰਡੇ ਨੇ ਮਹਿਸੂਸ ਕੀਤਾ ਕਿ ਉਹੀ ਸ਼ਿਕਰੇ ਸਨ ਜਿਹੜੇ ਉਹਨੇ ਇੱਕ ਦਿਨ ਪਹਿਲਾਂ ਦੇਖੇ ਸਨ, ਪਰ ਉਹ ਕੁਝ ਨਾ ਬੋਲਿਆ। ਧਾਤ ਸਾਜ਼ ਨੇ ਅੱਗ ਬਾਲੀ ਤੇ ਤੁਰੰਤ ਹੀ ਸਾਰੇ ਤੰਬੂ 'ਚ ਬੜੀ ਖੂਬਸੂਰਤ ਮਹਿਕ ਫੈਲ ਗਈ। ਇਹ ਹੁੱਕਿਆਂ ਦੀ ਮਹਿਕ ਨਾਲੋਂ ਕਿਤੇ ਚੰਗੀ ਸੀ। ਤੁਸੀਂ ਮੈਨੂੰ ਕਿਉਂ ਮਿਲਣਾ ਚਾਹੁੰਦੇ ਸੀ? ਮੁੰਡੇ ਨੇ ਪੁੱਛਿਆ। ਧਾਤ ਸਾਜ਼ ਦਾ ਜਵਾਬ ਸੀ, ਨਿਸ਼ਾਨੀਆਂ ਕਰਕੇ। ਹਵਾ ਨੇ ਮੈਨੂੰ ਦੱਸਿਆ ਸੀ ਕਿ ਤੂੰ ਆਏਂਗਾ ਤੇ ਤੈਨੂੰ ਮਦਦ ਦੀ ਲੋੜ ਪਏਗੀ। ਹਵਾ ਮੇਰੇ ਬਾਰੇ ਨਹੀਂ ਸੀ ਦੱਸ ਰਹੀ, ਇਹ ਤਾਂ ਤੈਨੂੰ ਦੂਜੇ ਵਿਦੇਸ਼ੀ ਬਾਰੇ ਦੱਸ ਰਹੀ ਸੀ ਜਿਹੜਾ ਕਿ ਅੰਗਰੇਜ਼ ਹੈ। ਉਹੀ ਤੈਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨੇ ਪਹਿਲਾਂ ਹੋਰ ਕੰਮ ਵੀ ਕਰਨੇ ਹਨ, ਫਿਰ ਵੀ ਉਹ ਸਹੀ ਰਸਤੇ ਤੇ ਚੱਲ ਰਿਹਾ ਹੈ। ਉਹਨੂੰ ਮਾਰੂਥਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਪੈਣੀ ਹੈ ਤੇ ਮੇਰਾ ਕੀ ਹੋਏਗਾ? ਜਦੋਂ ਕੋਈ ਬੰਦਾ ਸੱਚਮੁੱਚ ਹੀ ਕਿਸੇ ਚੀਜ਼ ਦੀ ਇੱਛਾ ਰੱਖੇ ਤਾਂ ਸਾਰੀ ਕਾਇਨਾਤ ਹੀ ਉਸ ਬੰਦੇ ਦੇ ਸੁਪਨੇ ਨੂੰ ਪੂਰਾ ਕਰਨ 'ਚ ਮਦਦ ਕਰਨ ਲਈ ਸਾਜ਼ਿਸ਼ ਰਚਦੀ ਹੈ। ਧਾਤ ਸਾਜ਼ ਨੇ ਉਹੀ ਗੱਲ ਕਹੀ ਜਿਹੜੀ ਬੁੱਢੇ ਬਾਦਸ਼ਾਹ ਨੇ ਕਿਸੇ ਵੇਲੇ ਕਹੀ ਸੀ। ਮੁੰਡਾ ਸਮਝ ਗਿਆ ਉਹਦੀ ਹੋਣੀ ਦੀ ਪ੍ਰਾਪਤੀ 'ਚ ਮਦਦ ਕਰਨ ਲਈ ਇੱਕ ਹੋਰ ਸ਼ਖਸ ਮੌਜੂਦ ਸੀ। ਕੀ ਤੁਸੀਂ ਮੈਨੂੰ ਹਦਾਇਤਾਂ ਦਿਓਗੇ? ਨਹੀਂ, ਜੋ ਕੁਝ ਵੀ ਤੈਨੂੰ ਜਾਣਨਾ ਚਾਹੀਦਾ ਤੈਨੂੰ ਉਹਦਾ ਪਹਿਲਾਂ ਹੀ ਪਤਾ ਹੈ। ਮੈਂ ਤਾਂ ਸਿਰਫ ਖਜ਼ਾਨੇ ਵੱਲ ਦੀ ਦਿਸ਼ਾ ਹੀ ਤੈਨੂੰ ਦੱਸਣੀ ਹੈ। ਪਰ ਕਬੀਲਿਆਂ ਵਿਚਾਲੇ ਤਾਂ ਜੰਗ ਚੱਲ ਰਹੀ ਹੈ, ਮੁੰਡੇ ਨੇ ਦੁਹਰਾਇਆ। ਮੈਨੂੰ ਪਤਾ ਹੈ ਕਿ ਮਾਰੂਥਲ 'ਚ ਕੀ ਵਾਪਰ ਰਿਹਾ। ਮੈਨੂੰ ਤਾਂ ਆਪਣਾ ਖਜ਼ਾਨਾ ਮਿਲ ਵੀ ਚੁੱਕਾ। ਮੇਰੇ ਕੋਲ ਇੱਕ ਊਠ ਹੈ, ਸ਼ੀਸ਼ੇ ਦੀ ਦੁਕਾਨ ਤੇ ਕਮਾਏ ਪੈਸੇ ਹਨ, ਸੋਨੇ ਦੀਆਂ 50 ਮੋਹਰਾਂ। ਆਪਣੇ ਦੇਸ਼ 'ਚ ਮੈਂ ਅਮੀਰ ਆਦਮੀ ਸਮਝਿਆ ਜਾਵਾਂਗਾ,
ਪਰ ਇਹਨਾਂ 'ਚ ਕੋਈ ਵੀ ਚੀਜ਼ ਪਿਰਾਮਿਡਾਂ ਤੋਂ ਨਹੀਂ ਹੈ, ਧਾਤ ਸਾਜ਼ ਨੇ ਕਿਹਾ। ਮੇਰੇ ਕੋਲ ਫਾਤਮਾ ਹੈ, ਉਹ ਮੇਰੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਨਾਲੋਂ ਸਭ ਤੋਂ ਵੱਡਾ ਖਜ਼ਾਨਾ ਹੈ। ਉਹ ਵੀ ਤਾਂ ਪਿਰਾਮਿਡਾਂ ਤੋਂ ਨਹੀਂ ਨਾ ਲੱਭੀ ਹੋਈ। ਉਹ ਚੁੱਪ-ਚੁਪੀਤੇ ਬੈਠੇ ਖਾਂਦੇ ਰਹੇ। ਧਾਤ ਸਾਜ਼ ਨੇ ਇੱਕ ਬੋਤਲ ਖੋਲ੍ਹੀ ਤੇ ਉਸ 'ਚ ਲਾਲ ਰੰਗ ਦਾ ਕੋਈ ਤਰਲ ਮੁੰਡੇ ਦੇ ਕੱਪ 'ਚ ਪਾਇਆ। ਉਹਨੇ ਹੁਣ ਤੱਕ ਜਿੰਨੀਆਂ ਵੀ ਸ਼ਰਾਬਾਂ ਪੀਤੀਆਂ, ਉਹਨਾਂ ਵਿੱਚ ਸਭ ਤੋਂ ਵੱਧ ਸੁਆਦਲੀ ਸੀ। ਕੀ ਇੱਥੇ ਸ਼ਰਾਬ ਪੀਣ ਤੇ ਪਾਬੰਦੀ ਨਹੀਂ? ਧਾਤ ਸਾਜ਼ ਨੇ ਕਿਹਾ, ਜੋ ਚੀਜ਼ ਬੰਦਿਆਂ ਦੇ ਮੂੰਹਾਂ ਅੰਦਰ ਦਾਖਲ ਹੁੰਦੀ ਹੈ ਉਹ ਮਾੜੀ ਨਹੀਂ ਹੁੰਦੀ। ਮਾੜੀ ਤਾਂ ਉਹ ਚੀਜ਼ ਹੁੰਦੀ ਹੈ ਜਿਹੜੀ ਉਹਨਾਂ ਦੇ ਮੂੰਹਾਂ ਵਿੱਚੋਂ ਬਾਹਰ ਨਿਕਲਦੀ ਹੈ। ਧਾਤ ਸਾਜ਼ ਪਹਿਲਾਂ ਕੁਝ ਅਖੜ ਜਿਹਾ ਮਹਿਸੂਸ ਹੁੰਦਾ ਸੀ, ਪਰ ਜਿਉਂ ਹੀ ਮੁੰਡੇ ਨੇ ਸ਼ਰਾਬ ਪੀਤੀ, ਉਹਨੇ ਰਾਹਤ ਮਹਿਸੂਸ ਕੀਤੀ। ਖਾਣਾ ਖਾਣ ਤੋਂ ਬਾਅਦ ਉਹ ਤੰਬੂ ਦੇ ਬਾਹਰ ਚਾਨਣੀ 'ਚ ਬੈਠ ਗਏ, ਜਿਹੜੀ ਇੰਨੀ ਰੌਸ਼ਨ ਸੀ ਕਿ ਉਹਦੇ ਸਾਹਮਣੇ ਤਾਰੇ ਵੀ ਪੀਲੇ ਪੈ ਗਏ ਸਨ। ਇਹ ਵੇਖਦੇ ਹੋਏ ਮੁੰਡਾ ਪਹਿਲਾਂ ਨਾਲੋਂ ਖੁਸ਼ ਨਜ਼ਰ ਆ ਰਿਹਾ ਸੀ। ਧਾਤ ਸਾਜ਼ ਨੇ ਕਿਹਾ, ਖਾਓ ਪੀਓ ਤੇ ਮੌਜ ਕਰੋ। ਅੱਜ ਦੀ ਰਾਤ ਆਰਾਮ ਕਰ। ਇਉਂ ਮਹਿਸੂਸ ਕਰ ਜਿਵੇਂ ਕੋਈ ਲੜਾਕਾ ਜੰਗ ਦੀ ਤਿਆਰੀ ਕਰ ਰਿਹਾ ਹੋਵੇ। ਇਹ ਗੱਲ ਚੇਤੇ ਰੱਖ ਕੇ ਤੇਰਾ ਦਿਲ ਜਿੱਥੇ ਮਰਜ਼ੀ ਹੋਵੇ, ਉੱਥੇ ਹੀ ਤੂੰ ਆਪਣਾ ਖਜ਼ਾਨਾ ਲੱਭ ਲਏਗਾ। ਤੈਨੂੰ ਆਪਣਾ ਖਜ਼ਾਨਾ ਲੱਭਣਾ ਹੀ ਪੈਣਾ ਹੈ ਤਾਂ ਕਿ ਜੋ ਕੁਝ ਵੀ ਤੂੰ ਰਸਤੇ 'ਚ ਸਿੱਖਿਆ ਉਹਦੇ ਕੋਈ ਅਰਥ ਬਣ ਸਕਣ। ਕੱਲ ਨੂੰ ਆਪਣਾ ਊਠ ਵੇਚ ਦੇ ਤੇ ਘੋੜਾ ਖਰੀਦ ਲੈ। ਊਠ ਬਹੁਤ ਧੋਖੇਬਾਜ਼ ਹੁੰਦੇ ਹੈ। ਉਹ ਹਜ਼ਾਰਾਂ ਕਦਮ ਤੁਰਦੇ ਰਹਿੰਦੇ ਆ ਤੇ ਇਉਂ ਲੱਗਣ ਲੱਗਦਾ ਹੈ ਉਹ ਕਦੇ ਵੀ ਨਹੀਂ ਥੱਕਣਗੇ, ਪਰ ਅਚਨਚੇਤ ਹੀ ਉਹ ਗੋਡਿਆਂ ਭਾਰ ਡਿੱਗਦੇ ਆ ਤੇ ਮਰ ਜਾਂਦੇ ਆ। ਇਹਦੇ ਮੁਕਾਬਲੇ ਘੋੜੇ ਹੌਲੀ-ਹੌਲੀ ਥੱਕਦੇ ਆ। ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਉਹਨਾਂ ਤੇ ਕਿੰਨਾ ਬੋਝ ਪਾਉਣਾ ਹੈ ਤੇ ਇਹ ਵੀ ਕਿ ਉਹ ਕਦੋਂ ਮਰਨ ਵਾਲੇ ਹਨ। ਅੰਗ 20ਵਾਂ। ਅਗਲੀ ਰਾਤ ਮੁੰਡਾ ਇੱਕ ਘੋੜਾ ਲੈ ਕੇ ਧਾਤ ਸਾਜ਼ ਦੇ ਤੰਬੂ ਪਹੁੰਚਿਆ। ਧਾਤ ਸਾਜ਼ ਵੀ ਤਿਆਰ ਸੀ। ਉਹ ਆਪਣੇ ਘੋੜੇ ਤੇ ਚੜ੍ਹਿਆ ਤੇ ਆਪਣੇ ਖੱਬੇ ਮੋਢੇ ਤੇ ਇੱਕ ਬਾਜ਼ ਰੱਖ ਲਿਆ। ਉਹਨੇ ਮੁੰਡੇ ਨੂੰ ਕਿਹਾ, ਤੂੰ ਮੈਨੂੰ ਇਹ ਦੱਸਣਾ ਹੈ ਕਿ ਮਾਰੂਥਲ 'ਚ ਜ਼ਿੰਦਗੀ ਕਿਸ ਥਾਂ ਹੈ। ਜਿਹੜੇ ਲੋਕ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਦੇਖ ਸਕਦੇ ਸਨ, ਉਹੀ ਲੋਕ ਹੀ ਖਜ਼ਾਨਾ ਲੱਭ ਸਕਦੇ ਹਨ। ਉਹ ਚੰਨ ਦੀ ਚਾਨਣੀ 'ਚ ਰਸਤਾ ਦੇਖਦੇ ਹੋਏ ਰੇਤੇ 'ਚ ਚੱਲ ਨਿਕਲੇ। ਮੁੰਡੇ ਨੇ ਸੋਚਿਆ, ਪਤਾ ਨਹੀਂ ਮੈਂ ਮਾਰੂਥਲ 'ਚ ਜ਼ਿੰਦਗੀ ਦੀ ਕੋਈ ਨਿਸ਼ਾਨੀ ਲੱਭ ਸਕਾਂਗਾ ਜਾਂ ਨਹੀਂ। ਮੈਂ ਹਾਲੇ ਤੱਕ ਮਾਰੂਥਲ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਨਹੀਂ। ਉਹ ਧਾਤ ਸਾਜ਼ ਨੂੰ ਇਹੀ ਗੱਲ ਦੱਸਣੀ ਚਾਹੁੰਦਾ ਸੀ, ਪਰ ਉਸ ਕੋਲੋਂ ਡਰਦਾ ਸੀ। ਉਸ ਪਥਰੀਲੇ ਇਲਾਕੇ 'ਚ ਪਹੁੰਚੇ ਜਿੱਥੇ ਮੁੰਡੇ ਨੇ ਅਸਮਾਨ 'ਚ ਸ਼ਿਕਰੇ ਵੇਖੇ ਸਨ, ਪਰ ਹੁਣ ਤਾਂ ਸਿਰਫ ਚੁੱਪ ਸੀ ਤੇ ਹਵਾ ਸੀ। ਮੁੰਡਾ ਕਹਿਣ ਲੱਗਾ, ਮੈਂ ਨਹੀਂ ਜਾਣਦਾ ਕਿ ਮਾਰੂਥਲ 'ਚ ਜ਼ਿੰਦਗੀ ਕਿਵੇਂ ਲੱਭਣੀ ਹੈ। ਮੈਂ ਜਾਣਦਾ ਕਿ ਇੱਥੇ ਕਿਤੇ ਨਾ ਕਿਤੇ ਜ਼ਿੰਦਗੀ ਹੈ, ਪਰ ਮੈਨੂੰ ਪਤਾ ਨਹੀਂ ਉਹ ਕਿੱਥੇ ਲੱਭਣੀ ਹੈ। ਜ਼ਿੰਦਗੀ ਹੀ ਜ਼ਿੰਦਗੀ ਨੂੰ ਖਿੱਚਦੀ ਹੈ, ਧਾਤ ਸਾਜ਼ ਨੇ ਜਵਾਬ ਦਿੱਤਾ। ਫਿਰ ਮੁੰਡੇ ਨੂੰ ਸਮਝ ਆ ਗਈ। ਉਹਨੇ ਘੋੜੇ ਦੀਆਂ ਵਾਗਾਂ ਢਿੱਲੀਆਂ ਛੱਡਤੀਆਂ, ਜਿਹੜਾ ਪੱਥਰਾਂ ਤੇ ਰੇਤੇ ਤੇ ਦੌੜਨ ਲੱਗਾ। ਮੁੰਡੇ ਦਾ ਘੋੜਾ ਕਰੀਬ ਅੱਧੇ ਘੰਟੇ ਤੱਕ ਦੌੜਦਾ ਰਿਹਾ। ਧਾਤ ਸਾਜ਼ ਉਹਦੇ ਮਗਰ ਆਉਂਦਾ ਰਿਹਾ। ਹੁਣ ਉਹਨਾਂ ਨੂੰ ਨਖਲਿਸਤਾਨ ਦੀਆਂ ਖਜੂਰਾਂ ਦਿਖਾਈ ਨਹੀਂ ਸਨ ਦਿੰਦੀਆਂ। ਉਹਨਾਂ ਦੇ ਸਿਰ ਤੇ ਇੱਕ ਵੱਡਾ ਚੰਦਰਮਾ ਚਮਕ ਰਿਹਾ ਸੀ ਤੇ ਇਸ ਦੀਆਂ ਸੁਨਹਿਰੀ ਕਿਰਨਾਂ ਨਾਲ ਮਾਰੂਥਲ ਦੇ ਪੱਥਰ ਲਿਸ਼ਕ ਰਹੇ ਸਨ। ਅਚਨਚੇਤ ਬਿਨਾਂ ਕਾਰਨ ਹੀ ਮੁੰਡੇ ਦਾ ਘੋੜਾ ਹੌਲੀ ਹੋਣਾ ਸ਼ੁਰੂ ਹੋ ਗਿਆ। ਮੁੰਡੇ ਨੇ ਧਾਤ ਸਾਜ਼ ਨੂੰ ਕਿਹਾ, ਇੱਥੇ ਕਿਤੇ ਨਾ ਕਿਤੇ ਜ਼ਿੰਦਗੀ ਹੈ। ਮੈਨੂੰ ਤਾਂ ਮਾਰੂਥਲ ਦੀ ਭਾਸ਼ਾ ਦਾ ਨਹੀਂ ਪਤਾ, ਪਰ ਮੇਰੇ ਘੋੜੇ ਨੂੰ ਜ਼ਿੰਦਗੀ ਦੀ ਭਾਸ਼ਾ ਦਾ ਪਤਾ ਹੈ। ਉਹ ਘੋੜਿਆਂ ਤੋਂ ਉਤਰੇ ਤੇ ਧਾਤ ਸਾਜ਼ ਨੇ ਕੁਝ ਨਾ ਕਿਹਾ। ਹੌਲੀ-ਹੌਲੀ ਅੱਗੇ ਵਧਦੇ ਹੋਏ ਉਹਨਾਂ ਪੱਥਰਾਂ 'ਚ ਭਾਲ ਕੀਤੀ। ਅਚਨਚੇਤ ਹੀ ਧਾਤ ਸਾਜ਼ ਰੁਕ ਗਿਆ ਤੇ ਜ਼ਮੀਨ ਤੇ ਝੁਕ ਗਿਆ। ਪੱਥਰਾਂ ਦੇ ਵਿੱਚ ਹੀ ਜ਼ਮੀਨ 'ਚ ਇੱਕ ਖੁੱਡ ਦਿਖਾਈ ਦਿੱਤੀ। ਧਾਤ ਸਾਜ਼ ਨੇ ਆਪਣਾ ਹੱਥ ਇਸ ਖੁੱਡ 'ਚ ਪਾਇਆ, ਫਿਰ ਆਪਣੀ ਸਾਰੀ ਬਾਂਹ ਪਾਈ, ਮੋਢੇ ਤੱਕ ਅੰਦਰ ਕਰਤੀ। ਅੰਦਰ ਕੋਈ ਚੀਜ਼ ਹਿਲ-ਜੁਲ ਰਹੀ ਸੀ। ਧਾਤ ਸਾਜ਼ ਦੀਆਂ ਅੱਖਾਂ ਮੁੰਡੇ ਨੂੰ ਸਿਰਫ ਉਹਦੀਆਂ ਅੱਖਾਂ ਹੀ ਦਿਖਾਈ ਦਿੰਦੀਆਂ ਸੀ, ਸੁੰਗੜ ਰਹੀਆਂ ਸਨ। ਖੁੱਡ 'ਚ ਜੋ ਵੀ ਕੋਈ ਚੀਜ਼ ਸੀ, ਉਹਨੂੰ ਫੜਨ ਲਈ ਉਹਦਾ ਹੱਥ ਹਰਕਤ ਕਰਦਾ ਮਹਿਸੂਸ ਹੋ ਰਿਹਾ ਸੀ। ਅਚਨਚੇਤ ਹੀ ਮੁੰਡੇ ਨੂੰ ਹੈਰਾਨ ਕਰਨ ਵਾਲੀ ਤੇਜ਼ੀ ਨਾਲ ਉਹਨੇ ਆਪਣੀ ਬਾਂਹ ਖੁੱਡ 'ਚੋਂ ਬਾਹਰ ਕੱਢੀ ਤੇ ਆਪਣੇ ਪੈਰਾਂ ਤੇ ਖੜਾ ਹੋ ਗਿਆ। ਉਹਦੇ ਹੱਥ 'ਚ ਇੱਕ ਸੱਪ ਸੀ ਜਿਹਨੂੰ ਉਹਨੇ ਉਹਦੀ ਪੂਛ ਤੋਂ ਫੜਿਆ ਹੋਇਆ ਸੀ। ਮੁੰਡੇ ਨੇ ਵੀ ਛਾਲ ਮਾਰੀ, ਪਰ ਉਹ ਛਾਲ ਮਾਰ ਕੇ ਧਾਤ ਸਾਜ਼ ਤੋਂ ਪਰੇ ਹੋ ਗਿਆ। ਸੱਪ ਬੜੇ ਜ਼ੋਰ ਨਾਲ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਫੁੰਕਾਰੇ ਮਾਰ ਰਿਹਾ ਸੀ, ਜਿਸ ਨਾਲ ਮਾਰੂਥਲ ਦੀ ਚੁੱਪ ਭੰਗ ਹੋ ਰਹੀ ਸੀ। ਇਹ ਫਨੀਅਰ ਸੱਪ ਸੀ ਜਿਹਦੀ ਜ਼ਹਿਰ ਨਾਲ ਬੰਦਾ ਮਿੰਟਾਂ 'ਚ ਹੀ ਮਰ ਸਕਦਾ ਹੈ। ਇਹਦੀ ਜ਼ਹਿਰ ਤੋਂ ਬਚ ਕੇ ਰਹੀ, ਮੁੰਡੇ ਨੇ ਕਿਹਾ। ਪਰ ਹਾਲਾਂਕਿ ਧਾਤ ਸਾਜ਼ ਨੇ ਆਪਣਾ ਹੱਥ ਖੁੱਡ 'ਚ ਪਾਇਆ ਸੀ ਤੇ ਜ਼ਰੂਰ ਹੀ ਸੱਪ ਨੇ ਉਹਦੇ ਡੰਗ ਮਾਰਿਆ ਹੋਵੇਗਾ, ਫਿਰ ਵੀ ਉਹ ਬੜਾ ਸ਼ਾਂਤ ਦਿਖਾਈ ਦਿੰਦਾ ਸੀ। ਅੰਗਰੇਜ਼ ਨੇ ਉਹਨੂੰ ਦੱਸਿਆ ਸੀ ਧਾਤ ਸਾਜ਼ ਦੀ ਉਮਰ 200 ਸਾਲ ਹੈ। ਉਹਨੂੰ ਪਤਾ ਹੀ ਹੋਏਗਾ ਕਿ ਮਾਰੂਥਲ ਦੇ ਸੱਪਾਂ ਨਾਲ ਕਿਵੇਂ ਸਿੱਝੀਦਾ ਹੈ। ਮੁੰਡੇ ਨੇ ਦੇਖਿਆ ਧਾਤ ਸਾਜ਼ ਆਪਣੇ ਘੋੜੇ ਕੋਲ ਗਿਆ ਤੇ ਖੰਜਰ ਕੱਢ ਲਈ। ਉਹਦੀ ਨੋਕ ਨਾਲ ਉਹਨੇ ਰੇਤੇ ਦੇ ਇੱਕ ਗੋਲ ਦਾਇਰਾ ਬਣਾਇਆ, ਸੱਪ ਨੂੰ ਉਹਦੇ ਅੰਦਰ ਰੱਖ ਦਿੱਤਾ। ਸੱਪ ਇੱਕਦਮ ਸ਼ਾਂਤ ਹੋ ਗਿਆ। ਧਾਤ ਸਾਜ਼ ਕਹਿਣ ਲੱਗਾ, ਚਿੰਤਾ ਦੀ ਕੋਈ ਗੱਲ ਨਹੀਂ, ਉਹ ਇਸ ਦਾਇਰੇ 'ਚੋਂ ਬਾਹਰ ਨਹੀਂ ਨਿਕਲੇਗਾ। ਤੂੰ ਮਾਰੂਥਲ ਵਿੱਚੋਂ ਜ਼ਿੰਦਗੀ ਭਾਲ ਕਰ ਲਈ ਹੈ,
ਮੈਨੂੰ ਇਸੇ ਨਿਸ਼ਾਨੀ ਦੀ ਲੋੜ ਸੀ। ਪਰ ਇਹਦੀ ਇੰਨੀ ਕੀ ਅਹਿਮੀਅਤ ਹੈ ਕਿਉਂਕਿ ਪਿਰਾਮਿਡਾਂ ਦੇ ਆਲੇ ਦੁਆਲੇ ਮਾਰੂਥਲ ਹੀ ਮਾਰੂਥਲ ਹੈ। ਮੁੰਡੇ ਦੀ ਪਿਰਾਮਿਡਾਂ ਬਾਰੇ ਗੱਲ ਕਰਨ ਦੀ ਇੱਛਾ ਨਹੀਂ ਸੀ। ਉਹਦਾ ਦਿਲ ਭਾਰੀ ਸੀ। ਕੱਲ ਰਾਤ ਤੋਂ ਹੀ ਉਹ ਹਲਕੀ ਜਿਹੀ ਉਦਾਸੀ ਮਹਿਸੂਸ ਕਰ ਰਿਹਾ ਸੀ। ਖਜ਼ਾਨੇ ਦੀ ਭਾਲ ਜਾਰੀ ਰੱਖਣ ਦਾ ਮਤਲਬ ਇਹ ਸੀ ਕਿ ਉਹਨੂੰ ਫਾਤਮਾ ਨੂੰ ਪਿੱਛੇ ਛੱਡਣਾ ਪੈਣਾ ਸੀ। ਮੈਂ ਮਾਰੂਥਲ ਪਾਰ ਕਰਨ 'ਚ ਤੇਰੀ ਅਗਵਾਈ ਕਰਾਂਗਾ, ਧਾਤਸਾਜ਼ ਨੇ ਕਿਹਾ। ਮੁੰਡੇ ਨੇ ਜਵਾਬ ਦਿੱਤਾ, ਮੈਂ ਨਖਲਿਸਤਾਨ 'ਚ ਰਹਿਣਾ ਚਾਹੁੰਦਾ। ਮੈਨੂੰ ਫਾਤਮਾ ਲੱਭ ਹੀ ਹੈ। ਜਿੱਥੋਂ ਤੱਕ ਮੇਰਾ ਸਬੰਧ ਹੈ, ਮੇਰੇ ਲਈ ਉਹ ਹੋਰ ਕਿਸੇ ਵੀ ਖਜ਼ਾਨੇ ਨਾਲੋਂ ਵੱਧ ਕੀਮਤੀ ਹੈ। ਧਾਤਸਾਜ਼ ਨੇ ਜਵਾਬ ਦਿੱਤਾ, ਫਾਤਮਾ ਮਾਰੂਥਲ ਦੀ ਔਰਤ ਹੈ। ਉਹ ਜਾਣਦੀ ਹੈ ਕਿ ਮਰਦਾਂ ਨੂੰ ਜਾਣਾ ਹੀ ਪੈਂਦਾ ਹੈ ਤਾਂ ਕਿ ਉਹ ਵਾਪਸ ਪਰਤ ਸਕਣ, ਤੇ ਉਹਨੂੰ ਤਾਂ ਪਹਿਲਾਂ ਹੀ ਉਹਦਾ ਖਜ਼ਾਨਾ ਮਿਲ ਚੁੱਕਾ ਹੈ। ਇਹ ਖਜ਼ਾਨਾ ਤੂੰ ਹੈ। ਹੁਣ ਉਹ ਆਸ ਕਰੇਗੀ ਕਿ ਤੂੰ ਇਸ ਚੀਜ਼ ਨੂੰ ਜ਼ਰੂਰ ਲੱਭੇ ਜਿਹਦੀ ਤੂੰ ਭਾਲ ਕਰ ਰਿਹਾ। ਪਰ ਜੇ ਮੈਂ ਇੱਥੇ ਰੁਕਣ ਦਾ ਫੈਸਲਾ ਕਰ ਲਵਾਂ, ਮੈਂ ਤੈਨੂੰ ਦੱਸਦਾ ਕਿ ਕੀ ਹੋਏਗਾ। ਤੂੰ ਨਖਲਿਸਤਾਨ ਦਾ ਸਲਾਹਕਾਰ ਹੋਏਗਾ। ਤੇਰੇ ਕੋਲ ਇੰਨਾ ਸੋਨਾ ਹੈ ਕਿ ਤੂੰ ਬਹੁਤ ਸਾਰੀਆਂ ਭੇਡਾਂ, ਬਹੁਤ ਸਾਰੇ ਊਠ ਖਰੀਦ ਸਕਦਾ। ਤੂੰ ਫਾਤਮਾ ਨਾਲ ਨਿਕਾਹ ਕਰਵਾ ਲਏਗਾ। ਤੁਸੀਂ ਦੋਵੇਂ ਸਾਲ ਭਰ ਲਈ ਬਹੁਤ ਖੁਸ਼ ਰਹੋਗੇ। ਤੈਨੂੰ ਮਾਰੂਥਲ ਨਾਲ ਪਿਆਰ ਕਰਨਾ ਆ ਜਾਏਗਾ। ਤੈਨੂੰ 50,000 ਖਜੂਰਾਂ ਦੇ ਦਰਖਤਾਂ ਵਿੱਚੋਂ ਹਰੇਕ ਦੀ ਜਾਣਕਾਰੀ ਮਿਲ ਜਾਏਗੀ। ਤੂੰ ਉਹਨਾਂ ਨੂੰ ਵਧਦਿਆਂ ਵੇਖੇਗਾ, ਮਹਿਸੂਸ ਕਰੇਗਾ ਕਿਵੇਂ ਸੰਸਾਰ ਹਰ ਵੇਲੇ ਬਦਲਦਾ ਰਹਿੰਦਾ ਹੈ। ਫਿਰ ਤੂੰ ਨਿਸ਼ਾਨੀਆਂ ਨੂੰ ਸਮਝਣ ਦੇ ਮਾਮਲੇ 'ਚ ਲਗਾਤਾਰ ਮੁਹਾਰਤ ਹਾਸਲ ਕਰਦਾ ਜਾਏਗਾ ਕਿਉਂਕਿ ਮਾਰੂਥਲ ਤੋਂ ਵੱਡਾ ਹੋਰ ਕੋਈ ਸਿੱਖਿਅਕ ਨਹੀਂ। ਦੂਜੇ ਸਾਲ ਦੌਰਾਨ ਕਿਸੇ ਸਮੇਂ ਤੈਨੂੰ ਖਜ਼ਾਨੇ ਦੀ ਯਾਦ ਆਏਗੀ। ਨਿਸ਼ਾਨੀਆਂ ਇਸ ਖਜ਼ਾਨੇ ਬਾਰੇ ਲਗਾਤਾਰ ਬੋਲਣ ਲੱਗਣਗੀਆਂ। ਤੂੰ ਇਹਨਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰੇਗਾ। ਤੂੰ ਆਪਣੇ ਗਿਆਨ ਦੀ ਵਰਤੋਂ ਨਖਲਿਸਤਾਨ ਤੇ ਇਹਦੇ ਵਸਨੀਕਾਂ ਦੀ ਭਲਾਈ ਲਈ ਕਰੇਗਾ। ਕਬੀਲੇ ਦੇ ਮੁਖੀ ਤੇਰੇ ਕੰਮ ਦੀ ਸਰਾਹਨਾ ਕਰਨਗੇ। ਤੇਰੇ ਊਠ ਤੈਨੂੰ ਹੋਰ ਦੌਲਤ ਤੇ ਸੱਤਾ ਲਿਆ ਕੇ ਦੇਣਗੇ। ਤੀਜੇ ਸਾਲ ਨਿਸ਼ਾਨੀਆਂ ਅਜੇ ਵੀ ਤੇਰੇ ਖਜ਼ਾਨੇ ਵੱਲ ਤੇ ਤੇਰੀ ਹੋਣੀ ਵੱਲ ਸੰਕੇਤ ਕਰਨਾ ਜਾਰੀ ਰੱਖਣਗੀਆਂ। ਤੂੰ ਹਰ ਰਾਤ ਹੀ ਨਖਲਿਸਤਾਨ 'ਚ ਚੱਕਰ ਕੱਟਦਾ ਰਹੇਗਾ ਤੇ ਫਾਤਮਾ ਇਸ ਗੱਲ ਤੋਂ ਦੁਖੀ ਹੋਏਗੀ ਕਿਉਂਕਿ ਉਹ ਮਹਿਸੂਸ ਕਰੇਗੀ ਕਿ ਉਹਨੇ ਹੀ ਤੈਨੂੰ ਤੇਰੀ ਭਾਲ ਦੇ ਰਸਤੇ 'ਚੋਂ ਭਟਕਾਇਆ ਹੈ। ਤੂੰ ਉਹਨੂੰ ਪਿਆਰ ਕਰੇਗਾ ਤੇ ਉਹ ਵੀ ਤੈਨੂੰ ਪਿਆਰ ਕਰੇਗੀ। ਤੈਨੂੰ ਚੇਤੇ ਆਏਗਾ ਕਿ ਉਹਨੇ ਤਾਂ ਤੈਨੂੰ ਰੁਕਣ ਲਈ ਨਹੀਂ ਸੀ ਕਿਹਾ ਕਿਉਂਕਿ ਮਾਰੂਥਲ ਦੀ ਔਰਤ ਨੂੰ ਪਤਾ ਹੈ ਕਿ ਉਹਨੇ ਆਪਣੇ ਮਰਦ ਦੀ ਉਡੀਕ ਕਰਨੀ ਹੈ। ਇਸ ਲਈ ਤੂੰ ਉਹਨੂੰ ਕੋਈ ਦੋਸ਼ ਨਹੀਂ ਦੇ ਸਕੇਗਾ। ਪਰ ਕਈ ਵਾਰ ਤੂੰ ਮਾਰੂਥਲ ਦੀ ਰੇਤ ਤੇ ਚੱਕਰ ਕੱਟਦਾ ਹੋਇਆ ਸੋਚੇਗਾ ਕਿ ਤੈਨੂੰ ਚਲੇ ਹੀ ਜਾਣਾ ਚਾਹੀਦਾ ਸੀ, ਕਿ ਤੈਨੂੰ ਫਾਤਮਾ ਲਈ ਆਪਣੇ ਪਿਆਰ 'ਚ ਵਧੇਰੇ ਭਰੋਸਾ ਹੋਣਾ ਚਾਹੀਦਾ ਸੀ। ਇੱਕ ਗੱਲ ਚੇਤੇ ਰੱਖ, ਨਖਲਿਸਤਾਨ 'ਚ ਤੂੰ ਆਪਣੇ ਇਸ ਡਰ ਕਾਰਨ ਰੁਕੇਗਾ ਕਿ ਤੂੰ ਖਬਰੇ ਕਦੇ ਵੀ ਵਾਪਸ ਨਾ ਆ ਸਕੇ। ਇਸ ਸਮੇਂ ਤੱਕ ਆਉਂਦੇ ਆਉਂਦੇ ਨਿਸ਼ਾਨੀਆਂ ਤੈਨੂੰ ਦੱਸਣਗੀਆਂ ਕਿ ਤੇਰਾ ਖਜ਼ਾਨਾ ਸਦਾ ਲਈ ਜ਼ਮੀਨ ਹੇਠਾਂ ਦੱਬਿਆ ਜਾ ਚੁੱਕਾ ਹੈ। ਫਿਰ ਚੌਥੇ ਸਾਲ ਕਿਸੇ ਸਮੇਂ ਨਿਸ਼ਾਨੀਆਂ ਤੈਨੂੰ ਦਿਖਾਈ ਦੇਣੀਆਂ ਬੰਦ ਕਰ ਦੇਣਗੀਆਂ ਕਿਉਂਕਿ ਉਦੋਂ ਤੱਕ ਤੂੰ ਇਹਨਾਂ ਨੂੰ ਸੁਣਨਾ ਛੱਡ ਜਾਏਗਾ। ਕਬਾਇਲੀ ਮੁਖੀਆਂ ਨੂੰ ਇਹਦਾ ਪਤਾ ਲੱਗ ਜਾਏਗਾ। ਉਹ ਤੈਨੂੰ ਸਲਾਹਕਾਰ ਦੇ ਅਹੁਦੇ ਤੋਂ ਹਟਾ ਦੇਣਗੇ। ਉਦੋਂ ਤੱਕ ਤੂੰ ਅਮੀਰ ਵਪਾਰੀ ਹੋ ਚੁੱਕਾ ਹੋਏਗਾ ਤੇ ਤੇਰੇ ਕੋਲ ਬਹੁਤ ਸਾਰੇ ਊਠ ਤੇ ਬਹੁਤ ਵੱਡਾ ਕਾਰੋਬਾਰ ਹੋਏਗਾ। ਬਾਕੀ ਦੇ ਦਿਨ ਤੂੰ ਇਹ ਜਾਣਦੇ ਹੋਏ ਬਿਤਾਏਗਾ ਕਿ ਤੂੰ ਆਪਣੀ ਹੋਣੀ ਦੀ ਭਾਲ ਨਹੀਂ ਸੀ ਕਰ ਸਕਿਆ ਤੇ ਹੁਣ ਅਜਿਹਾ ਕਰਨ ਦਾ ਸਮਾਂ ਨਹੀਂ ਰਹਿ ਗਿਆ। ਤੈਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਪਿਆਰ ਕਦੇ ਵੀ ਬੰਦੇ ਨੂੰ ਉਹਦੀ ਹੋਣੀ ਦੀ ਭਾਲ ਕਰਨ ਦੇ ਯਤਨਾਂ ਤੋਂ ਨਹੀਂ ਰੋਕਦਾ। ਜੇ ਬੰਦਾ ਇਸ ਕਾਰਨ ਹੀ ਆਪਣੀ ਹੋਣੀ ਦੀ ਭਾਲ ਛੱਡ ਦੇ ਤਾਂ ਇਹਦਾ ਮਤਲਬ ਇਹ ਹੁੰਦਾ ਹੈ ਕਿ ਉਹਦਾ ਪਿਆਰ ਸੱਚਾ ਨਹੀਂ ਸੀ। ਉਹ ਪਿਆਰ ਐਸਾ ਨਹੀਂ ਸੀ ਜਿਹੜਾ ਸੰਸਾਰ ਦੀ ਸਰਵੋਤਮ ਭਾਸ਼ਾ ਬੋਲਦਾ ਹੋਵੇ। ਧਾਤਸਾਜ਼ ਨੇ ਰੇਤੇ ਤੇ ਬਣਾਇਆ ਹੋਇਆ ਗੋਲ ਚੱਕਰ ਮਿਟਾ ਦਿੱਤਾ। ਸੱਪ ਚੱਲਦਾ ਹੋਇਆ ਪੱਥਰਾਂ 'ਚ ਗੁੰਮ ਹੋ ਗਿਆ। ਮੁੰਡੇ ਨੂੰ ਉਸ ਸ਼ੀਸ਼ੇ ਦੇ ਵਪਾਰੀ ਦਾ ਚੇਤਾ ਆਇਆ ਜਿਹੜਾ ਮੱਕੇ ਜਾਣਾ ਚਾਹੁੰਦਾ ਸੀ ਤੇ ਉਸ ਅੰਗਰੇਜ਼ ਦਾ ਜਿਹੜਾ ਧਾਤਸਾਜ਼ ਨੂੰ ਲੱਭਣਾ ਚਾਹੁੰਦਾ ਸੀ। ਉਹਨੇ ਉਸ ਔਰਤ ਬਾਰੇ ਸੋਚਿਆ ਜਿਹਦਾ ਮਾਰੂਥਲ 'ਚ ਵਿਸ਼ਵਾਸ ਸੀ ਤੇ ਉਹਨੇ ਮਾਰੂਥਲ ਵੱਲ ਨੂੰ ਦੇਖਿਆ ਜਿਹਨੇ ਉਹਨੂੰ ਉਸ ਔਰਤ ਤੱਕ ਲੈ ਆਂਦਾ ਸੀ ਜਿਹਨੂੰ ਉਹ ਪਿਆਰ ਕਰਦਾ ਸੀ। ਉਹ ਆਪਣੇ ਘੋੜਿਆਂ ਤੇ ਸਵਾਰ ਹੋਏ। ਇਸ ਵਾਰੀ ਧਾਤਸਾਜ਼ ਅੱਗੇ ਚੱਲਿਆ। ਮੁੰਡਾ ਉਹਦੇ ਮਗਰ। ਹਵਾ ਨਖਲਿਸਤਾਨ ਦੀਆਂ ਆਵਾਜ਼ਾਂ ਨੂੰ ਉਹਨਾਂ ਤੱਕ ਲਿਆ ਰਹੀ ਸੀ ਤੇ ਮੁੰਡੇ ਨੇ ਇਹਨਾਂ ਵਿੱਚੋਂ ਫਾਤਮਾ ਦੀ ਆਵਾਜ਼ ਪਛਾਣਨ ਦੀ ਕੋਸ਼ਿਸ਼ ਕੀਤੀ। ਪਰ ਉਸ ਰਾਤ ਜਦੋਂ ਗੋਲ ਦਾਇਰੇ ਦੇ ਅੰਦਰ ਫਨੀਅਰ ਸੱਪ ਨੂੰ ਦੇਖ ਰਿਹਾ ਸੀ ਤਾਂ ਉਹਨੂੰ ਚੇਤੇ ਆਇਆ ਕਿ ਆਪਣੇ ਮੋਢੇ ਤੇ ਬਾਜ਼ ਬਿਠਾਉਣ ਵਾਲੇ ਅਜੀਬ ਘੋੜਸਵਾਰ ਨੇ ਪਿਆਰ ਤੇ ਖਜ਼ਾਨੇ ਬਾਰੇ, ਮਾਰੂਥਲ ਦੀਆਂ ਔਰਤਾਂ ਬਾਰੇ ਤੇ ਉਹਦੀ ਹੋਣੀ ਬਾਰੇ ਗੱਲਾਂ ਕੀਤੀਆਂ। ਮੈਂ ਤੇਰੇ ਨਾਲ ਜਾ ਰਿਹਾ, ਮੁੰਡੇ ਨੇ ਕਿਹਾ ਤੇ ਉਹਦੇ ਦਿਲ ਵਿੱਚ ਇੱਕਦਮ ਸ਼ਾਂਤੀ ਛਾ ਗਈ। ਅਸੀਂ ਕੱਲ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਰਵਾਨਾ ਹੋਵਾਂਗੇ, ਧਾਤਸਾਜ਼ ਨੇ ਜਵਾਬ ਦਿੱਤਾ। ਧੰਨਵਾਦ।